ਮੰਤਰ ਮਾਤ ਨਾ ਮਿੱਤਰ। ਜਿਹਦੀ ਕੋਈ ਜਾਤ ਨਹੀਂ, ਸਰੀਰ ਨਹੀਂ, ਔਰ ਨਾ ਹੀ ਉਹ ਪਤਿਤ ਹੋ ਸਕਦਾ, ਨਾ ਕੋਈ ਬਾਪ ਹੈ, ਨਾ ਕੋਈ ਮਿੱਤਰ ਹੈ, ਨਾ ਕੋਈ ਮਾਤਰੀ ਹੈ, ਮਾਂ ਹੈ। ਮਾਤਰੀ ਮਾਂ ਨੂੰ ਕਹਿੰਦੇ ਨੇ। ਮੰਤਰ ਮਾਤ ਨਾ ਮਿੱਤਰ। ਔਰ ਨਾ ਕੋਈ ਮੰਤਰ ਹੈ ਉਹਦਾ ਮੰਤਰ ਵੀ ਕੋਈ ਨਹੀਂ। ਉਹਦਾ ਐਸਾ ਮੰਤਰ ਨਹੀਂ ਜਿਹਦੇ ਨਾਲ ਬਸ ਚਾਹ ਜਾਵੇ ਕੋਈ, ਉਹ ਬਸ ਕੀਤਾ ਜਾ ਸਕੇ। ਬਸ ਕਰਨ ਵਾਲਾ ਕੋਈ ਮੰਤਰ ਨਹੀਂ ਹੈ। ਸਰਬ ਠੌਰ ਵਿਖੇ ਰਮਿਓ ਜੈ ਚੱਕਰ ਚਿਹਨ ਨਛੱਤਰ। ਫਿਰ ਵੀ ਉਹ ਸਾਰਿਆਂ ਦੇ ਵਿੱਚ ਰਚਿਆ ਹੋਇਆ, ਰਮਿਆ ਹੈ। ਫਿਰ ਵੀ ਉਹ ਸਾਰਿਆਂ ਵਿੱਚ ਰਮਿਆ ਹੋਇਆ, ਹਰ ਹਿਰਦੇ ਵਿੱਚ ਰਮਿਆ ਹੋਇਆ। ਜਿਹਦਾ ਚੱਕਰ ਚਿੰਨ੍ਹ ਨਹੀਂ ਕੋਈ ਵੀ, ਨਾ ਕੋਈ ਸ਼ਕਲ ਹੈ, ਚਿੱਤਰ ਹੈ, ਨਾ ਕੋਈ ਚਿੱਤਰ ਹੈ, ਨਾ ਚੱਕਰ ਹੈ, ਨਾ ਚਿੰਨ੍ਹ ਹੈ। ਫਿਰ ਵੀ ਉਹ ਸਾਰਿਆਂ ਵਿੱਚ ਰਮਿਆ ਹੋਇਆ। ਆਦਿ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ। ਉਹ ਆਦਿ ਦੇਵ ਹੈ, ਐਸਾ ਦੇਵ ਹੈ ਜਿਹਦੇ ਨਾਲ ਸ੍ਰਿਸ਼ਟੀ ਦਾ ਮੁੱਢ ਵੱਜਾ, ਸ੍ਰਿਸ਼ਟੀ ਸ਼ੁਰੂ ਹੋਈ ਹੈ। ਉਦਾਰ ਮੂਰਤ, ਉਦਾਰ ਮੂਰਤੀ ਹੈ। ਉਦਾਰ ਮੂਰਤ ਕਹਿੰਦੇ ਨੇ ਮੂਰਤੀਮਾਨ। ਅੱਖਾਂ ਨੂੰ ਦੇਖਣ ਵਾਲੀ ਜੇ ਮੂਰਤੀ ਨਹੀਂ ਤਾਂ ਫਿਰ ਕੀ ਹੋ ਗਿਆ? ਹੈ ਤਾਂ ਮੂਰਤੀ, ਉਹ ਅਕਾਲ ਮੂਰਤ ਹੈ। ਅੱਖਾਂ ਨੂੰ ਦੇਖਣ ਵਾਲੀ ਮੂਰਤੀ ਅਕਾਲ ਮੂਰਤ ਨਹੀਂ ਹੁੰਦੀ, ਅਕਾਲ ਮੂਰਤ ਹੁੰਦੀ, ਕਾਲਵਸ ਹੁੰਦੀ ਹੈ। ਜੋ ਅੱਖਾਂ ਨੂੰ ਦੀਦਾ ਕਾਲਵਸ ਹੈ, ਕਿਉਂਕਿ ਅਕਾਲ ਮੂਰਤ ਹੈ। ਇਸ ਕਰਕੇ ਸਾਡੇ ਗਿਆਨ ਇੰਦਰੀਆਂ ਤੇ ਪਰੇ ਹੈ। ਜੋ ਗਿਆਨ ਇੰਦਰੀਆਂ ਦੇ ਵਿੱਚ ਹੈ ਉਹ ਕਾਲਵਸ ਹੈ, ਸਾਰਾ ਹੀ ਮਾਇਆ ਹੈ। ਉਹ ਜੋ ਦਿਸੇ ਸੋ ਮਾਇਆ। ਅਗਾਧ ਨਾਥ ਅਨੰਤ। ਅਗਾਧ ਨਾਥ ਹੈ, ਉਹ ਨਾਥ ਹੈ, ਸਾਰਿਆਂ ਦੇ ਨੱਥ ਪਾਈ ਹੋਈ ਆ। ਸਾਰੇ ਉਹਦੇ ਹੁਕਮ ਚ ਨੇ, ਉਹਦੀ ਇੱਛਾ ਅਨੁਸਾਰ ਚੱਲਦੇ ਨੇ। ਅਗਾਧ ਹੈ ਉਹ ਬੁੱਧੀ। ਫਿਰ ਵੀ ਅਸੀਂ ਇਹ ਨਹੀਂ ਮੰਨਦੇ ਵੀ ਅਸੀਂ ਉਹਦੇ ਹੁਕਮ ਚ। ਅਗਾਧ ਦਾ ਮਤਲਬ ਇਹ ਹੈ ਸਾਰੇ ਉਹਦੇ ਹੁਕਮ ਚੱਲਦੇ ਨੇ। ਸਮਝ ਕੇ ਜ਼ਰੂਰੀ ਉਹਦੇ ਹੁਕਮ ਚ ਤਾਂ ਅਗਾਧ ਹੈ। ਜੇ ਸਾਨੂੰ ਪਤਾ ਹੋਵੇ ਫਿਰ ਅਗਾਧ ਕਰਦਾ ਰਹੇਗਾ। ਸਾਰੇ ਕਹਿੰਦੇ ਨੇ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਹਾਂ, ਮਰਜ਼ੀ ਨਾਲ ਕੋਈ ਨਹੀਂ ਚੱਲਦੇ। ਮਰਜ਼ੀ ਨਾਲ ਨਹੀਂ ਚੱਲਦੇ, ਅਸੀਂ ਆਪਣੀ ਨਾਲ ਚੱਲ ਸਕਦੇ ਨਹੀਂ। ਚੱਲਣ ਦੀ ਕੋਸ਼ਿਸ਼ ਭਾਵੇਂ ਕਰੀਏ। ਜੋ ਕੰਮ ਸਫਲ ਹੁੰਦੇ ਨੇ ਉਹ ਉਹਦੀ ਮਰਜ਼ੀ ਨਾਲ ਹੁੰਦੇ ਨੇ, ਜਿਹੜੇ ਫੇਲ ਹੁੰਦੇ ਨੇ ਸਾਡੀ ਮਰਜ਼ੀ ਦੇ ਹੁੰਦੇ ਨੇ। ਜਿਹੜੇ ਕੰਮ ਨਹੀਂ ਹੁੰਦੇ, ਸਿਰੇ ਚੜ੍ਹਦੇ, ਉਹ ਸਾਡੀ ਮਰਜ਼ੀ ਹੁੰਦੀ ਹੈ। ਜਿਹੜੇ ਸਿਰੇ ਚੜ੍ਹਦੇ ਨੇ ਉਹਦੀ ਮਰਜ਼ੀ ਹੁੰਦੀ। ਅਗਾਧ ਨਾਥ ਅਨੰਤ। ਅਗਾਧ ਨਾਥ ਹੈ, ਉਹ ਨਾਥ ਹੈ, ਅਗਾਧ ਹੈ, ਬੁੱਧੀ ਤੋਂ ਪਰੇ ਹੈ, ਅਨੰਤ ਹੈ, ਕਦੇ ਵੀ ਅੰਤ ਨਹੀਂ ਉਹਦਾ। ਆਦ ਅੰਤ ਨਾ ਜਾਨੀਐ ਅਵਿਖਾਦ ਦੇਵ ਦੁਰੰਤ। ਆਦ ਅੰਤ ਨਾ ਜਾਣੀਏ, ਉਹਦਾ ਆਦ ਅੰਤ ਕਿਸੇ ਨੇ ਨਹੀਂ ਜਾਣਿਆ ਅੱਜ ਤੱਕ। ਜਾਣਿਆ ਨਹੀਂ ਜਾ ਸਕਦਾ ਆਦ ਅੰਤ ਉਹਦਾ। ਅਵਿਖਾਦ ਹੈ ਉਹ। ਅਵਿਖਾਦ, ਕੋਈ ਵਿਖਾਦ ਨਹੀਂ ਉਹਦੇ ਵਿੱਚ। ਕਿਸੇ ਨਾਲ ਝਗੜਾ ਨਹੀਂ ਕਰਦਾ। ਅਵਿਖਾਦ ਹੁੰਦਾ ਕਿਸੇ ਨਾਲ ਉਹਦਾ ਕੋਈ ਝਗੜਾ ਨਹੀਂ ਹੈ। ਉਹ ਐਸਾ ਨਹੀਂ ਕੋਈ ਜਿਵੇਂ ਅਵਤਾਰ ਹੋਏ ਨੇ ਸਾਰਿਆਂ ਦੇ ਝਗੜੇ ਰਹੇ ਨੇ। ਜਿੰਨੇ ਅਵਤਾਰ ਹੋਏ ਨੇ ਬੜੇ ਝਗੜਾ ਤਾਂ ਰਿਹਾ ਹੀ ਆ ਕਿਸੇ ਨਾਲ ਦਾ, ਕਿਉਂਕਿ ਉਹਦਾ ਝਗੜਾ ਨਹੀਂ ਹੈ ਕਿਸੇ ਨਾਲ ਰਿਹਾ ਹੋਇਆ। ਇਸ ਕਰਕੇ ਉਹਨੂੰ ਅਵਿਖਾਦ ਕਹਿੰਦੇ ਨੇ। ਦੇਵ ਦੁਰੰਤ। ਦੇਵ ਹੈ ਉਹ, ਦੁਰੰਤ ਹੈ। ਦੁਰੰਤ ਦਾ ਮਤਲਬ ਹੈ ਸਗੋਂ ਲੋਕਾਂ ਦੇ ਝਗੜੇ ਦੂਰ ਕਰਨ ਵਾਲਾ ਹੈ। ਝਗੜਾ ਦੂਰੀ ਪੈਦਾ ਕਰਦਾ। ਜਿੱਥੇ ਝਗੜਾ ਹੋ ਦੂਰੀ ਪੈਦਾ ਹੋਊਗੀ। ਮਨਾਂ ਦੀ ਦੂਰੀ ਪੈਦਾ ਕਰਦਾ ਝਗੜਾ। ਦੁਰੰਤ ਦੂਰੀਆਂ ਦਾ ਤਾਂ ਅੰਤ ਕਰਦਾ। ਉਹਦਾ ਆਪਣਾ ਝਗੜਾ ਕਿੱਥੇ? ਜਦੋਂ ਉਹ ਜਿਹਾ ਹੋ ਜਾਂਦਾ ਫਿਰ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛੱਡ ਦਊ। ਜਿਹਦਾ ਝਗੜਾ ਮੁੱਕ ਗਿਆ ਉਹ ਜਿਹਾ ਹੀ ਹੋ ਗਿਆ। ਜਿੰਨਾ ਚਿਰ ਝਗੜਾ ਹੈ ਉਹਨਾਂ ਚਿਰ ਜੀਵ ਹੈ। ਜੀਵ ਦਾ ਝਗੜਾ। ਜਦੋਂ ਜੀਵ ਸੰਸਾਰੀ ਜੀਵਨ ਛੱਡ ਗਿਆ, ਜਿੰਨਾ ਚਿਰ ਸੰਸਾਰੀ ਜੀਵਨ ਹੈ ਝਗੜਾ ਹੈ। ਸੰਸਾਰ ਦੇ ਵਿੱਚ ਝਗੜਾ ਹੀ ਰਹਿਣਾ। ਮਾਇਆ ਤੇਰੀ ਮੇਰੀ ਹੈ, ਮੈਨੂੰ ਵੱਧ ਚਾਹੀਦੀ ਹੈ, ਤੂੰ ਵੱਧ ਕਿਉਂ ਮੰਗਦਾ? ਝਗੜੇ ਨੇ। ਜਿਹਨੇ ਸੰਸਾਰ 'ਚ ਰਹਿਣਾ ਨਹੀਂ ਉਹਨੇ ਝਗੜੇ ਦੇ ਕੀ ਲੈਣਾ?
ਜਿਹਨੇ ਸੰਸਾਰ ਤਿਆਗਤਾ ਉਹਦਾ ਝਗੜਾ ਵੀ ਹੋ ਗਿਆ। ਦੇਵ ਭੇਵ ਨਾ ਜਾਣਹੀ ਜਿਹ ਮਰਮ ਵੇਦ ਕਤੇਬ। ਦੇਵਤੇ ਜਿਨ੍ਹਾਂ ਦੀ ਪੂਜਾ ਕਰਦੇ ਨੇ ਲੋਕ, ਉਹਨਾਂ ਨੇ ਕਿਹੜਾ ਉਹਦਾ ਭੇਦ ਜਾਣੇ। ਆਮ ਲੋਕ ਤਾਂ ਦੇਵਤਿਆਂ ਨੂੰ ਬਹੁਤ ਮੰਨਦੇ ਨੇ, ਦੇਵਤਿਆਂ ਦੀ ਪੂਜਾ ਕਰਦੇ ਨੇ ਵੀ ਦੇਵਤੇ ਬਹੁਤ ਸ੍ਰੇਸ਼ਟ ਨੇ, ਬਈ ਦੇਵਤਾ ਨਹੀਂ ਬਣਿਆ ਜਾ ਸਕਦਾ। ਖੁਦ ਦੇਵਤੇ ਵੀ ਭੇਦ ਨਹੀਂ ਜਾਣਦੇ ਜਿਹਨਾਂ ਨੂੰ ਅਸੀਂ ਸ੍ਰੇਸ਼ਟ ਮੰਨਦੇ ਹਾਂ। ਦੇਵ ਭੇਵ ਨਾ ਜਾਣਹੀ ਉਹਦਾ ਭੇਦ ਨਹੀਂ ਜਾਣਦੇ। ਜਿਹ ਮਰਮ ਵੇਦ ਕਤੇਬ। ਨਾ ਵੇਦ ਕਤੇਬ ਉਹਦਾ ਮਰਮ ਪਾਇਆ, ਖੋਜ ਸਕੇ ਨੇ, ਖੋਜ ਕੇ ਤੁਹਾਨੂੰ ਦੇ ਦਿੰਦੇ ਵੀ ਆ ਖੜਾ ਲੈ ਲਓ। ਮਰਮ ਨਹੀਂ ਜਾਣ ਸਕੇ, ਭੇਦ ਨਹੀਂ ਜਾਣ ਸਕੇ ਉਹਦਾ। ਸਨਕ ਔ ਸੰਕੇਸ ਨੰਦਨ ਪਾਵਹੀ ਨਾ ਹਸੇਬ। ਸਨਕ ਔਰ ਸੰਕੇਤ ਨੰਦਨ। ਸਨਕ ਹੁੰਦਾ ਇਹ ਚਾਰ ਬ੍ਰਹਮਾ ਦੇ ਪੁੱਤ ਬਣੇ ਨੇ। ਨਾਰਦ ਨੂੰ ਵੀ ਵਿੱਚੇ ਰਗੜੀ ਜਾਂਦੇ ਨੇ। ਇਹ ਨਾਰਦ ਤਾਂ ਹੈ ਨਹੀਂ, ਵਿੱਚ ਨਾਰਦ ਉਹਨੂੰ ਕਹੀ ਜਾਂਦੇ ਨੇ ਐਵੇਂ ਹੀ ਖਾਮ ਖਾ। ਨਾਰਦ ਹੈਗਾ ਬ੍ਰਹਮ ਗਿਆਨੀ ਅਲੱਗ। ਨਾਰਦ ਦਾ ਖੁਰ ਜਿਹੜਾ ਅਸਲੀ ਨਾਰਦ ਹੈ ਉਹ ਤਾਂ ਅਸਲੀ ਬ੍ਰਹਮ ਹੈ। ਨਾਰਦ ਵਚਨ ਨਾਰਦੀ ਭਗਤੀ ਹੈ, ਗੁਰਮਤਿ ਨਾਰਦੀ ਭਗਤੀ ਹੈ। ਭਗਤ ਨਾਰਦੀ ਹਿਰਦੇ ਨਾਲ ਉਪਜੀ। ਸਨਕ ਸਨੰਦਨ ਜੋ ਇੱਕ ਨੂੰ ਨਾਰਦ ਬਣਾਈ ਬੈਠੇ ਨੇ। ਸਨਕ ਸਨੰਦਨ ਸੰਤਕਾਰ ਔਰ ਸਨਾਤਨ ਚਾਰ ਇਹ ਚੇਲੇ ਨੇ ਬ੍ਰਹਮਾ ਦੇ। ਇਹਨਾਂ ਨੇ ਵੀ ਨਹੀਂ ਭੇਦ ਜਾਣਿਆ ਜਾਂ ਇਹਨਾਂ ਨੇ ਬ੍ਰਹਮਾ ਨੇ ਨਹੀਂ ਜਾਣਿਆ। ਅਸਲ 'ਚ ਬ੍ਰਹਮਾ ਇਹਨਾਂ ਦਾ ਉਹ ਹੈ ਜਿਹਨੇ ਬ੍ਰਹਮ ਗਿਆਨ ਤੋਂ ਬਿਨਾਂ ਵਾਕੀ ਲਿਖਿਆ ਸਭ ਕੁਛ। ਵਿਦਵਾਨ ਹੈ ਉਹ, ਸੰਸਾਰੀ ਵਿਦਿਆ, ਆਯੁਰਵੈਦਿਕ ਸਾਰੀ ਜਾਣਦਾ। ਚਾਹੇ ਤਾਰਿਆਂ ਦਾ ਗਿਆਨ ਜਾਣਦਾ, ਇਹ ਜਾਣਦਾ, ਉਹ ਜਾਣਦਾ, ਸਾਰੇ ਕੱਢ ਲੈਂਦਾ ਵੀ ਗ੍ਰਹਿਣ ਕਦੋਂ ਲੱਗੂ, ਇਹ ਕਰੂ, ਹੋਰ ਸਭ ਕੁਝ ਜਾਣਦਾ। ਆਤਮ ਗਿਆਨੀ ਨਹੀਂ ਹੈ ਇਹਨਾਂ ਦਾ ਬ੍ਰਹਮ ਹੈ ਜਿਹੜਾ, ਜਿਹਨੂੰ ਅਸੀਂ ਕਹਿੰਦੇ ਆ ਬ੍ਰਹਮ ਗਿਆਨੀ। ਗੁਰਮਤਿ ਜਿਹਨੂੰ ਬ੍ਰਹਮਾ ਕਹਿੰਦੀ ਹੈ ਉਹ ਆਤਮ ਗਿਆਨੀ ਹੈ। ਉਹ ਨਾਰਦ ਹੈ, ਉਹ ਨਾਰਦ ਦੀ ਭਗਤੀ ਹੈ। ਨਾਰਦ ਦਾ ਮਤਲਬ ਹੈ ਉਹਦੀ ਗੱਲ ਨੂੰ ਕੋਈ ਰੱਦ ਨਹੀਂ ਕਰ ਸਕਦਾ, ਜਿਹਦੀ ਕੋਈ ਗੱਲ ਨੂੰ ਕੱਟ ਨਹੀਂ ਸਕਦਾ, ਰੱਦ ਨਹੀਂ ਕਰ ਸਕਦਾ। ਸੱਚ ਹੈ ਜਿਹਦੇ ਕੋਲ, ਉਹ ਨਾਰਦ ਹੈ। ਸੱਚੀ ਮੱਤ ਦਾ ਨਾਮ ਨਾਰਦੀ ਮੱਤ ਹੈ, ਨਾਰਦੀ ਭਗਤੀ ਹੈ। ਗੁਰਬਾਣੀ ਨਾਰਦੀ ਭਗਤੀ ਹੈ। ਕਬੀਰ ਕਹਿੰਦਾ ਭਗਤ ਨਾਰਦੀ ਹਿਰਦੇ ਨ ਉਪਜੀ। ਹਿਰਦੇ ਚੋਂ ਪੈਦਾ ਹੁੰਦੀ ਹੈ ਭਗਤ ਨਾਰਦੀ, ਬਾਹਰੋਂ ਨਹੀਂ ਲਈ ਜਾਂਦੀ। ਬਾਹਰੋਂ ਤਾਂ ਸਿਰਫ ਇਹ ਦੱਸਿਆ ਜਾਂਦਾ ਕਿ ਹਿਰਦੇ ਚੋਂ ਮਿਲੂਗੀ। ਇਹ ਬਾਹਰੋਂ ਤਾਂ ਸਮਝਾਇਆ ਜਾਂਦਾ ਵੀ ਇਹ ਪ੍ਰਾਪਤ ਕਿੱਥੋਂ ਕਰਨੀ ਹੈ, ਕਿਵੇਂ ਕਰਨੀ ਹੈ। ਖਜ਼ਾਨਾ ਸਾਰਿਆਂ ਦੇ ਅੰਦਰ ਹੈ, ਭਗਤੀ ਦਾ ਦੱਬਿਆ ਹੋਇਆ। ਸਾਰਿਆਂ ਦੇ ਥੱਲੇ ਪਾਣੀ ਹੈ, ਜ਼ਮੀਨ ਦੇ ਮਿੱਟੀ 'ਚ। ਆਪਣੇ ਆਪਣੇ ਵਿਹੜੇ, ਚਾਹੇ ਗਏ ਦਾ ਵਿਹੜੇ ਵੀ ਇੱਕੋ ਜਿਹੇ ਨੇ, ਐਵੇਂ ਲੱਗਦਾ ਛੋਟਾ ਬੜਾ ਵੀ। ਵਿਹੜੇ ਵੀ ਇੱਕੋ, ਹਿਰਦੇ ਵੀ ਇੱਕੋ ਜਿਹੇ ਨੇ, ਮਤ ਵੀ ਇੱਕੋ ਜਿਹੀ ਹੈ, ਗਿਆਨ ਵੀ ਇੱਕੋ ਜਿਹਾ, ਸਭ ਕੁਛ ਜੋਤ ਇੱਕੋ ਜਿਹੀ ਹੈ ਸਾਰਿਆਂ 'ਚ ਪਾਈ ਹੋਈ। ਵੱਧ ਘੱਟ ਕਿਸੇ ਨੂੰ ਕੁਛ ਨਹੀਂ ਦਿੱਤਾ ਹੋਇਆ। ਤੁਸੀਂ ਆਪਣੇ ਅੰਦਰ ਵਿਹੜੇ 'ਚ ਬੋਰ ਕਰ ਲਓ, ਪਾਣੀ ਉੱਥੇ ਵੀ ਹੈਗਾ ਥੱਲੇ। ਖੂਹ ਲਾ ਲਓ, ਆਪਣੇ ਲਾ ਲਓ ਵਿਹੜੇ 'ਚ, ਪਰ ਲਾਉਣਾ ਆਪਣੇ 'ਚ ਪਊਗਾ। ਜਿਹੜਾ ਸੁਣਿਆ ਹੋਇਆ ਗਿਆਨ ਹੋਰ ਹੈ। ਸੁਣਿਆ ਹੋਇਆ ਗਿਆਨ ਹੁੰਦਾ ਅੰਦਰੋਂ, ਜਿਹੜਾ ਪ੍ਰਾਪਤ ਹੁੰਦਾ ਉਹ ਨਾਮ ਹੁੰਦਾ। ਸੁਣਿਆ ਹੋਇਆ ਤਾਂ ਗਿਆਨ ਹੈ। ਕੰਨਾਂ ਨੂੰ ਨਾਮ ਜਿਹੜਾ ਹੁੰਦਾ ਸੁਣਿਆ ਹੋਇਆ ਉਹਨੂੰ ਗਿਆਨ ਕਹਿੰਦੇ ਨੇ। ਤਤ ਗਿਆਨ ਕੰਨਾਂ ਨਾਲ ਸੁਣਿਆ ਜਾਂਦਾ। ਕੰਨਾਂ ਨਾਲ ਸੁਣੀ ਜਾਂਦੀ ਹੈ ਗੁਰਬਾਣੀ, ਉਹਨੂੰ ਮੰਨਣਾ ਪੈਂਦਾ। ਮੰਨ ਕੇ ਫਿਰ ਖੋਦਣਾ ਪੈਂਦਾ ਅੰਦਰ, ਆਪਣੇ ਅੰਦਰੋਂ ਹੀ ਪ੍ਰਾਪਤ ਹੁੰਦਾ ਨਾ, ਬਾਹਰੋਂ ਨਹੀਂ ਕਦੇ ਪ੍ਰਾਪਤ ਹੋਇਆ ਕਿਸੇ ਨੂੰ। ਬਾਹਰੋਂ ਨਾਮ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਨਾਮ ਦੀ ਜਾਣਕਾਰੀ ਬਾਹਰੋਂ ਪ੍ਰਾਪਤ ਹੁੰਦੀ ਹੈ। ਗੁਰਬਾਣੀ ਜਾਣਕਾਰੀ ਹੈ ਨਾਮ ਦੀ। ਗੁਰਬਾਣੀ ਦੇ ਨਾਮ ਦੀ ਜਾਣਕਾਰੀ ਹੈ। ਬਿਨਾਂ ਕੰਨਾਂ ਤੇ ਸੁਣਨ ਵਾਲਾ ਨਾਮ ਹੈ ਉਹ। ਇਹ ਤਾਂ ਕੰਨਾਂ ਨਾਲ ਸੁਣਨ ਵਾਲੀ ਹੈ ਸਾਰੀ। ਉਹ ਬਾਣੀ ਹੈ, ਇਹ ਗੁਰਬਾਣੀ ਹੈ। ਇਹ ਤਾਂ ਮੂੰਹ ਨਾਲ ਉਚਾਰੀ ਹੋਈ ਹੈ ਕਿਸੇ ਬੰਦੇ ਦੀ। ਜਿਹਨੇ ਅੰਦਰੋਂ ਨਾਮ ਲੈ ਲਿਆ ਉਹਨੇ ਦੱਸਿਆ ਵੀ ਐਂ ਮਿਲਦਾ ਹੁੰਦਾ ਹੈ, ਇਹੋ ਜਿਹਾ ਹੁੰਦਾ ਹੈ। ਪਾਵਹੀ ਨਾ ਹਸੇਬ। ਪਾਵਹੀ ਨਾ ਸੇਬ। ਹਸੇਬ
ਪਾ ਵੀ ਨਾ ਹਿਸਾਬ ਨਹੀਂ ਪਾ ਲਾ ਸਕਦੇ ਉਹਦਾ। ਹਿਸਾਬ ਲਾਉਂਦੇ ਜੋਤਿਸ਼ ਵਾਲੇ। ਜੋਤਿਸ਼ ਕੀ ਹਿਸਾਬ ਹੈ, ਉਹਦਾ ਕੋਈ ਹਿਸਾਬ ਨਹੀਂ ਲਾ ਸਕਦਾ। ਜਛ ਕਿਨਰ ਮਛ ਮਾਨਸ ਮੁਰਗ ਉਰਗ ਅਪਾਰ। ਜਛ ਕਿੰਨਰ ਮਛ ਮਾਨਸ ਮੱਛ ਮਾਨਸ, ਮਾਨਸ ਆਦਮੀ, ਮੱਛ ਮੁਰਗ ਉਰਗ ਅਪਾਰ। ਮੁਰਗ ਉਰਗ, ਸਮਝੇ ਨੀ? ਇਹ ਅਪਾਰ ਪੈਦਾ ਹੋਏ ਨੇ, ਅਪਾਰ ਨੇ। ਇਹ ਜਿਹੜੇ ਜੱਛ ਵਗੈਰਾ ਨੇ ਨਾ, ਇਹ ਆਦਮੀ ਹੋਣੇ ਸਾਰੇ ਹੀ ਅਸਲ 'ਚ। ਇਹ ਮੱਛ ਵੀ ਆਦਮੀ ਹੋਈ ਹੈ। ਇਹ ਸਾਰੇ ਅਵਤਾਰ ਆਦਮੀ ਦੇ ਰੂਪ 'ਚ ਹੋਏ ਨੇ, ਜਾਨਵਰਾਂ ਦੇ ਰੂਪ 'ਚ ਨਹੀਂ ਹੋਏ ਅਵਤਾਰ। ਇਹ ਜਿਵੇਂ ਜਿਹੜਾ ਪਾਣੀ 'ਚ ਰਹਿਣ ਵਾਲਾ ਹੈ, ਜਿਵੇਂ ਕਬੀਰ ਕਹਿੰਦੇ ਜਲ ਕੀ ਮਛਲੀ ਤਰਬਰ ਵਿਆਈ। ਇਹ ਗੁਣਵਾਚਕ ਨਾਮ ਹੈ ਮਾਛੇ ਦਾ, ਜਿਹੜਾ ਨਾਮ ਦੇ ਵਿੱਚ ਰਹਿਣ ਕਰਕੇ ਮੱਛ ਹੈ। ਜੋ ਜਲ ਛਾੜ ਬਾਹਰ ਪਿਓ ਬੀਨਾ ਮੱਛ ਨੂੰ ਕਹਿੰਦੇ ਨੇ। ਜਿਵੇਂ ਕਹਿੰਦੇ ਮੱਛ ਜਲ ਨੂੰ ਛੱਡ ਕੇ ਬਾਹਰ ਚਲੇ ਜਾ, ਬਾਹਰ ਤਾਂ ਮਰ ਜੂਗਾ ਉਹ, ਪਰ ਮਰੂ ਨਾ, ਬਾਹਰ ਤੜਫੂ। ਇਸ ਕਰਕੇ ਮੱਛੇ ਅਵਤਾਰ ਹੈ। ਜਾਂ ਅਵਤਾਰ ਹੈ ਫਿਰ ਇਹ ਮੱਛੇ ਹੈ, ਫਿਰ ਨਹੀਂ ਪਾਣੀ ਦੇ ਬਾਹਰ ਜਾਂਦਾ। ਪਾਣੀ ਦੇ ਜਿੰਨਾ ਚਿਰ ਬਾਹਰ ਹੈ ਮਰਦਾ ਜੰਮਦਾ ਰਹਿੰਦਾ। ਇਹ ਗੁਣਵਾਚਕ ਨਾਮ ਨੇ। ਇਵੇਂ ਕੱਛ ਹੈ, ਕਹਿੰਦਾ ਜਦੋਂ ਰੁੜ ਗਿਆ ਸਮੁੰਦਰ, ਉਹ ਜਿਹੜਾ ਸੀਗਾ ਸੁਮੇਰ ਪਰਬਤ, ਇਹਦੀ ਖੋਪੜੀ ਤੇ ਖੜਾ ਸੀ, ਕੱਛੂ ਦੀ ਖੋਪੜੀ ਤੇ। ਉਹ ਕੱਛੂ ਦੀ ਖੋਪੜੀ, ਜਿਹਦੀ ਖੋਪੜੀ ਤੇ ਸਾਰਾ ਜਿਹਨੇ ਵਿਚਾਰਿਆ ਨਾ ਗੁਰਮਤ ਸਾਰੀ, ਉਹਦੀ ਖੋਪੜੀ ਤੇ ਖੜਾ ਹੈ ਉਹ ਸੁਮੇਰ ਪਰਬਤ। ਉਹ ਸਿਰ ਖੋਪੜੀ ਹੁੰਦੀ ਹੈ, ਉਹਦੀ ਖੋਪੜੀ ਤੇ ਭਾਰ ਆਇਆ ਸਾਰਾ ਵਿਚਾਰਨ ਦਾ, ਜਿਹਨੂੰ ਵਿਚਾਰਿਆ। ਕੱਛੂ ਫਿਰ ਕਾਹਤੇ ਖੜਾ ਸੀ? ਇਹਨਾਂ ਦੇ ਉਹ ਵਿਧਾਨੀ ਨੂੰ ਮੰਨ ਲਈਏ। ਬੰਦੇ ਕਿੱਥੇ ਖੜੇ ਸੀ? ਸੁਮੇਰ ਪਰਬਤ ਤਾਂ ਸਮੁੰਦਰ ਲਟਕਦੇ ਸੀ, ਤੇ ਬੰਦੇ ਕਿੱਥੇ ਖੜੇ ਸੀ? ਉਹ ਤਾਂ ਗੱਲ ਬਣਦੀ ਹੋਈ ਨਹੀਂ ਜਿਹੜੀ ਇਹ ਕਹਿੰਦੇ ਨੇ। ਪਹਿਲਾਂ ਤਾਂ ਖੀਰ ਸਾਗਰ ਹੀ ਨਹੀਂ ਹੈ ਸੰਸਾਰ ਦੇ ਉੱਤੇ। ਖੀਰ ਹੁੰਦਾ ਦੁੱਧ ਦਾ ਸਾਗਰ, ਦੁੱਧ ਬੁਲਾਉਣਾ, ਛੱਪੜ ਦਾ ਪਾਣੀ ਤਾਂ ਬੁਲਾਉਣਾ ਨਹੀਂ, ਆਹ ਸਮੁੰਦਰ ਦਾ ਬੁਲਾਉਣਾ ਨਹੀਂ ਸੀ। ਦੁੱਧ ਦਾ ਸਮੁੰਦਰ ਕਿਤੇ ਹੈ ਉਹ ਨਹੀਂ। ਗੁਰਮਤ ਬੁਲਾਉਣੀ ਸੀ, ਆਹੀ ਦੁੱਧ ਹੈ। ਇਹ ਖੋਪੜੀ ਫਿਰ ਕੱਛੂ ਦੀ ਖੋਪੜੀ ਨਹੀਂ, ਅਸਲ ਦੀ ਖੋਪੜੀ ਹੈ। ਖੋਪੜੀ ਪੁੱਠੀ ਕਰ ਲਈਏ ਨਾ, ਉਹਦੇ ਵਿੱਚ ਪੈਂਦਾ ਕੁਛ ਨਾ। ਉਹ ਗੱਲਾਂ ਹੋਰ ਨੇ। ਕੱਛੂ ਦੀ ਵੀ ਆਪਾਂ ਖੋਪੜੀ ਕਹਿ ਦਿੰਦੇ, ਬੰਦੇ ਦੇ ਵੀ ਖੋਪੜੀ ਹੈ, ਸਭ ਤੇ ਖੋਪੜੀ ਨਹੀਂ ਹੈ। ਇਹੋ ਜਿਹੀਆਂ ਗੱਲਾਂ ਨੇ। ਬੁਝਾਰਤਾਂ ਉਸ ਵੇਲੇ ਕਹਿਤੀਆਂ, ਹੁਣ ਐ ਲੱਗਦਾ ਉਹ ਗੱਲਾਂ ਪੱਕੀਆਂ ਹੋ ਗਈਆਂ। ਉਹ ਇੱਕ ਬੋਲੀ ਗਏ ਉਹੀ ਪੱਕੀਆਂ ਹੋ ਗਈਆਂ ਗੱਲਾਂ। ਸਾਰੀਆਂ ਗੱਲਾਂ ਕਹੀਆਂ ਆ, ਜੋ ਜਲ ਛਾੜ ਬਾਹਰ ਪਿਓ ਵੀ ਨਾ, ਪਿਛਲੇ ਜਨਮ ਹੋ ਤਪਕਾ ਹੀ ਨਾ। ਪਿੱਛੇ ਤਾਂ ਮੇਰੇ ਤਪ ਕੀਤਾ ਨਹੀਂ ਸੀ, ਤਪਕਾ ਹੀ ਨਾ ਸੀ। ਅਬ ਕਹੋ ਰਾਮ ਕਵਣਗਾ ਤਮੋਰੀ, ਹੁਣ ਤਾਂ ਮੈਂ ਤਪ ਕਰ ਲਿਆ, ਹੁਣ ਦੱਸ ਮੇਰੀ ਕੀ ਹਾਲਤ ਹੋਊ ਗਾਹ ਨੂੰ, ਅੱਗੇ ਨੂੰ ਦੱਸ ਮੇਰਾ ਕੀ ਬਣਾਏਗਾ। ਤਜਲੇ ਬਨਾਰਸ ਮਤ ਭਈ ਥੋੜੀ, ਹੁਣ ਮੈਂ ਬਨਾਰਸ ਛੱਡਤਾ। ਜਿੰਨਾ ਚਿਰ ਜਿਹਨੇ ਬਨਾਰਸ ਨਹੀਂ ਛੱਡਿਆ, ਉਹਦਾ ਸੰਸਾਰ ਚੋਂ ਖੜਾ ਨਹੀਂ ਛੱਡ ਸਕਦਾ। ਉਹਨੂੰ ਗੁਰਮਤਿ, ਉਹਨੂੰ ਨਾਮ ਨਹੀਂ ਮਿਲ ਸਕਦਾ। ਤਜਲੇ ਬਨਾਰਸ, ਮੈਂ ਤਾਂ ਛੱਡਤੀ ਬਨਾਰਸ, ਤਜਤੀ ਬਨਾਰਸ। ਬਨਾ ਰਸ, ਮੇਰੇ ਅੰਦਰ ਰਸ ਪੈਦਾ ਹੋ ਗਿਆ ਨਾਮ ਦਾ। ਤਜੀਲੇ ਤਜ ਦਿੱਤੀ, ਕਾਸ਼ੀ ਤਜਤੀ, ਰਸ ਅੰਦਰ ਪੈਦਾ ਹੋ ਗਿਆ, ਰਸ ਮਿਲ ਗਿਆ, ਨਾਮ ਰਸ ਉੱਥੋਂ ਮਿਲਿਆ ਜਾ ਕੇ ਮਗਰ ਤੋਂ। ਮਤ ਭਾਈ ਥੋੜੀ ਥੋੜੀ ਅਕਲ ਵੀ ਆ ਗਈ। ਪਹਿਲਾਂ ਬੇਅਕਲ ਸੀ, ਜਿਹੜੀ ਅਕਲ ਮਾੜੀ ਮੋਟੀ ਹੁੰਦੀ ਹੈ ਉਹਨੂੰ ਵੀ ਮਾਰ ਦਿੰਦੇ ਨੇ ਤਾਂ ਸੰਤ। ਬਾਲਾ ਵਾਲੇ ਔਰ ਸਮਾਧੀ ਵਾਲੇ ਔਰ ਹੋਰ ਜਿੰਨੀਆਂ ਬੱਤਾਂ ਵਾਲੇ ਨੇ, ਜੇ ਥੋੜੀ ਬਹੁਤੀ ਅਕਲ ਹੋਵੇ ਉਹਨੂੰ ਮਾਰ ਦਿੰਦੇ ਨੇ, ਤਾਂ ਉਹਨਾਂ ਦੇ ਬਸ 'ਚ ਰਹੂ ਆਦਮੀ, ਨਹੀਂ ਉਹ ਤੇ ਬਾਗੀ ਹੋ ਜੂਗਾ ਉਹਨਾਂ ਦੇ। ਜਿੰਨਾ ਚਿਰ ਉਹਦੀ ਅਕਲ ਮਾਰ ਨਾ ਦੇਣ, ਉਹਨੂੰ ਚੇਲਾ ਨਹੀਂ ਬਣਾ ਸਕਦੇ। ਇਹ ਭਜਾ ਦਿੰਦੇ ਨੇ ਵੀ ਤੂੰ ਕਾਬਲੇ ਨਹੀਂ ਹੈਗਾ। ਉਹਨਾਂ ਨੂੰ ਪਤਾ ਵੀ ਇਹਨੇ ਕਬੀਰ ਉਹੀ ਗੱਲ ਹੋਈ ਨਾ, ਚੇਲਾ ਦਾ ਪਾੜ ਲਿਆ, ਫਿਰ ਉਹ ਮੰਨਿਆ ਨਹੀਂ। ਉਹਨਾਂ ਨੇ ਕਹਿਤਾ ਸਿਆਪਾ ਖੜਾ ਕਰ ਲਿਆ ਸੀ।
ਉਹੀ ਭਗਤ ਬਣ ਗਿਆ ਇਹਨਾਂ ਦੀ ਇਹੀ ਤੇ ਫੇਰਤੀ ਫੜ ਕੇ। ਉਹ ਤਾਂ ਇਹਨਾਂ ਤੋਂ ਨਿਕਲ ਜਾਂਦਾ ਫਿਰ ਆਦਮੀ ਇਹਨਾਂ ਦੇ ਹੱਥਾਂ 'ਚੋਂ, ਜਿਵੇਂ ਨਿਆਣਾ ਆਪਣੇ ਹੱਥਾਂ 'ਚੋਂ ਨਿਕਲ ਜਾਂਦਾ, ਕਹਿੰਦੇ ਇਹਨੂੰ ਹੁਣ ਸਾਂਭੋ, ਹੱਥਾਂ 'ਚੋਂ ਨਿਕਲ ਜਾਊਗਾ, ਇਹ ਤਾਂ ਬਣ ਜਾਊਗਾ ਡਾਕੂ। ਉਹਨਾਂ ਦੇ ਹੱਥਾਂ 'ਚੋਂ ਨਿਕਲ ਗਿਆ ਕਬੀਰ। ਹੱਥਾਂ 'ਚੋਂ ਨਿਕਲਣ ਵਾਲਾ ਆਦਮੀ ਨੂੰ ਨਹੀਂ ਪਾਲਦੇ ਚੇਲਾ। ਇਹ ਨਿਕਲ ਨਹੀਂ, ਆਦਮੀ ਨਾਲ ਨਿਕਲ ਜਾਣਾ ਇਹਨਾਂ 'ਚੋਂ, ਗਿਆਨਵਾਨ ਨਾ ਹੋ ਜਾਣ। ਇਹ ਗਿਆਨਵਾਨ ਹੋਣਾ ਨਹੀਂ ਦਿੰਦੇ। ਗਿਆਨਵਾਨ ਹੋਏ ਪਰ ਇਹਨਾਂ ਦੀ ਦਾੜੀ ਨੂੰ ਹੱਥ ਉਹਨਾਂ ਨੇ ਪਾਇਆ। ਇਹਨਾਂ ਦੇ ਜਿਹੜਾ ਅਗਿਆਨਤਾ ਨੂੰ ਹੱਥ ਪਾਇਆ, ਦਾੜੀ ਨੂੰ ਹੱਥੇ ਆ। ਉਹ ਦਾੜੀ ਬੁੱਧੀ ਹੁੰਦੀ ਹੈ ਗੁਰਬਾਣੀ ਦੇ ਵਿੱਚ, ਦਾੜੀ ਬੁੱਧੀ ਨੂੰ ਕਹਿੰਦੇ ਨੇ। ਜੇ ਤੇਰੀ ਬੁੱਧੀ ਦੀ ਬੇਇੱਜ਼ਤੀ ਕਰਤੀ ਵੀ ਇਹ ਗਲਤ ਕਹਿਣਾ, ਤੂੰ ਦਾੜੀ ਨੂੰ ਹੱਥੇ ਹੈ। ਜਦ ਗੱਲ ਕੱਟ ਦੇਣੀ ਹੈ ਨਾ ਮਾਂ ਬਾਪ ਦੀ, ਬੇਇੱਜ਼ਤੀ ਕਰ ਦੇਣੀ, ਦਾੜੀ ਨੂੰ ਹੱਥੇ ਹੁੰਦਾ। ਨਹੀਂ ਜੀ ਇਹ ਗੱਲ ਹੀ ਠੀਕ ਹੈ ਤਾਂ ਗਲਤ ਹੈ, ਤਾਂ ਤੁਸੀਂ ਪੁਰਾਣੀਆਂ ਗੱਲਾਂ ਨਹੀਂ ਫਿਰਦੇ ਹੋ। ਗੱਲ ਅਸਲੀ ਆਹ ਹੈ, ਉਹਦੇ ਕਰਤੀ ਇਹੀ ਤੇ ਗੁਰੂ ਦੀ, ਗੁਰੂ ਕਾ ਤਾਂ ਰਹਿ ਗਿਆ ਉਹ। ਇਹ ਨਹੀਂ ਆਇਆ ਹੁਣ ਦਿੰਦੇ ਹੁੰਦੇ ਕੰਮ। ਇਹ ਤਾਂ ਬੜੀ ਸਿਗੜੀ ਰੱਖਦੇ ਨੇ, ਉਹ ਜਿਹਨੂੰ ਤਾਂ ਬੁਝਾ ਦਿੰਦੇ ਨੇ ਪਹਿਲਾਂ ਹੀ। ਨੇਤ ਨੇਤ ਪੁਕਾਰ ਹੀ ਸ਼ਿਵ ਸ਼ੰਕਰ ਔ ਮੁਖਚਾਰ। ਉਹਨੂੰ ਤਾਂ ਬੇਅੰਤ ਬੇਅੰਤ ਕਹਿੰਦੇ ਨੇ, ਸ਼ਿਵ ਵੀ ਸ਼ੰਕਰ ਵੀ ਬ੍ਰਹਮਾ ਵੀ। ਮੁਖਚਾਰ ਬ੍ਰਹਮਾ ਨੂੰ ਕਹਿੰਦੇ ਨੇ, ਔ ਮੁਖਚਾਰ। ਮੁਖਚਾਰ ਸ਼ਿਵ ਸ਼ੰਕਰ 4 ਪ੍ਰਕਾਰ ਦਾ ਗਿਆਨ ਹੈ ਨਾ ਉਹਦੇ ਕੋਲ, ਉਹਨੂੰ ਮੁਖਚਾਰ ਕਹਿੰਦੇ ਨੇ। ਨੇਤ ਨੇਤ ਪੁਕਾਰ ਹੀ ਬੇਅੰਤ ਬੇਅੰਤ ਕਹਿੰਦੇ ਨੇ ਤੈਨੂੰ ਇਹ। ਸ਼ਿਵ ਸ਼ੰਕਰ ਔ ਮੁਖਚਾਰ। ਸ਼ਿਵ ਸ਼ੰਕਰ ਔ ਮੁਖਚਾਰ। ਉਹ ਸ਼ਿਵ ਤਾਂ ਕਹਿੰਦੇ ਨੇ, ਸ਼ਿਵ ਦੇ ਨਾਲ ਸ਼ੰਕਰ ਲਾਇਆ। ਅਸਲੀ ਸ਼ਿਵ ਨੇ ਕਿਹਾ, ਅਸਲੀ ਸ਼ਿਵ ਨਾਲ ਸ਼ੰਕਰ ਨਹੀਂ ਲੱਗਦਾ। ਇਹ ਸ਼ੰਕਰ ਹੈ, ਸ਼ੰਕਾਵਾਦੀ ਹੈ, ਜੋ ਸ਼ੰਕਾ ਹੈ। ਪਰ ਭਰਮ ਹੈ ਇਹਦੇ ਅੰਦਰ, ਸ਼ਿਵ ਦੇ ਅੰਦਰ ਭਰਮੇ ਪੂਲਾ ਦਾ ਇਹਦੇ ਸਤਾਉਂਦਾ ਫਿਰਦਾ ਜੋ ਹੈ ਸ਼ਿਵ। ਉਹ ਸ਼ਿਵ ਨਹੀਂ ਹੈਗਾ। ਇਹ ਜਿਹਨੂੰ ਕਹੇ ਸ਼ਿਵ ਸ਼ਕਤਾ ਆਪ ਪਾਏ ਕੇ, ਉਹ ਨਹੀਂ ਹੈਗਾ ਸ਼ਿਵ। ਜਿਵੇਂ ਖਾਲਸਾ ਆਪਾਂ ਆਪਣੇ ਆਪ ਨੂੰ ਕਹਿ ਦਿੰਦੇ ਹਾਂ, ਐ ਸ਼ਿਵ ਕਹਿ ਦਿੰਦੇ ਨੇ। ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜਹ ਜਾਪ। ਸਾਰੇ ਸੱਤਾਂ ਪਤਾਲਾਂ ਦੇ ਥੱਲੇ ਥੱਲੇ, ਧਰ ਥੱਲੇ ਥੱਲੇ ਉਹਦਾ ਜਾਪ ਹੈ, ਉੱਪਰ ਨਹੀਂ ਹੈ। ਉੱਪਰ ਤਾਂ ਸੱਚਖੰਡ ਹੈ। 7 ਪਤਾਲਾਂ ਦੇ ਥੱਲੇ, 7 ਪਤਾਲ ਸੱਚਖੰਡ ਤੋਂ ਥੱਲੇ ਥੱਲੇ ਨੇ। 7 ਭਾਗ ਬਣਾਏ ਨੇ ਉਹਨਾਂ ਨੇ। 7 ਪੌੜੀਆਂ ਮੰਨਦੇ ਤੇ ਪਹਿਲਾਂ। ਕਹਿੰਦੇ ਹੁੰਦੇ ਤਾਂ ਨਾ ਜਿਹੜੇ ਸਾਧ ਨੇ, ਉਹਨਾਂ ਨੂੰ ਸਮਝ ਨਹੀਂ ਸੀ ਗੁਰਬਾਣੀ ਦੀ। ਉਹ 7 ਪਤਾਲ ਸਪਤ ਆਕਾਸ਼ ਮੰਨਦੇ ਸੀ। ਉਹ ਕਹਿੰਦੇ ਹੁੰਦੇ ਤੇ 7 ਪੌੜੀਆਂ ਸੁਰਗ ਨੂੰ ਲਾਈਆਂ ਬਾਬੇ ਨਾਨਕ ਨੇ। ਉਹ ਜਾਈ ਬਾਬੇ ਨਾਨਕ ਦਾ ਜਾਪ ਇਹ ਕਰਦਾ। ਉਹ ਹਿੰਦੂ ਮਤ ਹੈ। ਜਿਹੜਾ ਕਹਿੰਦਾ ਉੱਚਾ ਦਰ ਬਾਬੇ ਨਾਨਕ ਦਾ, ਇਹ ਵੀ ਹਿੰਦੂ ਮਤ ਹੈ। ਉਹਨੂੰ ਹੁਣ ਕੌਣ ਦੱਸੇ ਵੀ ਹਿੰਦੂ ਮਤ ਹੈ? ਉਹਨੂੰ ਕਿਹੜਾ ਪਤਾ ਹੈ ਹਿੰਦੂ ਮਤ ਦਾ ਸਿੱਖ ਮਤ 'ਚ ਕੀ ਫਰਕ ਹੈ? ਉਹਨੂੰ ਅਲਰਜੀ ਤਾਂ ਹੈ ਹਿੰਦੂਆਂ ਨਾਲ ਜ਼ਰੂਰ, ਪਰ ਸਿੱਖ ਮਤ ਦਾ ਹਿੰਦੂ ਮਤ ਦਾ ਨਹੀਂ ਗਿਆਨ ਹੈਗਾ। ਇਹਨਾਂ ਕਿਸੇ ਨੂੰ ਵੀ ਨਹੀਂ ਹੈ ਹਿੰਦੂ ਮਤ ਕੀ ਹੈ, ਸਿੱਖ ਮਤ ਕੀ ਹੈ। ਹਿੰਦੂ ਮਤ ਨੂੰ ਅਲਰਜੀ ਹੈ ਹਿੰਦੂ ਮਤ ਨਾਲੋਂ। ਕਈ ਵਾਰ ਸਿੱਖ ਮਤ ਨਾਲ ਅਲਰਜੀ ਹੈ, ਹਿੰਦੂ ਮਤ ਸਮਝ ਲੈਂਦੇ ਨੇ ਉਹਨੂੰ। ਜਿਵੇਂ ਆ ਸਮਝ ਲਿਆ ਚੰਡੀ ਚਰਿੱਤਰ ਨੂੰ, ਚੰਡੀ ਦੀ ਵਾਰ ਨੂੰ ਸਮਝ ਲਿਆ ਨਾ, ਦਸਮ ਗ੍ਰੰਥ ਨੂੰ। ਜੇ ਇਹਨਾਂ ਨੂੰ ਹਿੰਦੂ ਮਤ ਦਾ ਸਿੱਖ ਮਤ ਦਾ ਗਿਆਨ ਹੁੰਦਾ ਤਾਂ ਇਹਨੂੰ ਇਹਦੇ ਖਿਲਾਫ ਕਿਉਂ ਹੁੰਦੇ? ਸਿੱਖ ਮਤ ਦਾ ਹਿੰਦੂ ਮਤ ਦਾ ਮਤਲਬ ਨਹੀਂ ਕਿਸੇ ਦਾ ਵੀ ਉਹਨਾਂ ਨੂੰ ਗਿਆਨ ਹੈਗਾ ਕੀ ਹੁੰਦੀ ਹੈ। ਉਹਨਾਂ ਤਾਂ ਆਇਆ ਵੀ ਇਹਦੇ ਦਾੜੀ ਇਹਦੇ ਦਾੜੀ ਹੈ ਨਹੀਂ, ਇਹ ਜੋ ਗੱਲ ਦਾ ਪਤਾ ਹੈ, ਹੋਰ ਕੁਛ ਨਹੀਂ। ਇਹ ਕਬਰਾਂ ਦੇ ਮੱਥਾ ਟੇਕਦਾ ਨਹੀਂ। ਬਸ ਇਹ ਜਾਂ ਕੁਛ ਪਤਾ, ਹੋਰ ਨਹੀਂ ਪਤਾ ਕੁਛ। ਫਿਲਾਸਫੀ ਦਾ ਨਹੀਂ ਪਤਾ ਉਹਨਾਂ ਨੂੰ। ਸਰਬ ਸਬਤ ਪਤਾਰ ਕੇ ਤਰ ਜਾਪ ਹੀ ਜਹ ਜਾਪ। ਸਾਰੇ ਜਾਪ ਜਪਦੇ ਨੇ ਉਹਦਾ, 7 ਪਤਾਲਾਂ ਆਕਾਸ਼ਾਂ ਦੇ ਵਿੱਚ ਸਾਰੇ ਸੰਸਾਰ 'ਚ ਉਹਦਾ ਜਾਪ ਜਪਿਆ ਜਾਂਦਾ। ਸੱਚਖੰਡ 'ਚ ਨਹੀਂ ਜਪਿਆ ਜਾਂਦਾ। ਸੱਚਖੰਡ ਛੱਡ ਕੇ ਆ ਇਹ ਗੱਲ। ਇਹ ਨੁਕਤਾ ਤਾਂ ਰੱਖਤਾ ਵਿੱਚ ਉਹਨਾਂ ਨੇ। ਤਰੇ ਗਏ ਤਾਂ ਤਰ ਥੱਲੇ ਥੱਲੇ ਫਿਰ ਉੱਪਰ ਕੀ? ਉੱਪਰ ਸੱਚਖੰਡ ਹੈ। ਸੱਚਖੰਡ ਨੂੰ ਛੱਡ ਕੇ ਬਾਕੀ ਸਾਰੀ ਜਗ੍ਹਾ ਜਾਪ ਜਪਿਆ ਜਾਂਦਾ।
ਮਾੜਾ ਜਿਹਾ ਨੁਕਤਾ ਰੱਖਿਆ ਹੋਇਆ ਇੱਥੇ, ਉਹ ਕੁੰਡੀ ਰੱਖੀ ਹੋਈ ਹੈ। ਹੁਣ ਉਹਨੂੰ ਕੌਣ ਸਮਝੇ? ਇਹਨੂੰ ਤਾਂ ਪਤਾ ਹੀ ਲੱਗਿਆ ਵਿਚਾਰੇ ਨੂੰ। ਪੰਡਤ ਹੈ ਨਾ, ਇਹਨੂੰ ਕੀ ਪਤਾ ਲੱਗਣਾ ਦਾ ਪੰਡਤ ਨੂੰ? ਇਹ ਤਾਂ ਪੰਡਤ ਹੈ। ਆਦਿ ਦੇਵ ਅਗਾਧ ਤੇਜ ਅਨਾਦ ਮੂਰਤ ਅਤਾਪ। ਆਦਿ ਦੇਵ ਅਗਾਧ ਤੇਜ ਅਗਾਧ ਤੇਜ। ਆਦਿ ਦੇਵ ਹੈ, ਅਗਾਧ ਤੇਜ ਹੈ। ਤੇਜ ਕਿੰਨਾ? ਤੇਜ ਜਿਹੜਾ ਬਸ ਅੱਜ ਤੇ ਦੇਖਿਆ ਹੀ ਨਹੀਂ ਬੁੱਧੀ ਨੇ ਨਾ ਤੇਜ, ਔਰ ਦੱਸ ਵੀ ਨਹੀਂ ਸਕਦੀ ਬੁੱਧੀ ਕਿੰਨਾ ਤੇਜ। ਦੇਖਿਆ ਤਾਂ ਝਾਕੇ ਨਹੀਂ ਹੋਇਆ ਤੇਜ ਵੱਲ, ਭਲਾ ਦੱਸਿਆ ਜਾ ਨਹੀਂ ਸਕਦਾ। ਜਿਹੜੀ ਚੀਜ਼ ਨੂੰ ਦੇਖ ਵੀ ਨਹੀਂ ਸਕਦੇ ਉਹ ਦੱਸ ਵੀ ਨਹੀਂ ਸਕਦੇ ਉਹਨੂੰ। ਸੂਰਜ ਵੱਲ ਨੂੰ ਝਾਕਦਾ ਹੁੰਦਾ ਨਹੀਂ, ਦੱਸਾਂਗੇ ਕੀ? ਅਗਾਧ ਤੇਜ ਅਨਾਦ ਮੂਰਤ ਅਤਾਪ। ਅਨਾਦ ਮੂਰਤ ਹੈ, ਐਸੀ ਮੂਰਤ ਹੈ ਜਿਹਦਾ ਆਦ ਨਹੀਂ ਹੈ, ਅਨਾਦੀ। ਦੇਖੋ ਆਦ ਮੂਰਤ, ਆਦ ਦੇਵ ਹੈ, ਅਨਾਦ ਮੂਰਤ ਹੈ। ਆਦ ਦੇਵ ਹੈ, ਅਨਾਦ ਮੂਰਤ ਹੈ। ਮੂਰਤ ਤਾਂ ਦੇਣ ਤੋਂ ਪਹਿਲਾਂ ਵੀ ਹੋਈ ਸੀ। ਜੇ ਦੇਣਾ ਸ਼ੁਰੂ ਕੀਤਾ ਆਦ ਦੇਵ ਬਣ ਗਿਆ, ਮੂਰਤ ਤਾਂ ਪਹਿਲਾਂ ਵੀ ਸੀ। ਬੈਠਾ ਤਾਂ ਬਹੁਤ ਦੇਰ ਦਾ, ਕਈ ਸਾਲ ਦਾ ਸੀ ਉੱਥੇ ਸੰਤ, ਪਰ ਲੰਗਰ ਤਾਂ ਹੁਣ ਲਾਇਆ। ਜਾਂ ਲੰਗਰ ਲਾ ਤਾਂ ਦੇਵ ਬਣ ਗਿਆ, ਜਾਂ ਲੰਗਰ ਚਲਾਤਾ ਵਰਤਾਉਣ ਲੱਗ ਗਿਆ, ਜਦ ਦੇਵ ਬਣਿਆ। ਜਾਂ ਨਜ਼ਰ ਬੈਠਾ ਸੀ, ਦੇਵਤਾ ਹੈ ਨਹੀਂ ਸੀ ਉਹਨਾਂ ਚਿਰ। ਸ੍ਰਿਸ਼ਟੀ ਦੀ ਰਚਨਾ ਨਹੀਂ ਸੀ, ਦੇਵ ਹੈ ਨਹੀਂ ਸੀ ਉਹਨਾਂ ਚਿਰ, ਪਰ ਮੂਰਤ ਸੀਗੀ। ਆਪ ਸੀਗਾ ਉਦੋਂ, ਸੰਸਾਰ ਹੈ ਨਹੀਂ ਸੀ, ਆਪ ਸੀਗਾ। ਉਹ ਜਿਹੜਾ ਆਪ ਸੀਗਾ ਵਾਲੀ ਮੂਰਤ ਹੈ, ਉਹ ਅਨਾਦ ਮੂਰਤ ਹੈ। ਦੇਵ ਆਦ ਜਦ ਬਣਿਆ, ਜਾਂ ਸ੍ਰਿਸ਼ਟੀ ਪੈਦਾ ਕਰ ਲਈ, ਜਾਂ ਦੇਣ ਲੱਗ ਗਿਆ ਚੀਜ਼ਾਂ। ਅਤਾਪ ਅਤਾਪ, ਤਾਪ ਤੋਂ ਰਹਿਤ, ਚਿੰਤਾ ਮੁਕਤ, ਕਿਸੇ ਕਿਸਮ ਦੀ ਚਿੰਤਾ ਹੀ ਨਹੀਂ। ਤਿੰਨਾਂ ਤਾਪਾਂ ਚੋਂ ਕੋਈ ਤਾਪ ਨਹੀਂ ਹੈ। ਰਜੋ ਤਮੋ ਸਤੋ ਤਿੰਨੇ ਤਾਪੇ ਨੇ, ਤਿੰਨੇ ਤਾਪ ਨੂੰ ਪਾਲਣ ਹਾਰਾ। ਜੰਤਰ ਮੰਤਰ ਨਾ ਆਵਈ, ਕਰ ਤੰਤਰ ਮੰਤਰ ਨਾ ਕੀਨ। ਜੰਤਰ ਮੰਤਰ ਦੇ ਵਿੱਚ ਬਚ ਨਹੀਂ ਆ ਸਕਦਾ। ਜੰਤਰ ਮੰਤਰ ਚ ਬਚ ਕਰਦੇ ਨੇ। ਜੰਤਰ ਮੰਤਰ ਦੇ ਬਚ ਤਾਂ ਕੁਛ ਵੀ ਨਹੀਂ ਆਉਂਦਾ। ਇਹ ਤਾਂ ਐਵੇਂ ਭੁਲੇਖੇ, ਕੁਛ ਵੀ ਨਹੀਂ ਆਉਂਦਾ ਬਚ। ਭਰਮ ਦੇ ਜਾਲ ਤਾਂ ਫਸਦੇ ਨੇ ਲੋਕ। ਜੰਤਰ ਮੰਤਰ ਭਰਮ ਦੇ ਜਾਲ ਨੂੰ ਕਹਿੰਦੇ ਨੇ। ਜੰਤਰ ਮੰਤਰ ਕੋਈ ਸ਼ਕਤੀ ਨਹੀਂ ਹੈ, ਭਰਮ ਜਾਲ ਹੈ। ਭਰਮ ਦਾ ਜਾਲ ਬਣਿਆ ਹੋਇਆ, ਉਹਦੇ ਚ ਫਸਾ ਲੈਂਦੇ ਨੇ। ਜੰਤਰ ਮੰਤਰ ਨਾ ਆਵਈ, ਕਰ ਤੰਤਰ ਮੰਤਰ ਨਾ ਕੀਨ। ਹਾਂ, ਨਾ ਤੰਤਰ ਮੰਤਰ ਕੀਤਾ ਜਾ ਸਕਦਾ ਉਹਦੇ ਤੇ ਕੋਈ। ਆਤਮਾ ਤੇ ਕੋਈ ਤੰਤਰ ਮੰਤਰ ਜੰਤਰ ਚੱਲਦਾ ਹੀ ਨਹੀਂ। ਐਵੇਂ ਭੁਲੇਖਾ ਹੈ ਸਾਨੂੰ। ਕਹਿਣ ਦਾ ਮਤਲਬ ਇਹ ਹੈ, ਕੁਛ ਨਹੀਂ ਚੱਲਦਾ ਇਹਦੇ ਤੇ ਕਿਸੇ ਦਾ ਵੀ। ਇਹ ਜਿਹੜਾ ਭੁਲੇਖਾ ਪਾਇਆ ਹੈ ਚੱਲਦਾ ਹੈ, ਇਹ ਭੁਲੇਖਾ ਕਟਿਆ ਉਰੇ। ਤਾਂ ਹੀ ਨਿਹੰਗ ਡਰਦੇ ਨਹੀਂ ਹਨ ਕਿਸੇ ਤੇ ਵੀ। ਉਹ ਚੀਜ਼ ਦੀਆਂ ਇੱਟਾਂ ਪੱਟ ਲੈਂਦੇ। ਜਿਹੜਾ ਜ਼ਿਆਦਾ ਚੀਜ਼ ਹੋਵੇ ਨਾ ਕੈੜਾ, ਉਹਦੀਆਂ ਇੱਟਾਂ ਪੱਟ ਕੇ ਫਰਸ ਲਾ ਲੈਂਦੇ ਨੇ। ਕਹਿੰਦੇ ਸਾਨੂੰ ਜਿਉਂਦਾ ਦਾ, ਜਿਹੜਾ ਆਦਮੀ ਜਿਉਂਦਾ ਨਹੀਂ ਕੁਛ ਕਰ ਸਕਦਾ, ਮਰਿਆ ਹੈ ਕੀ ਕਰ ਲੂ ਉਹ? ਇਹ ਮਨ ਦਾ ਡਰ ਹੈ, ਹੋਰ ਕੁਛ ਨਹੀਂ ਹੈ। ਉਹ ਜਿਉਂਦਾ ਦਾ ਕੁਝ ਕਰ ਨਹੀਂ ਸਕਦਾ, ਉਹ ਮਰਿਆ ਕੀ ਕਰ ਲੂਗਾ? ਉਹ ਨਾਲੇ ਮਰਿਆ ਹੋਇਆ ਕਿਤੇ ਉੱਥੇ ਹੁੰਦਾ। ਉਹਦਾ ਜਦੇ ਹੀ ਲਿਜਾ ਕੇ ਕਿਸੇ ਜੂਨ ਚ ਪਾ ਦਿੱਤਾ ਜਾਂਦਾ। ਉਹ ਮੁਲਜ਼ਮ ਜੇਲ੍ਹ ਚੋਂ ਬਾਹਰ ਨਿਕਲਦਾ ਉਹਨਾਂ ਚਿਰ। ਜੇ ਜੇਲ੍ਹ ਤੋਂ ਬਾਹਰ ਵੀ ਮੁਲਜ਼ਮ ਲਿਜਾਇਆ ਜਾਂਦਾ ਨਾ ਪੇਸ਼ੀ ਤੇ, ਤਾਂ ਵੀ ਹਥਕੜੀ ਲੱਗਦੀ ਹੈ। ਜੇ ਭੱਜ ਜਿਵੇਂ ਪੁਲਿਸ ਚੋਂ ਫੜਾਈ ਦਿੰਦਾ ਉਹ, ਇਹਨੂੰ ਨਹੀਂ ਕੋਈ ਛੱਡਦਾ ਜਿੰਨਾ ਚਿਰ ਮੁਕਤੀ ਨਹੀਂ ਹੁੰਦੀ। ਇਹ ਮੁਲਜ਼ਮ ਹੈ, ਕੋਈ ਛੱਡਦਾ ਨਹੀਂ ਇਹਨੂੰ ਜਿੰਨਾ ਚਿਰ ਮੁਕਤੀ ਨਹੀਂ ਹੁੰਦੀ। ਕੋਈ ਆਜ਼ਾਦ ਇਹ ਨਹੀਂ ਹੈ ਇੱਥੇ। ਐਵੇਂ ਭੁਲੇਖਾ ਜਾਂ ਕੱਢਿਆ ਜਾਂਦਾ ਹੈ। ਗੁਰਬਾਣੀ ਕੀ ਕਹਿੰਦੀ ਹੈ? ਵੱਡਾ ਹੋਇਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਫਿਰ ਉਹ ਤਾਂ ਸੰਗਲ ਪਾ ਕੇ ਚਲਾਇਆ ਹੋਇਆ। ਤੁਸੀਂ ਕਹਿੰਦੇ ਭੂਤ ਇੱਥੇ ਆ ਜਾਊਗਾ, ਆ ਕੇ ਮੈਂ ਜਾਊ, ਉਹ ਤਾਂ ਸੰਗਲ ਪਾਏ ਹੋਏ ਨੇ ਉਹਦੇ। ਜੰਤਰਵਾਣੀ ਕੱਢੀ ਹੱਟਾਂ ਨੂੰ। ਉਹ ਗੁਰਬਾਣੀ ਨੇ ਕਲੀਅਰ ਕੀਤਾ ਸਵਾ। ਉਹ ਸੰਗਲ ਨਾ ਬਣਿਆ, ਜੇ ਬਾਹਰ ਕੱਢਣਗੇ ਜੇਲ੍ਹ ਤੋਂ ਸੰਗਲ ਲਾਏ ਹੋਏ ਨੇ। ਜੇਲ੍ਹ 'ਚ ਪਿਆ ਕੋਈ ਰੌਲਾ ਹੀ ਨਹੀਂ। ਸਰੀਰ 'ਚ ਕੋਈ ਰੌਲਾ ਨਹੀਂ। ਸਰੀਰ ਦੇ ਨਾਲੇ ਹੱਥਕੜੀ ਲੱਗੂਗੀ ਜਾਊਗਾ। ਜੇ ਸਰੀਰ 'ਚੋਂ ਆਜ਼ਾਦ ਕਰਦਾ ਫਿਰ ਆਜ਼ਾਦ ਨਹੀਂ ਹੈ ਇਹ। ਆਤਮਾ ਨਹੀਂ ਆਜ਼ਾਦ ਹੈਗੀ। ਪਹਿਲਾਂ ਇਹਦੇ ਵਿੱਚ ਕੋਠੜੀ 'ਚੋਂ ਕੱਢਦੀ ਸਾਰੇ ਹੱਥਕੜੀ ਲਾਉਂਦੇ ਨਹੀਂ। ਉਹ ਜੇਲ੍ਹ 'ਚੋਂ ਬਾਹਰ ਬਾਅਦ 'ਚ ਕੱਢਦੇ ਨੇ। ਪਹਿਲਾਂ ਕਹਿੰਦੇ ਨੇ ਬਾਂਹ ਬਾਹਰ ਕੱਢ, ਸਿੱਖਾਂ ਤੇ ਹੱਥਕੜੀ ਲਾ ਲੈਂਦੇ ਨੇ ਪਹਿਲਾਂ।
ਤਾਂ ਬਾਹਰ ਕੱਢਦੇ ਨੇ। ਇਹਨੂੰ ਬਾਹਰ ਕੌਣ ਕੱਢਦਾ? ਉਹ ਤਾਂ ਜਿਹੜੇ ਲੋਕਾਂ ਨੂੰ ਗਿਆਨ ਨਹੀਂ ਹੈ ਉਹ ਡਰ ਜਾਂਦੇ ਨੇ। ਆਪਣੇ ਭੈ ਨਾਲ ਹੀ ਹਾਰਟ ਅਟੈਕ ਹੋ ਜਾਂਦਾ ਉਹਨਾਂ ਨੂੰ, ਹੋਰ ਕੁਝ ਨਹੀਂ ਹੈ। ਭੈ ਆ, ਹੋਰ ਕੁਝ ਨਹੀਂ ਹੈਗਾ। ਅਸੀਂ ਕਾਹਦੇ ਡਰਦੇ? ਬੜੇ ਬੜੇ ਸੰਤ ਨੇ, ਅਸੀਂ ਸੰਗਲ ਲਾਲਾ ਕੁੱਟੇ ਨੇ, ਪਤਾ ਵੀ ਕੁਛ ਹੁੰਦਾ ਹੀ ਨਹੀਂ ਵਿੱਚ। ਅਸੀਂ ਕੱਲ ਨੂੰ ਕਹਿ ਦਈਏ ਵੀ ਅਸੀਂ ਸੰਤ ਹਾਂ, ਸਾਡੇ 'ਚ ਕੀ ਹੈ? ਕੁਛ ਵੀ ਨਹੀਂ ਹੈ। ਨਾਨਕ ਤਾਂ ਹੀ ਕਹਿੰਦਾ ਕਿ ਸਾਡੇ 'ਚ ਕੁਛ ਨਹੀਂ ਹੁੰਦਾ। ਉਹ 'ਚ ਹੈ, ਉਹਨੇ ਆਪਣੀ ਸੱਚੀ ਗੱਲ ਦੱਸਤੀ। ਇਹ ਸੱਚ ਬੋਲਦੇ ਨਹੀਂ ਦਫਾ ਹੁਣ। ਪ੍ਰਪੰਚ ਚੱਲਦਾ ਨਹੀਂ ਝੂਠ ਬਿਨਾਂ। ਉਹ ਪ੍ਰਪੰਚ ਜੇ ਸੱਚ ਬੋਲੀਏ ਪ੍ਰਪੰਚ ਨਹੀਂ ਚੱਲਦਾ। ਜੇ ਕਹਿਣਾ ਸਾਡੀ ਕੋਈ ਤਾਕਤ ਨਹੀਂ, ਫਿਰ ਪ੍ਰਪੰਚ ਕਿੱਥੋਂ ਚੱਲਣਾ? ਉਹ ਤਾਂ ਕਹਿਣਾ ਹੀ ਪੈਂਦਾ ਹੈ ਤਾਕਤ ਮੇਰੇ 'ਚ ਉਹ ਹੈ ਉਹ ਹੈ। ਪ੍ਰਪੰਚ ਜੇ ਚਲਾਉਣਾ ਹੋਵੇ ਤਾਂ ਸੱਚ ਬੋਲੀਏ ਪ੍ਰਪੰਚ ਚੱਲਦਾ ਨਹੀਂ। ਇਹ ਝੂਠਿਆਂ ਦੇ ਪ੍ਰਪੰਚ ਨੇ, ਝੂਠ ਬੋਲਣਾ ਹੀ ਪੈਂਦਾ ਇਹਨਾਂ ਨੂੰ। ਕੀ ਕਰਨ ਵਿਚਾਰੇ? ਰੋਟੀ ਨਹੀਂ ਖਾਣੀ, ਪੇਟ ਪਾਪੀ ਵਾਸਤੇ ਸਭ ਕੁਝ ਕਰਨਾ ਪੈਂਦਾ ਇਹਨਾਂ ਨੂੰ। ਫਿਰ ਇਹੀ ਰਹਿ ਜਾਂਦਾ, ਪ੍ਰਪੰਚ ਰਹਿ ਜਾਂਦਾ। ਗਾਹਾਂ ਕੀ ਹੈ? ਗਾਹਾਂ ਨਰਕ, ਅੱਗੇ ਨਰਕ, यहाँ ਭੋਗ ਵਿਲਾਸ। ਜਿਹੜੇ ਇੱਥੇ ਭੋਗ ਵਿਲਾਸ ਪਏ ਨੇ ਨਾ, ਅੱਗੇ ਉਹਨਾਂ ਵਾਸਤੇ ਨਰਕ ਹੈ। ਇੱਥੇ ਭੋਗ ਵਿਲਾਸ ਨੇ ਨਾ, ਅੱਗੇ ਨਰਕ ਹੈ। ਇਹ ਡੈਫੀਨਿਟ ਹੈ ਗੱਲ। ਇਹਦੇ ਵਿੱਚ ਇਹਨੂੰ ਨਹੀਂ ਕੋਈ ਰੋਕ ਸਕਦਾ। ਇੱਥੇ ਭੋਗ ਵਿਲਾਸ ਹੈ, ਅੱਗੇ ਨਰਕ ਹੈ। ਚਾਹੇ ਕੁਛ ਕਹਿੰਦੇ ਹੁਣ ਸਾਨੂੰ ਸੰਗਤ ਦਿੰਦੀ ਆ ਕਾਰਾਂ, ਇਹ ਉਹ, ਅੱਗੇ ਨਰਕ ਹੈ। ਚਾਹੇ ਤੇਰੀਆਂ ਆਪਣੀ ਜੇਬ ਚੋਂ ਨਾ, ਚਾਹੇ ਸੰਗਤ ਦੀ। ਗੱਲ ਤਾਂ ਭੋਗ ਵਿਲਾਸ ਦੀ ਹੈ। ਰੁਚੀ ਦਾ ਭੋਗ ਵਿਲਾਸ, ਚਾਹੇ ਨਾਮ 'ਚ ਰੁਚੀ ਤਾਂ ਹੈ ਨਹੀਂ। ਗੱਲ ਤਾਂ ਰੁਚੀ ਦੀ ਹੈ ਉਹਦੀ। ਚਾਹੇ ਪੈਸੇ ਉਹਦੇ ਆਪਣੇ ਨੇ, ਚਾਹੇ ਸੰਗਤ ਦੇ ਨੇ। ਅਰੇ ਆਪਣੇ ਪੈਸੇ ਨਾਲ ਕਾਰਾਂ 'ਚ ਤੁਰੇ ਫਿਰਦੇ ਨੇ, ਉਹ ਵੀ ਰੁਚੀ ਹੈ ਉਹਨਾਂ ਦੀ ਨਾ। ਤੇਰੇ ਬਾਣੇ ਨਾਲ ਤਾਂ ਇੰਨਾ ਫਰਕ ਪੈਣਾ। ਜੇ ਉਹ ਬਾਣਾ ਪਾ ਲੈਣ ਫਿਰ ਸਾਨੂੰ ਚੱਲ ਜਾਣਗੇ ਉਹ। ਕਾਰਾਂ ਐਸ਼ਵਰੀ ਦੇ ਤਾਂ ਉਹਨਾਂ ਕੋਲ ਪੈਸਾ ਹੈਗਾ ਨਾ ਸਾਰਾ ਆਪਣਾ। ਰਾਜਿਆਂ ਕੋਲ ਆਪਣਾ ਨਹੀਂ ਹੁੰਦਾ। ਜੇ ਕਿਸੇ ਤੋਂ ਪੈਸਾ ਨਾ ਵੀ ਲੈਣ ਤਾਂ ਵੀ ਨਰਕ ਹੀ ਹੈ। ਕਿਉਂਕਿ ਉਹਦੀ ਰੁਚੀ ਕੀ ਹੈ? ਭੋਗ ਵਿਲਾਸ। ਸਿਰਫ ਰੁਚੀ ਦੀ ਗੱਲ ਹੈ। ਰੁਚੀ ਕੀ ਹੈ? ਰੁਚੀ ਨਾਮ ਦੀ ਨਹੀਂ ਹੈ, ਭੁੱਖ ਨਾਮ ਦੀ ਨਹੀਂ ਹੈ। ਭੁੱਖ ਹੈ ਐਸ਼ ਭੋਗ ਵਿਲਾਸ ਦੀ। ਭੋਗ ਵਿਲਾਸ ਦੀ ਭੁੱਖ ਦੇ ਅੱਗੇ ਨਰਕ ਹੈ। ਚਾਹੇ ਪੈਸਾ ਨਹੀਂ ਰੌਲਾ ਹੈ ਵੀ ਲੋਕਾਂ ਤੋਂ ਲੈਣਾ ਨਹੀਂ ਲੈਂਦਾ, ਕਿਤੋਂ ਆਵੇ ਪੈਸਾ, ਇਹਦਾ ਨਹੀਂ ਕੋਈ ਰੌਲਾ ਇਸ ਗੱਲ ਦਾ। ਚਾਹੇ ਉਹਦੀ ਆਪਣੀ ਜਾਇਦਾਦ ਐਦੀ ਹੋਵੇ, ਆਪਣਾ ਹੀ ਪੈਸਾ ਨਾ ਹੋਵੇ। ਸਵਾਲ ਤਾਂ ਕੀ ਉਹ ਭੋਗ ਵਿਲਾਸ ਦੇ ਵਿੱਚ ਰੁਚੀ ਹੈ ਜਾਂ ਨਾਮ 'ਚ ਰੁਚੀ ਉਹਦੀ? ਅੱਗੇ ਵਾਸਤੇ ਕੁਝ ਕਰ ਰਿਹਾ ਜਾਂ ਇੱਥੇ ਵਾਸਤੇ ਕੁਝ ਕਰ ਰਿਹਾ? ਜੇ ਤਾਂ ਕਰ ਫਰਮਾਇਸ਼ ਖਾਇਆ, ਵੇਖ ਮਿਹਨਤ ਬਣਨ ਬਸਾਰਿਆ, ਵਿਚਾਰਾ ਜੋ ਬਣਾ ਰਿਹਾ। ਮਹਿਲ ਵੀ ਨੇ, ਸਭ ਕੁਛ ਹੈ। ਸਰਬ ਠੌਰ ਰਹੋ ਵਿਰਾਜ, ਧਰਾਜ ਰਾਜ ਪ੍ਰਵੀਨ। ਅਧਿਰਾਜ ਹੈ, ਚਾਹੇ ਬਹੁਤ ਬੜਾ ਰਾਜਾ ਹੈ। ਅਧਿਰਾਜ ਨੂੰ ਧਰਾਜ ਕਹਿੰਦੇ ਨੇ। ਆੜਾ ਧੱਦੇ ਨੂੰ ਸਿਆਰੀ, ਅਧਿਰਾਜ ਯਾਨੀ ਰਾਜਾ ਦਾ ਰਾਜਾ। ਅਧਿਰਾਜ ਉਹਨੂੰ ਕਹਿੰਦੇ ਨੇ, ਬਹੁਤ ਵੱਡਾ ਰਾਜਾ ਅਧਿਰਾਜ। ਅਧਿਰਾਜ ਆੜਾ ਧੱਦੇ ਨੂੰ ਸਿਆਰੀ। ਕਿਉਂਕਿ ਮੈਂ ਜੇ ਹਿੰਦੀ ਨਾ ਪੜ੍ਹਦਾ ਹੱਥ ਨਹੀਂ ਸੀ ਆਉਣੇ ਤੇ। ਮੇਰੇ ਕੋਲ ਹਿੰਦੀ ਰਹੀ ਹੈ ਕਾਲਜ ਤੱਕ। ਪੰਜਾਬੀ ਵਾਲਾ ਤਾਂ ਮੈਂ ਅਰਥ ਕਰ ਦੂੰਗਾ। ਚੱਕਰਵਰਤੀ ਰਾਜਾ ਅਧਿਰਾਜ ਲਫ਼ਜ਼ ਹੈ। ਅਧਿਰਾਜ ਹੁੰਦਾ ਹੈ ਮਹਾਰਾਜਾ, ਜਿਹਨੂੰ ਆਪਾਂ ਕਹਿੰਦੇ ਹਾਂ ਚੱਕਰਵਰਤੀ। ਅਧਿਰਾਜ ਮਹਾਰਾਜਾ। ਸਰਬ ਠੌਰ ਰਹੋ ਵਿਰਾਜ। ਸਰਬ ਠੌਰ ਰਹੋ ਵਿਰਾਜ, ਸਾਰੇ ਪਾਸੇ ਵਿਰਾਜ ਰਿਹਾ ਹੋ। ਸਾਰੇ ਪਾਸੇ, ਸਾਰੇ ਹਿਰਦਿਆਂ ਦੇ ਵਿੱਚ। ਇਹ ਨਹੀਂ ਹੈ ਵੀ ਇੱਧਰ ਦੱਖਣ 'ਚ ਹੈ, ਉੱਤਰ 'ਚ ਹੈ। ਜਿਵੇਂ ਉੱਥੇ ਲਿਖਿਆ ਨਾ, ਦੱਖਣ ਦੇ ਸਰੀ ਕਾ ਬਸ, ਉਹ ਸਾਰੇ ਪਾਸੇ ਹੀ ਹੈ। ਉਹੀ ਗੱਲ ਕਹਿੰਦੇ ਨੇ ਨਾ, ਗੁਰੂ ਨਾਨਕ ਕਹਿੰਦਾ ਵੀ ਜਿੱਧਰ ਤੁਹਾਡਾ ਅੱਲਾ ਨਹੀਂ ਹੈ ਉੱਧਰ ਮੇਰੇ ਪੈਰ ਕਰਦੇ। ਉਹ ਕਾਹਨੂੰ ਕਹਿੰਦੇ ਤੇ ਇਹ ਗੱਲ ਹੋਈ ਵੀ ਨਹੀਂ ਹੈ ਨਾ। ਉਹ ਮੰਨਦੇ ਤੇ ਵੀ ਮੱਕੇ ਜਾਏਗਾ, ਉਹ ਤਾਂ ਮੰਨਦੇ ਹੀ ਨਹੀਂ ਇਸ ਗੱਲ ਨੂੰ। ਮੱਕੇ ਵਾਲਿਆਂ ਦਾ ਮੂਰਤੀਆਂ ਤੋੜੀਆਂ ਹੋਈਆਂ ਨੇ। ਕੁਰਾਨ ਪੜ੍ਹੀਏ, ਪਤਾ ਲੱਗਦਾ ਸਾਰੇ ਪਾਸੇ ਉਹ ਸਰਬ ਵਿਆਪਕ ਹੈ ਉਹ। ਇਹ ਨਹੀਂ ਸੀ ਮੰਨਦੇ। ਇਹ ਤਾਂ ਸਾਡੀਆਂ ਐਵੇਂ ਕਹਾਣੀਆਂ ਜੋੜੀਆਂ ਹੋਈਆਂ ਨੇ ਵੀ ਉੱਧਰੋਂ ਪੈਰ ਕਰ ਲਿਓ, ਕਹਿੰਦੇ ਨੇ ਮੱਕਾ ਘੁੰਮ ਗਿਆ। ਐਵੇਂ ਜੋੜੀਆਂ ਹੋਈਆਂ ਕਹਾਣੀਆਂ ਨੇ, ਦੰਤ ਕਥਾਵਾਂ ਕਾ ਜੋੜੀਆਂ ਨੇ। ਇਹ ਕਦ ਪ੍ਰਚਾਰ ਲੱਗੇ ਨੇ। ਜਦ
ਆਪਣੇ ਪੰਜਾਬ 'ਚ ਸਿੱਖਾਂ ਦਾ ਰਾਜ ਹੋ ਗਿਆ ਨਾ। ਇਹ ਜਿਹੜੇ ਸਾਧ ਸੀ, ਜਿਹੜੇ ਮੁਸਲਮਾਨਾਂ ਨੇ ਪਹਿਲਾਂ ਕੁੱਟ ਕੇ ਰੱਖੇ ਤੇ ਡਰਾ ਕੇ ਰੱਖੇ ਤੇ, ਉਹਨਾਂ ਨੂੰ ਮਿਲ ਗਿਆ ਆਹ ਗੁਰਦੁਆਰੇ। ਪਹਿਲਾਂ ਤਾਂ ਬੋਲਦੇ ਨਹੀਂ ਸੀ, ਡਰਦੇ ਸੀ। ਫਿਰ ਇਹ ਉਹ ਜਿਹੜੀ ਅੰਦਰ ਜੈਲਸੀ ਸੀ ਨਾ, ਜੈਲਸੀ ਇਹਨਾਂ ਦੇ ਅੰਦਰ ਮੁਸਲਮਾਨਾਂ ਦੇ ਅੰਦਰੋਂ, ਉਹ ਜੈਲਸੀ ਚੋਂ ਨਿਕਲੀਆਂ ਹੋਈਆਂ ਕਹਾਣੀਆਂ ਨੇ। ਮੱਕਾ ਘਮਾਤਾ, 6ਵੇਂ ਪਾਤਸ਼ਾਹ ਕੌਲਾਂ ਨੂੰ ਲਿਆਏ, ਉਹ ਜਮਾਈ ਬਣ ਗਿਆ। ਇਹ ਸਭ ਜੈਲਸੀ ਵਾਲੀਆਂ ਕਹਾਣੀਆਂ ਨੇ। ਜਿਵੇਂ ਕੋਈ ਬਦਲੇ ਦੀ ਭਾਵਨਾ ਨਾਲ ਕਈਆਂ ਹੋਈਆਂ ਗੱਲਾਂ ਨੇ। ਅਸੀਂ ਉਹ ਸੱਚ ਮੰਨ ਲਈਆਂ ਉਦੋਂ, ਹੁਣ ਉਹਨਾਂ ਦਾ ਸਿਆਪਾ ਪਿਆ ਹੋਇਆ। ਜਿਹੜੀਆਂ ਗੱਲਾਂ ਉਦੋਂ ਕਹਿਤੀਆਂ ਉਹਨਾਂ ਨੇ ਨਾ ਜਾਣ ਕੇ ਤਾਨੇ ਚੋਬੇ ਮਾਰ ਕੇ, ਉਹ ਅਸੀਂ ਸੱਚ ਮੰਨ ਲਈਆਂ ਸੰਗਤ ਨੇ। ਉਦੋਂ ਅਨਪੜ੍ਹ ਸੰਗਤ ਸੀ, ਅੱਜ ਉਹਨਾਂ ਦਾ ਸਿਆਪਾ ਪੈ ਗਿਆ। ਗੁਰੂ ਨਾਨਕ ਵੇਲੇ ਨੇ ਗੱਲ ਲਿਖੀ ਕਿਸੇ ਨੇ, ਮੱਕਾ ਘੁਮਾਉਣ ਵਾਲੀ ਪ੍ਰਚਾਰੀ, ਜਾਂ ਉਹ ਮੁਸਲਮਾਨਾਂ ਦਾ ਰਾਜ ਸੀ ਜਾਂ ਪ੍ਰਚਾਰ ਕੇ ਦਿਖਾਉਂਦੇ। ਮੱਕਾ ਘੁਮਾਉਣ ਵਾਲੀ ਜੇ ਸਾਖੀ ਹੁੰਦੀ 10 ਪਾਤਸ਼ਾਹ ਲਿਖ ਦਿੰਦੇ ਇਹਦੇ ਵਿੱਚ। ਉਹਨਾਂ ਨੇ ਲਿਖਿਆ ਨਹੀਂ ਹੋਏ ਗ੍ਰੰਥ। ਚਲੋ ਆਦ ਦੇ ਵਿੱਚ ਨਾ ਸੀ, ਇਹਦੇ ਵਿੱਚ ਲਿਖ ਦਿੰਦੇ। ਆਪਣੇ ਜੰਗ ਯੁੱਧ ਵੀ ਤਾਂ ਲਿਖੇ ਨੇ ਉਹਨਾਂ ਨੇ, ਜ਼ਫਰਨਾਮਾ ਵੀ ਤਾਂ ਲਿਖਿਆ, ਉਹ ਵੀ ਲਿਖ ਦਿੰਦੇ ਇੱਥੇ। ਜੇ ਬਾਬੇ ਬੁੱਢੇ ਵਾਲੀ ਸਾਖੀ ਹੁੰਦੀ ਹੈ ਜੇ ਲਿਖ ਦਿੰਦੇ। ਸਭ ਝੂਠ ਹੈ। ਉਹ ਜਿਹੜੇ ਕੌਣ ਨਿਕਲੇ ਨਾ ਚਿੱਟੇ ਹੋ ਕੇ, ਉਹ ਹੋ ਕੇ ਫੇਰੀ, ਸਭ ਝੂਠ ਹੈ, ਸਭ ਝੂਠ। 10 ਪਾਤਸ਼ਾਹ ਇੱਕ ਵੀ ਸਾਖੀ ਹੁੰਦੀ ਇੱਥੇ ਲਿਖ ਦਿੰਦੇ 10 ਗ੍ਰੰਥ ਵਿੱਚ। ਉਹਨਾਂ ਨੇ ਆਪਣੀ ਜੰਗ ਲਿਖੀ ਹੈ, ਚਮਕੌਰ ਸਾਹਿਬ ਦੀ ਜੰਗ ਲਿਖੀ ਹੈ। ਇਹ ਤਾਂ ਇਤਿਹਾਸ ਹੈ ਨਾ। ਜੇ ਦੂਜਾ ਕੋਈ ਇਤਿਹਾਸ ਹੁੰਦਾ ਹੈ ਇਹਦੇ ਵਿੱਚ ਦਰਜ ਕਰ ਦਿੰਦੇ ਹੋ। ਇੱਕ ਇਤਿਹਾਸ ਸੀ, ਦੂਜਾ ਉਹਦੇ ਚ ਦਰਜ ਹੈ ਆਪਣੇ। ਸੱਤੇ ਬਲਵੰਡ ਦੀ ਵਾਰ, ਸੱਤੇ ਬਲਵੰਡ ਦੀ ਵਾਰ ਇਤਿਹਾਸ ਵਾਲੀ ਗੱਲ ਸੀ, ਉਹ ਦਰਜ ਹੈਗੀ ਹੈ। ਬਸ ਉਹੀ ਵੱਡੀ ਘਟਨਾ ਸੀ, ਸਾਡੇ ਹੋਰ ਰਹੀ ਨਹੀਂ ਕੋਈ। ਉਹ ਦਰਜ ਹੈ ਕਿ ਰਾਜ ਉਹ ਦੂਏ ਪਾਸੇ ਦਿੱਤਾ। ਫਿਰ ਉਹਦਾ ਕਲੇਸ਼ ਵੀ ਸ਼ੁਰੂ ਹੋਇਆ। ਬੇਦੀਆਂ ਨੇ ਕਲੇਸ਼ ਰੱਖਿਆ। ਹੁਣ ਉੱਥੇ ਹੀ ਆ ਬੇਦੀਆਂ ਦਾ ਕਲੇਸ਼ ਵੀ ਗੱਦੀ ਸਾਡੇ ਕੋਲ ਹੈ। ਨਹੀਂ ਫਿਰ ਉਹ ਗੱਦੀ ਨੂੰ ਤੁਸੀਂ, ਉਹ ਗੱਦੀ ਹੈ ਉਹ ਨਹੀਂ ਹੈ। ਗੱਦੀ ਮਾਰਦੇ ਨੇ। ਗੱਦੀ ਵੀ ਇਹਨਾਂ ਦੀ ਪ੍ਰਚਾਰੀ ਹੈ ਸਾਧਾਂ ਦੀ, ਕੋਈ ਗੱਦੀ ਵਾਲੀ ਗੱਲ ਨਹੀਂ ਸੀ। ਦਾਸਾਂ ਦੀ ਗੱਦੀ ਹੁੰਦੀ ਹੈ। ਇਹ ਦਾਸ ਹੁੰਦੇ ਨਾ, ਉਹਦੀ ਕੀ ਹੁੰਦੀ ਹੈ? ਦਾਸਾਂ ਦਾ ਧਰਤੀ ਹੁੰਦੀ ਹੈ, ਉਹ ਵੀ ਬਿਨਾਂ ਕੱਪੜਾ ਵਿਛਾਏ ਤੇ। ਜਿਹੜਾ ਦਾਸ ਹੁੰਦਾ ਉਹਦਾ ਪੁੱਜੇ ਪਹਿਲਾਂ ਹੁੰਦਾ, ਕੱਪੜਾ ਵਿਛਾਏ ਤੇ ਬਿਨਾਂ। ਉਹਨਾਂ ਦੀ ਗੱਦੀ ਨਹੀਂ ਹੁੰਦੀ। ਕਹਿਤਾ ਰਿਹਾ ਕਬੀਰ, ਇੱਕ ਦਿਨ ਭੂਪਰ ਲੈਟਣਾ, ਉੱਪਰ ਜਾਵੇਂ ਘਾਸ, ਉੱਪਰ ਜਾਵੇਂ ਘਾਸ। ਇੱਕ ਦਿਨ ਧਰਤੀ ਤੇ ਲੇਟ ਜਾਣਾ, ਉੱਪਰ ਘਾਹ ਜੰਮੇ ਹੁਣ। ਆਹ ਹੁੰਦਾ ਭਗਤਾਂ ਦਾ ਤਾਂ ਇਹੀ ਹੁੰਦਾ, ਹੋਰ ਨਹੀਂ ਹੁੰਦਾ ਕੁਛ। ਇਹ ਮੂਰਖਾਂ ਦੀਆਂ ਨੇ ਗੱਦੀਆਂ। ਕਬੀਰ ਘੱਟ ਹੈ ਕੁਛ। ਕਬੀਰ ਵੀ ਤਾਂ ਉਹੀ ਗੱਲ ਹੈ। ਕਬੀਰ ਦੀ ਬਾਣੀ, ਕਬੀਰ ਨੂੰ ਪਹਿਲਾਂ ਮਿਲਿਆ ਨਾਮ ਸਾਰਿਆਂ ਨੂੰ। ਕਬੀਰ ਨੇ ਦੱਸਿਆ ਬਾਕੀਆਂ ਨੂੰ। ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੇ ਨਹੀਂ ਕਬੀਰ ਦੀ ਬਾਣੀ ਪੜ੍ਹੀ, ਨਹੀਂ ਸਮਝ ਚਾਹੀਦਾ। ਅਲੱਗ ਗੱਲ ਹੈ। ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਹੈ। ਗੁਰਦੀਨੀ ਬਸ ਕਬੀਰ ਕੋ ਲੈ ਹੋ ਬਸ ਸੰਭਾਲ, ਕਬੀਰ ਦੀਨੀ ਸੰਸਾਰ ਕੋ। ਸੰਸਾਰ ਨੂੰ ਕਬੀਰ ਨੇ ਦਿੱਤੀ ਹੈ ਵਸਤੂ, ਲੈ ਜੇ ਸਮਸਤਕ ਭਾਗ। ਲੋਕ ਆਓ ਜਿਹਦੇ ਮਸਤਕ ਭਾਗ ਨੇ। ਇਹ ਗੱਲ ਠੀਕ ਹੈ, ਲੈ ਨਹੀਂ ਸਕਦਾ ਵਸਤੂ, ਕੁਰਬਾਨੀ 'ਚ ਪਈ ਹੈ ਹਰੇਕ। ਪਰ ਮਿਲੀ ਤਾਂ ਕਬੀਰ ਨੂੰ ਹੈ। ਗੁਰਬਾਣੀ ਨੇ ਤਾਂ ਸ਼ਬਦ ਮੰਨ ਕੇ, ਗੁਰੂਆਂ ਨੇ ਤਾਂ ਸ਼ਬਦ ਮੰਨ ਕੇ ਦਰਜ ਕਰ ਲਿਆ। ਉਹਨਾਂ ਨੇ ਆਪਣੀ ਬੇਇੱਜ਼ਤੀ ਥੋੜ੍ਹੀ ਮੰਨੀ ਹੈ ਵੀ ਅਸੀਂ ਸ਼ਬਦ ਕਬੀਰ ਦਾ ਨਾਂ ਲਿਖੀਏ, ਵੀ ਅਸੀਂ ਆਪਣੇ ਨਾਂ ਲਿਖ ਦਈਏ ਤਾਂ ਸਾਨੂੰ ਮਿਲੀ ਹੈ। ਉਹ ਸ਼ਬਦ ਲੁਕੋ ਵੀ ਤਾਂ ਸਕਦੇ ਸੀ। ਜੇ ਇਹੋ ਜਿਹੇ ਵਿਦਵਾਨ ਹੁੰਦੇ ਨੇ, ਜਿਹੇ ਜਿਹੇ ਇਹ ਨੇ, ਲੁਕੋ ਲੈਂਦੇ। ਉਹਨਾਂ ਨੇ ਲਿਖਤਾ ਉਹ ਸ਼ਬਦ ਜਿਹੜਾ ਸੱਚ ਸੀ, ਸੱਚ ਲਿਖਤਾ ਵੀ ਭਾਈ ਕਬੀਰ ਨੂੰ ਮਿਲੀ ਹੈ, ਨਾਨਕ ਨੂੰ ਤਾਂ ਕਬੀਰ ਦੀ ਬਾਣੀ ਮਿਲੀ ਹੈ। ਇਸੇ ਕਰਕੇ ਕਹਿ ਰਿਹਾ ਸ਼ਬਦ ਗੁਰੂ ਨਾਨਕ। ਕਿਹੜੇ ਸ਼ਬਦ ਨੂੰ ਗੁਰੂ ਕਹਿ ਰਿਹਾ? ਇਸੇ ਨੂੰ ਕਹਿ ਰਿਹਾ ਸ਼ਬਦ ਗੁਰੂ ਸੁਰਤ ਤੋਂ ਚੇਲਾ। ਸ਼ਬਦ ਉਹ ਤਾਂ ਅੰਦਰਲੇ ਨੂੰ ਕਹਿ ਰਿਹਾ ਗੁਰੂ ਹੈ, ਪਰ ਦੱਸਿਆ ਤਾਂ ਇਸੇ ਨੇ ਹੋਇਆ। ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਸੀ ਬਾਣੀ ਭਗਤਾਂ ਦੀ। ਗੁਰੂ ਕਾਲ ਵੇਲੇ ਹੀ ਸਾਰੇ ਹਿੰਦੁਸਤਾਨ 'ਚ ਗ੍ਰੰਥ ਚਲੇ ਗਏ ਸੀ।
ਗੁਰਬਾਣੀਆਂ ਨੇ ਸਾਰੀ ਜੋ ਗ੍ਰੰਥ ਤਿਆਰ ਹੋ ਗਿਆ ਨਾ ਆਪਣੇ ਪੋਥੀ ਸਾਹਿਬ, ਫਟਾਫਟ ਉਤਾਰੇ ਕਰਕੇ ਸਾਰੇ ਹਿੰਦੁਸਤਾਨ ਚਲੇ ਗਏ ਨੇ, ਲਗਾਤਾਰ ਹੁੰਦੇ ਰਹੇ ਨੇ ਉਤਾਰੇ ਇਹਦੇ, ਹਜ਼ਾਰਾਂ ਦੀ ਤਾਦਾਦ 'ਚ ਉਤਾਰੇ ਹੋ ਗਏ ਸੀ। ਆ 400-500 ਦਾ ਹੁਣ ਇੱਥੇ ਪਿਆ ਸੀ ਦਰਬਾਰ ਸਾਹਿਬ 'ਚ, ਜੋ ਹੋਰ ਪਤਾ ਨਹੀਂ ਕਿੰਨੇ ਪਏ ਨੇ ਲੋਕਾਂ ਕੋ, ਪਾਕਿਸਤਾਨ 'ਚ ਉਧਰ ਸਾਰੇ ਹਿੰਦੁਸਤਾਨ 'ਚ ਪਏ ਸੀ ਉਤਾਰੇ। ਨਾਲੇ ਬਹੁਤ ਸਾਰੇ ਸਾੜ ਦਿੱਤੇ ਉਹਨੇ, ਉਹ ਜਿਹੜਾ ਸੀਗਾ ਲਖਪਤ ਜਸਪਤ, ਕਹਿੰਦਾ ਛੱਡਣਾ ਹੀ ਕੋਈ ਨਹੀਂ ਅਸੀਂ, ਫੇਰ ਵੀ ਇੰਨੇ ਪਏ ਨੇ। ਧਾਰਮਿਕ ਆਦਮੀ ਸੀ, ਸਾਰਾ ਦਿਨ ਇਹੀ ਕੰਮ ਕਰਦੇ ਸੀ, ਲਿਖੀ ਜਾਂਦੇ ਸੀ। ਐਵੇਂ ਭਗਤ ਬਾਣੀ ਸੀ, ਕਬੀਰ ਦੀ ਬਾਣੀ ਸਾਰੇ ਹੀ ਪਈ ਸੀ, ਭਗਤਾਂ ਦੀ ਸਾਰਿਆਂ ਦੀ ਬਾਣੀ ਸਾਰੇ ਹੀ ਪਈ ਸੀ। ਸਿੱਖਾਂ ਨੂੰ ਤਾਂ ਸਿੱਖੀ ਦੀ ਸਮਝ, ਇਹਨਾਂ ਨੂੰ ਤਾਂ ਅਰਜੀ ਹੈ। ਜੇ ਨਾਨਕ ਤੋਂ ਬਿਨਾਂ ਹੋਰ ਕਿਸੇ ਨੂੰ ਕੋਈ ਕਹਿ ਦਈਏ, ਇਹਦਾ ਫੁੱਕ ਜਾਂਦੇ ਨੇ ਵੀ ਕਿਉਂ ਕਹਿਤਾ। ਇਸੇ ਕਰਕੇ ਇਹਨਾਂ ਨੂੰ ਅਕਲ ਨਹੀਂ ਆਉਣੀ। ਇਹਨਾਂ ਦੇ ਅੰਦਰ ਈਰਖਾ ਦੁਆਸ਼ ਹੈ, ਨਫ਼ਰਤ ਹੈ। ਜਿੱਥੇ ਨਫ਼ਰਤ ਹੁੰਦਾ ਉੱਥੇ ਨਾਮ ਨਹੀਂ ਫਲਦਾ ਹੁੰਦਾ। ਪੱਠੇ ਦੀ ਜ਼ਮੀਨ 'ਚ ਨਾ, ਜਿੱਥੇ ਪੱਠਾ ਲੱਗਿਆ ਹੋਵੇ ਉੱਥੇ ਫਸਲ ਨਹੀਂ ਪੈਦਾ ਹੁੰਦੀ। ਇਹਨਾਂ ਦੇ ਅੰਦਰ ਤਾਂ ਪੱਠੀ ਹੈ, ਉਹ ਪੱਠੀ ਹੈ ਜਿਹਨੂੰ ਕਬੀਰ ਕਹਿੰਦਾ, ਨਿਰਵਲ ਬੂੰਦ ਆਕਾਸ਼ ਕੀ ਜਾਏ ਪਰੀ ਪੱਠ ਛਾਰ। ਗੁਰਬਾਣੀ ਦਾ ਗਿਆਨ, ਗੁਰਬਾਣੀ ਦੀ ਜਿਹੜਾ ਹੈ ਨਾ ਸੋਝੀ, ਗੁਰਬਾਣੀ ਦੇ ਸ਼ਬਦ ਇਹਨਾਂ ਦੀ ਪੱਠੀ 'ਚ ਜਾ ਕੇ ਡਿੱਗਦੇ ਨੇ। ਪੱਠੀ 'ਚ ਉਹਦਾ ਅਸਰ ਕੋਈ ਨਹੀਂ ਹੁੰਦਾ। ਜਾਏ ਪਰੀ ਪੱਠ ਛਾਰ, ਪੱਠੀ ਦੀ ਸੋਹ ਤੇ ਜਾ ਕੇ ਡਿੱਪੀ, ਉੱਥੇ ਅੰਬ ਲੱਗੇ ਹੋਣਗੇ। ਗਰਮ ਸਵਾਹ ਦੀ ਪੱਠੀ ਦੀ ਉੱਤੇ ਪੈ ਗਈ, ਉਹ ਬੂੰਦ ਉੱਡ ਗਈ। ਇੱਕ ਬੂੰਦ ਕੀ ਗੱਲ ਨੂੰ ਪੱਠੀ ਦੇ ਉੱਤੇ ਜਾ ਕੇ ਡਿੱਗੇ। ਇਹਦਾ ਉਹ ਹਾਲਤ ਹੈ ਇਹਨਾਂ ਦੀ। ਇਹਨਾਂ ਦੇ ਅੰਦਰ ਈਰਖਾ, ਇਹਨਾਂ ਦੇ ਅੰਦਰ ਸਪੋਕਸਮੈਨ ਕੀ ਹੈ, ਵੇਦ ਦਾ ਨਾਮ ਸੁਣ ਕੇ ਮੱਚ ਜਾਂਦਾ। ਵੇਦ ਜੇ ਇਹਦੇ ਕੰਨ 'ਚ ਵੇਦ ਸ਼ਬਦ ਪੈ ਜਾਵੇ ਮੱਚ ਜਾਂਦਾ। ਗੁਰਬਾਣੀ ਕਹਿੰਦੀ ਹੈ ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰਾ ਹੈ। ਉਹ ਕਹਿੰਦੀ ਹੈ ਤੂੰ ਆਪ ਝੂਠਾ ਜਿਹੜਾ ਵਿਚਾਰਦਾ ਨਹੀਂ, ਉਹ ਖਿਲਾਫ ਖੜਾ। ਫਿਰ ਜਾਏ ਪਰੀ ਭੱਟ ਛਾਰਿਆ ਨੂੰ। ਇਹ ਗਿਆਨ ਹੋਣਾ ਬੜਾ ਮੁਸ਼ਕਿਲ ਗੱਲ ਹੈ। ਇਹ ਬੜਾ ਤਕੜਾ ਹਜਮ ਚਾਹੀਦਾ, ਸ਼ਾਂਤੀ ਚਾਹੀਦੀ ਹੈ, ਵਿਚਾਰ ਚਾਹੀਦੀ ਹੈ, ਸੱਚ ਚਾਹੀਦਾ, ਨਿਮਰਤਾ ਚਾਹੀਦੀ ਹੈ। ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈ। ਇਹਨਾਂ ਕੋਲ ਕੀ ਹੈ? ਕੁਝ ਵੀ ਨਹੀਂ। ਜਛ ਗੰਧਰਵ ਸਰਬ ਠੌਰ ਰਹਿਓ ਵਿਰਾਜ, ਇਤਰਾਜ ਰਾਜ ਪ੍ਰਵੀਨ। ਜਛ ਗੰਧਰਵ ਦੇਵ ਦਾਨੋ ਰਾਖਸ਼, ਨਾ ਬ੍ਰਹਮ ਛਤਰੀਆਂ ਮਾਹੇ। ਨਾ ਤਾਂ ਇਹਨਾਂ ਚ ਹੈ, ਨਾ ਬ੍ਰਹਮਾ ਔਰ ਛਤਰੀਆਂ ਚ, ਕਿਸੇ ਚ ਵੀ ਨਹੀਂ ਹੈ। ਇਹ ਤਾਂ ਜੀਵ ਨੇ, ਇਹਨਾਂ ਚ ਨਹੀਂ ਹੁੰਦਾ ਹੈ। ਤਾਂ ਭਗਤਾਂ ਐ ਨਹੀਂ ਹੈ ਵੀ ਛਤਰੀ ਅਸੀਂ, ਸਾਡੇ ਚ ਰੱਬ ਵਧੀਆ, ਤੁਹਾਡੇ ਚ ਘਟੀਆ। ਪੂਰਨ ਰੂਪ ਚ ਨਹੀਂ ਕਿਸੇ ਚ ਸ਼ਬਦ ਪ੍ਰਗਟ ਹੈ, ਉਹ ਗੱਲ ਹੋਰ ਕਹਿ ਰਹੇ ਨੇ। ਰਮਿਆ ਹੋਇਆ ਸਾਰਿਆਂ 'ਚ, ਪ੍ਰਗਟ ਨਹੀਂ ਹੈ। ਨਾ ਬ੍ਰਹਮ ਛਤਰੀਆ ਮਾਹੇ ਦਾ ਮਤਲਬ ਪ੍ਰਗਟ ਰੂਪ 'ਚ ਨਹੀਂ ਹੈ। ਜੇ ਛਤਰੀ ਕਹਿਣਾ ਸੀ ਸ੍ਰੇਸ਼ਟ, ਕਿਉਂ ਹੈ ਵੀ ਤੁਸੀਂ ਸ੍ਰੇਸ਼ਟ ਕਿਉਂ? ਸਰਵ ਸ੍ਰੇਸ਼ਟ ਉਹ ਹੈ ਜੀ, ਸ਼ਬਦ ਪ੍ਰਗਟ ਹੈ। ਚਾਹੇ ਉਹ ਰਵਿਦਾਸ ਚਮਾਰ ਹੈ, ਚਾਹੇ ਉਹ ਚੰਡਾਲ ਹੈ, ਤਾਂ ਤੇ ਉੱਤਮ ਗਣੋ ਚੰਡਾਲਾ। ਨਾਨਕ ਜਾਤ ਬਸੇ ਗੋਪਾਲਾ। ਜਿਹਦਾ ਗੋਪਾਲ ਬਸ ਗਿਆ, ਉਹ ਚੰਡਾਲ ਵੀ ਜਿਹੜਾ ਹੈਗਾ ਉੱਤਮ ਹੈ। ਚਾਹੇ ਉਹ ਸਧਨਾ ਕਸਾਈ ਹੈ, ਉਹ ਵੀ ਉੱਤਮ ਹਿਰਦੇ 'ਚ ਪ੍ਰਗਟ ਹੈ। ਹੋਰ ਕਿਸੇ ਖਾਸ ਜਾਤ ਦੇ ਨਹੀਂ ਹੁੰਦਾ। ਜੇ ਕੋਈ ਕਹੇ ਮੈਂ ਬ੍ਰਾਹਮਣ, ਮੈਂ ਉੱਚਾ, ਕੋਈ ਉੱਚ ਨਹੀਂ, ਸਭ ਬਰਾਬਰ ਨੇ। ਨਾਮ ਤੋਂ ਬਿਨਾਂ ਸਾਰੇ ਹੀ ਨੀਚ ਨੇ, ਮੁੱਖ ਦੀ ਗੱਲ। ਨਾਮ ਹੈ ਤਾਂ ਉੱਚਾ, ਨਹੀਂ ਸਾਰੇ ਨੀਚ ਨੇ। ਜਾਤ ਪਾਤ ਕੋਈ ਹੁੰਦੀ ਹੋਈ ਨਹੀਂ, ਦਰਗਾਹ 'ਚ ਨਹੀਂ ਕੋਈ ਜਾਤ ਪਾਤ ਹੁੰਦੀ। ਸਾਡੀਆਂ ਬਣਾਈਆਂ ਹੋਈਆਂ ਨੇ। ਦਰਗਾਹ ਦਾ ਫੈਸਲਾ ਦਰਗਾਹ ਦੇ ਹਿਸਾਬ ਨਾਲ ਹੋਣਾ। ਤੁਸੀਂ ਮੰਨਦੇ ਫਿਰ ਉਹ ਜਾਤਾਂ ਨੂੰ, ਉਹ ਨਹੀਂ ਮੰਨਦੇ ਕੋਈ। ਉੱਥੇ ਕੋਈ ਮਾਨਤਾ ਨਹੀਂ ਕਿਸੇ ਜਾਤ ਨੂੰ।
ਉੱਥੇ ਇਹ ਮਾਨਤਾ ਜ਼ਰੂਰ ਹੈ, ਆਪਨ ਕੋ ਜੋ ਜਾਣੇ ਉੱਚਾ ਸੋਈ ਗਲੀਆਂ ਸਭ ਤੇ ਨੀਚਾ। ਕਹਿੰਦਾ ਨਹੀਂ ਜੀ ਸਾਡੀ ਤਾਂ ਇਹ ਜਾਤ ਉੱਚੀ ਹੈ, ਇਹ ਹੁਣ ਲੰਗਰ ਵਰਤਿਆ, ਅਸੀਂ ਤਾਂ ਖਾਣਾ ਨਹੀਂ ਛਕਣਾ ਨਹੀਂ। ਕਹਿੰਦਾ ਕੋਈ ਨਹੀਂ ਤੁਸੀਂ ਬਹਿ ਜਾਓ ਭਾਈ। ਉੱਪਰ ਤੇ ਛਕੀ ਗਏ, ਉੱਪਰ ਛਕੀ ਗਏ, ਥੱਲੇ ਵਾਟਾ ਰੱਖਿਆ ਹੋਇਆ, ਸਾਰਿਆਂ ਨੂੰ ਚੁਰਾ ਕੇ ਜੇ ਛਕਣਾ ਉਹ ਛਕ ਲਓ। ਜਿਹੜਾ ਥੱਲੇ ਡੁੱਲਿਆ ਨਾ ਸਾਰਿਆਂ ਦਾ, ਸਭ ਤੋਂ ਨੀਚ ਉਹ ਪੀਊ ਨਾ, ਉਹਦਾ ਸਾਰਿਆਂ ਦਾ ਛਕ ਕੇ ਵਿੱਚੋਂ ਡੁੱਲਿਆ ਉਹ ਪੀਣਾ ਪਊਗਾ ਹੁਣ ਤੁਹਾਨੂੰ। ਤਾਂ ਉਹ ਪਿਲਾਇਆ ਸੀ ਕਿ ਘੁੱਟ ਸਾਰਿਆਂ ਨੂੰ ਪਿਲਾਉਂਦੇ ਨੇ, ਕੋਈ ਇਹ ਨਾ ਸਮਝ ਲਵੇ ਮੈਂ ਉੱਚਾ। ਜੇ ਤਾਂ ਉਹ ਛਕ ਲੇਗਾ ਤਾਂ ਚਲਿਆ ਜਾ, ਸੱਚਖੰਡ ਨਹੀਂ ਪਿੱਛੇ ਮੁੜ ਜਾ, ਪਿੱਛੇ ਮੁੜ ਜਾ ਨਹੀਂ। फिर बिष्टा का कीड़ा बिष्टा में समाया जाके अमृत एवं मिलता, एवं मिल जू अमृत। ये कहने असीं श्रेष्ठ हाँ, श्रेष्ठ नहीं है। जिहड़ा श्रेष्ठ कहता अपने आप को उही तो नीच है। जिहड़ा कहना मैं जान लिया सब कुछ उही तो अनजान है, सोई अजान कहे मैं जाना। जिहड़े ब्रह्म ज्ञानी का बोल लाउंदे ने उही तो अनजान है, सोई अजान कहे मैं जाना। जानन हार न छाना रे, जानन हार तो छाड़िया ही नहीं, जानन हार तो लभे नहीं। तुसीं जानन हार हुंदा कौन? वैष्णव के बिखे विराजै शूद्र भी वहना है। ना तो वैष्णव के बिखे विराजदा हो, ना वो शूद्र है। शूद्र भी वहना है, शूद्र भी नहीं है वो, वैष्णव भी नहीं है वो। हुण वैष्णव और शूद्र का एक आप वैष्णव सब तो पवित्र मनदा अपने आप को। ਜਿਹੜੇ ਵੈਸ਼ਨਵ ਸੰਤ ਸੀ ਨਾ, ਇਹ ਧੋ ਕੇ ਲੱਕੜੀਆਂ ਧੋ ਕੇ ਰੋਟੀ ਪਕਾਉਂਦੇ ਤੇ, ਇਹਨਾਂ ਦੇ ਬੱਚੇ ਨੇ ਵੈਸ਼ਨੂ ਜੇ ਉਹ ਦੋ ਚੁੱਲ੍ਹੇ ਕਰਨੇ, ਸਵਾ ਤੇ ਜ਼ਮੀਨ ਪੱਟ ਕੇ ਥੱਲੇ ਚੁੱਲ੍ਹਾ ਕਰਨਾ, ਉਹ ਵੈਸ਼ਨੂਆਂ ਦੀ ਕੈਟਾਗਰੀਆਂ ਦੇ ਵਿੱਚ ਨੇ। ਬਹੁਤ ਅਸੀਂ ਪਵਿੱਤਰ ਹਾਂ, ਨਾ ਸ਼ੂਦਰ ਦੇ ਵਿੱਚ ਹੈ ਨਾ ਵੈਸ਼ਨੂ ਹੈ। ਉਹ ਵੈਸ਼ਨੂ ਨਹੀਂ ਹੈ। ਵੈਸ਼ਨੂ ਹੈ ਕੌਣ? ਜਿਹੜਾ ਆਪਣੇ ਨੂੰ ਵੈਸ਼ਨੂ ਸਮਝਦਾ, ਅਸਲ 'ਚ ਵੈਸ਼ਨੂ ਹੈ ਹੀ ਨਹੀਂ। ਜਿੱਤੇ ਦਾਣੇ ਅੰਨ ਕੇ ਜੀਵ ਆਏ ਨਾ ਕੋਏ, ਸਾਰੇ ਦਾਣੇ ਅੰਨ ਦੇ ਜੀ ਹੈ, ਉਹ ਖਾਣਾ ਤੂੰ ਦਾਲ, ਇਹਨੇ ਜੀ ਮਾਰ ਕੇ ਖਾ ਗਿਆ, ਤੂੰ ਕਹਿੰਦਾ ਮੈਂ ਵੈਸ਼ਨੂ। ਸਾਗ ਸਬਜ਼ੀ ਉਹ ਵੀ ਉਹਦੇ ਵਿੱਚ ਵੀ ਜੀ ਨੇ ਮਾਰ ਕੇ ਖਾਧੇ ਨੇ। ਤਾਂ ਪਾਤੀ ਤੋੜੇ ਮਾਲ ਨਹੀਂ, ਪਾਤੀ ਪਾਤੀ ਜੀਓ, ਪੱਤੇ ਪੱਤੇ ਜੀਵਨ, ਤੂੰ ਕਹਿੰਦਾ ਮੈਂ ਵੈਸ਼ਨੂ। हाँ तू बुद्धिहीन, बुद्धिहीन करके अपने आप को वैष्णु मनदा है, वैष्णु है नहीं। थोड़ी अकल करके अपने आप को वैष्णु मनना होर गल है, वैष्णु होना होर गल है। वैष्णु कौन है? वैष्णु सो जिस उपर सो प्रसन्न, जिदे ते परमेश्वर प्रसन्न वैष्णु। विष्णु की माया ते होए पैन, वैष्णु तो होता। गूढ़ गौड़ न भील भीकर ब्रह्म शेख स्वरूप। गूढ़ गौड़, गौड़ ब्राह्मण होंगे ने। गौड़ ब्राह्मणों की एक जाति है। गौड़ ब्राह्मण नरमे दे करते रहे ने, आदमी की बलि दिंदे रहे ने। गौड़ ब्राह्मण यज्ञ करके बहुत गूढ़ ज्ञान वाले हुए ने, पुन पाप नूं नहीं सी मनते। नर बली आदमी की बली, वो जिहड़ा राजा करदा ना नर मेरे अग, वो इन्हां दा ही चिल है। गूढ़ ज्ञान वाले गौड़ ब्राह्मण ज्यादा गूढ़, जिन्हों को ज्यादा गूढ़ वेदां दा ज्ञान है। आ जिहड़े दूए ने ये समृत शास्त्र का ज्ञान वाले ने, पुन पाप नूं नहीं मनदा गौड़ ब्राह्मण। पुन पाप नहीं ਉਹਦੇ ਵਾਸਤੇ कुछ है, ਸਾਡੇ ਵਾਸਤੇ भी पुन पाप कुछ नहीं है। जो ब्रह्म ज्ञानी है ਉਹਦੇ ਵਾਸਤੇ पुन पाप कुछ नहीं होता। गूढ़ भी लिखा ना नाल गौड़ दे, गूढ़ गौड़, गूढ़ ज्ञान वाले गौड़ ने। गूढ़ गौड़ न भील भीकर, ना ना गूढ़ गौड़ है वो नहीं, ना भील। और ਜਿਹੜੇ ਭੀਲ ਨੇ, ਭੀਲ ਨੇ ਜਿਹਨੇ ਉਹਦੇ ਤੀਰ ਮਾਰਿਆ ਸੀ ਕ੍ਰਿਸ਼ਨ ਤੇ,
ਅਸਲ 'ਚ ਜਿਹੜੇ ਨੇ ਆਦੀਵਾਸੀ, ਉਹ ਜਿੱਥੇ ਹੁਣ ਉੱਤੇ ਦੱਖਣ ਦੇ ਵਿੱਚ ਜਿਹੜਾ ਪਹਾੜੀ ਇਲਾਕਾ ਹੈ, ਆਦੀਵਾਸੀਆਂ ਨੂੰ ਭੀਲ ਕਹਿੰਦੇ ਨੇ। ਸ਼ਿਕਾਰੀ, ਸ਼ਿਕਾਰ ਖੇਡਣਾ ਰਖਣ, ਉਹ ਭੀਲ ਨੇ, ਉਹ ਭੀਲ ਹੈ। ਭੀਕਰ ਬ੍ਰਹਮ ਸ਼ੇਖ ਸਰੂਪ ਨਾ ਬ੍ਰਹਮ ਹੈ ਨਾ ਸ਼ੇਖ ਹੈ, ਕੁਛ ਵੀ ਨਹੀਂ ਹੋ। ਰਾਤ ਦਿਵਸ ਨ ਮਦ ਉਰਧ ਨ ਭੂਮ ਆਕਾਸ਼ ਅਨੂਪ। ਰਾਤ ਦਿਵਸ ਨ ਮਦ, ਨਾ ਰਾਤ ਹੈ ਨਾ ਦਿਨ ਹੈ, ਨਾ ਦੋਹਾਂ ਦਾ ਵਿਚਾਲਾ। ਆਪਾਂ ਕਹਿੰਦੇ ਦੋਏ ਵੇਲੇ ਮਿਲਦੇ ਨੇ, ਸੁਬਾਹ ਸ਼ਾਮ ਦੇ ਆਪਾਂ ਬਣਾਏ ਹੋਏ ਨੇ, ਇਹ ਵੇਲੇ ਸੰਧਿਆ ਕਰਨੀ ਚਾਹੀਦੀ ਆ। ਕੁਛ ਨਹੀਂ ਹੈ। ਉਰਧ ਨ ਭੂਮ ਆਕਾਸ਼ ਨਾ ਉਰਦਾ ਹੈ, ਨਾ ਭੂਮ ਹੈ, ਨਾ ਆਕਾਸ਼ ਹੈ। ਕੁਛ ਨਹੀਂ ਹੈ। ਭੂਮ ਆਕਾਸ਼ ਦੇ ਵਿੱਚ ਕਿਤੇ ਨਹੀਂ ਹੈ। ਜੇ ਤੁਸੀਂ ਕਹੋ ਇਹ ਜਗ੍ਹਾ ਹੈਗਾ, ਕਿਤੇ ਨਹੀਂ। ਕੋਈ ਆਕਾਸ਼ ਦੇ ਵਿੱਚ ਵੀ ਮੰਨਦੇ ਨੇ, ਆਕਾਸ਼ ਦੀ ਵੀ ਪੂਜਾ ਕਰਦੇ ਨੇ, ਭੂਮ ਦੀ ਵੀ ਪੂਜਾ ਕਰਦੇ ਨੇ। ਧਰਤੀ ਦੀ ਪੂਜਾ ਨਹੀਂ ਕਰਦੇ। ਧਰਤੀ ਦੀ ਪੂਜਾ ਕਾਹਦੇ ਕਰਦੇ ਨੇ? ਉਹ ਇਹ ਕਿਹਾ ਵੀ ਧਰਤੀ ਵਿੱਚ ਨਹੀਂ ਹੈ। ਸੂਰਜ ਦੀ ਪੂਜਾ ਕਰਦੇ ਨੇ, ਸੂਰਜ ਵਿੱਚ ਨਹੀਂ ਹੈ। ਪੂਜਾ ਤੋਂ ਰੋਕੇ ਹੋਏ ਰਹੇ ਹੈ। ਕੋਈ ਜਾਤ ਪੂਜਣ ਯੋਗ ਨਹੀਂ ਹੈ, ਕੋਈ ਵੀ ਜਾਤ ਪੂਜਣ ਯੋਗ ਨਹੀਂ ਹੈ। ਭੀਲਾਂ ਦੇ ਵਿੱਚ ਕੋਈ ਆਦਮੀ ਨੂੰ ਭੀਲ ਪੂਜਦੇ ਹੋਣਗੇ, ਜੇ ਭੀਲ ਹੈ ਨਹੀਂ ਤਾਂ ਭੀਲ ਪੂਜਣ ਦੇ ਯੋਗ ਨਹੀਂ ਹੈ। ਗੌੜ ਬ੍ਰਾਹਮਣਾਂ 'ਚ ਗੌੜ ਨੂੰ ਕਿਸੇ ਨੂੰ ਪੂਜਦੇ ਹੋਣਗੇ, ਗੌੜਾਂ 'ਚ ਹੁੰਦਾ ਹੀ ਨਹੀਂ। ਇਹਦਾ ਮਤਲਬ ਕੋਈ ਵੀ ਗੌੜ ਪੂਜਣ ਯੋਗ ਨਹੀਂ ਹੈ। ਇਸ ਤਰੀਕੇ ਨਾਲ ਕੈਟਾਗਰੀ ਕਰੀਆਂ ਨੇ। ਸੰਤ ਸੰਦਰ 'ਚ ਹੈ ਨਹੀਂ ਉਹ। ਸੰਤ ਸੰਦਰ ਦੇ ਜਿੰਨੇ ਚੇਲੇ ਨੇ, ਕੋਈ ਕਿਸੇ ਨੂੰ ਪੂਜ ਨਹੀਂ ਸਕਦੇ ਆਦਮੀ ਨੂੰ। ਅੱਡ ਅੱਡ ਕੱਟ ਕੇ ਵੀ ਫਿਰ ਦੇਖੋ ਕਿਸ ਤਰੀਕੇ ਨਾਲ ਕੱਟਿਆ। ਪਹਿਲਾਂ ਸਮੁੱਚੇ ਤੌਰ ਤੇ ਕਹਿਤਾ ਜਾਤ ਪਾਤ ਹੈ ਨਹੀਂ, ਉਹਦੀ ਸਰੀਰ ਨਹੀਂ, ਦੇਹ ਨਹੀਂ, ਇਹ ਨਹੀਂ, ਉਹ ਨਹੀਂ। ਹੁਣ ਕੱਲੀ ਕੱਲੀ ਕੈਟਾਗਰੀ ਨੂੰ ਕੱਟ ਰਹੇ ਨੇ। ਇੰਨੀ ਬਰੀਕੀ ਨਾਲ ਕੱਟਣ ਦੇ ਬਾਵਜੂਦ ਵੀ ਆਦਮੀ ਫਿਰ ਸਿੱਖ ਮੰਨਣ ਨੂੰ ਤਿਆਰ ਨਹੀਂ। ਇੰਨੀ ਬਰੀਕੀ ਨਾਲ ਦਾਤ ਗੁਰੂ ਗ੍ਰੰਥ ਸਾਹਿਬ ਨੇ ਕੱਟਿਆ ਹੀ ਨਹੀਂ ਹੈ। ਵਿਅਕਤੀ ਪੂਜਾ ਨੂੰ ਇੰਨੀ ਬਰੀਕੀ ਨਾਲ, ਇੰਨੀ ਮਤਲਬ ਹੈ ਸ਼ਿੱਦਤ ਨਾਲ ਜ਼ੋਰ ਦੇ ਕੇ ਗੁਰੂ ਗ੍ਰੰਥ ਸਾਹਿਬ ਨੇ ਵੀ ਨਹੀਂ ਤੁਹਾਨੂੰ ਛਡਾਇਆ, ਜਿੰਨੀ ਬਰੀਕੀ ਨਾਲ ਇੱਥੇ ਛਡਾਇਆ ਹੋਇਆ। ਅਕਾਲ ਉਸਤਤ ਹੈ ਕੀ? ਅਕਾਲ ਦੀ ਪੂਜਾ ਕਰਨੀ ਹੈ। ਪੂਜਾ ਅਕਾਲ ਕੀ? ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਤਿੰਨ ਚੀਜ਼ਾਂ ਨੇ ਪੁਰਾਣੀਆਂ। ਉਹਦਾ ਨਾ ਵੰਡ ਛਕੋ, ਇਹ ਬਣਾਇਆ ਬਾਅਦ ਚ ਵਿਦਵਾਨਾਂ ਦਾ, ਇਹਨਾਂ ਦਾ ਬਣਾਇਆ ਹੋਇਆ। ਸਾਡੇ ਰਾਜ ਕਰੇਗਾ ਖਾਲਸਾ ਵਾਲਿਆਂ ਦਾ, ਇਹ ਨਹੀਂ ਸਾਡਾ ਹੈਗਾ। ਦੋਵਾਂ ਦਾ ਮੇਲ ਕਰਕੇ ਦਿਖਾਓ। ਫਿਰ ਜਿਹੜਾ ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਇਹ ਖਾਲਸੇ ਦਾ ਨਹੀਂ ਹੈ। ਇਹ 2 ਨੰਬਰ ਦੇ ਅੰਦਰ ਬਣਾਇਆ ਹੋਇਆ। ਕਿਰਤ ਸੰਸਾਰੀ ਕਿਰਤ ਹੈ। ਸੰਸਾਰੀ ਕਿਰਤ ਕਰਕੇ ਵੰਡ ਕੇ ਛਕਣਾ, ਇਹ ਉਹ ਗੱਲ ਕਰਦੇ ਨੇ। ਸਾਡੀ ਤਾਂ ਕਿਰਤ ਹੀ ਨਹੀਂ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿਰਤ ਕਰਮ ਦਾ ਵਿਛੋੜਦਾ ਸਾਨੂੰ। ਇਹ ਕਹਿੰਦੇ ਨੇ ਕਿਰਤ ਕਰੋ। ਜਿਹੜੇ ਲੋਕ ਕਹਿੰਦੇ ਨੇ ਕਿਰਤ ਕਰੋ, ਗੁਰਬਾਣੀ ਕਹਿੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿਰਤ ਕਰਮ ਨੇ ਸਾਨੂੰ ਵਿਛੋੜ ਦਿੱਤਾ, ਤੂੰ ਇਹ ਰਾਮ ਕਿਰਪਾ ਕਰਕੇ ਬੁਲਾ ਨਾਲ। ਕਿਰਤ ਕਰਮ ਕਰਨ ਵਾਲਾ ਪਾਣੀ 'ਚ ਨਹੀਂ ਚੱਲਦਾ ਹੁੰਦਾ। ਜਿਹੜਾ ਤੁਸੀਂ ਕਮਾ ਲਿਆ ਉਹਨੂੰ ਵੰਡ ਕੇ ਛਕੋ। ਤੇਰਾ ਨਾ ਤਾਂ ਵੰਡ ਕੇ ਛਕਣਾ ਨਾ। ਉਹ ਜੇ ਮੈਂ ਕਮਾਇਆ ਮੇਰਾ ਹੋ ਗਿਆ ਨਾ, ਉਸੇ ਨੂੰ ਵੰਡ ਕੇ ਛਕਣਾ ਨਾ। ਇਹ ਤਾਂ ਬੁੱਧੀ ਮੱਤ ਹੈ, ਇਹ ਤਾਂ ਗੁਰਮਤਿ ਦੇ ਖਿਲਾਫ ਹੈ ਗੱਲ। ਇਹ 2 ਨੰਬਰ ਦਾ ਬਣਾਇਆ ਹੋਇਆ ਇਹ ਮੱਤ। ਇਹ ਬਣਾਈ ਹੋਈ ਜਿਹੜੇ ਡੇਰਿਆਂ 'ਚ ਜਾਂ ਸਾਧ ਆ ਗਏ ਉਹਨਾਂ ਦੀ, ਇਹਨਾਂ ਨੂੰ ਕੀ ਪਤਾ? ਇਸੇ ਦਾ ਪ੍ਰਚਾਰ ਕਰਦੇ ਨੇ ਸਪੋਕਸਮੈਨ ਉਹਦੀ। ਉਹਨਾਂ ਨੂੰ ਕੀ ਪਤਾ? ਸਾਡਾ ਕੀ ਹੈ? ਪਰਚਾ ਸ਼ਬਦ ਦਾ, ਪੂਜਾ ਅਕਾਲ ਦੀ, ਦੀਦਾਰ ਖਾਲਸੇ ਦਾ। ਉਹ ਕਿਰਤ ਕਰੋ, ਵੰਡ ਛਕੋ। ਇਹਦੇ ਵਿੱਚ ਅਕਾਲ ਆਇਆ ਹੀ ਨਹੀਂ ਹੋਇਆ। ਦੱਸੋ ਅਕਾਲ ਕਿੱਥੇ? ਅਕਾਲ ਕਿੱਥੇ ਆਇਆ? ਜਿਹਦੀ ਆ ਚਰਚਾ ਚੱਲਦੀ ਹੈ, ਜਿਹਦੀ ਚਰਚਾ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਦੀ ਗੱਲ ਕਿੱਥੇ ਰਹਿ ਗਈ? ਇਹ ਗੱਲ ਮਿਸ ਹੋ ਗਈ ਉਹਦੇ ਚੋਂ। ਵੰਡ ਛਕੋ ਚੋਂ, ਵੰਡ ਛਕੋ ਆਦਮੀਆਂ 'ਚ। ਕਿਰਤ ਕਰੋ ਹੱਥਾਂ ਨਾਲ।
ਨਾਮ ਜਪਣਾ ਵਾਲਾ ਨਾਲ, ਨਾਮ ਵਾਲਾ ਨਾ ਨਾਮ ਜਪਣਾ ਸੀ ਨਾ। ਆਹ ਕਿਰਤ ਕਰਨੀ ਹੈ ਜਿਹੜੀ ਇਹਨੂੰ ਕਿਰਤ ਮੰਨਦੇ ਨੇ। ਇਹ ਕੰਮ ਹੈ, ਕਿਰਤ ਨਹੀਂ ਹੈ। ਹੱਥ ਪੈਰ ਕਰ ਕੰਮ ਸਭ। ਕਿਰਤ ਕੀ ਹੈ? ਕਿਰਤ ਸ਼ਬਦ ਵਿਚਾਰ ਹੈ। ਇਹ ਕਿਰਤ ਕਲਪਨਾ ਹੈ, ਇਹ ਕਿਰਤ ਸ਼ਬਦ ਵਿਚਾਰ ਹੈ। ਦੋ ਕਿਸਮ ਦੀ ਕਿਰਤ ਹੈ। ਕਿਰਤ ਹੁੰਦੀ ਹੈ ਸਿਰਫ ਮਨ ਦੇ ਲੈਵਲ ਤੇ, ਕਿਰਤ ਤਾਂ ਮਨ ਦੇ ਲੈਵਲ ਤੇ ਹੈ। ਜਿਹਦਾ ਕਲਪਨਾ ਕੀਤੀ ਹੈ ਤਾਂ ਉਹਦਾ ਵਿਚਰੂਗਾ ਉਹਦੇ ਨਾਲ। ਜੇ ਸ਼ਬਦ ਵਿਚਾਰ ਕੀਤੀ ਹੈ, ਧਰਮ ਦੀ ਕਿਰਤ ਕੀ ਹੈ? ਸ਼ਬਦ ਵਿਚਾਰ। ਜੇ ਗੁਰਬਾਣੀ ਵਿਚਾਰੀ ਹੈ, ਰਿੜਕੀ ਹੈ, ਉਹ ਧਰਮ ਦੀ ਕਿਰਤ ਹੈ। ਕਿਰਤ ਬਿਰਤ ਕਰ ਧਰਮ ਦੀ। ਇਹ ਜੋ ਜਿਹੜਾ ਮਿਲਿਆ ਉਹਨੂੰ ਵੰਡ ਕੇ ਛਕਣ ਦੀ ਤਾਂ ਗੱਲ ਮੰਨਦੇ ਹਾਂ ਅਸੀਂ। ਜੋ ਅਸੀਂ ਰਿੜਕਿਆ ਕਿਸੇ ਨੂੰ ਸਮਝਿਆ, ਉਹਨੂੰ ਵੰਡ ਕੇ ਸਾਰਿਆਂ ਨੂੰ ਵੰਡ ਦੇਣਾ, ਉਹ ਗੱਲ ਤਾਂ ਅਲੱਗ ਹੈ। ਪਰ ਉਹ ਤਾਂ ਵੰਡਣ ਦੀ ਗੱਲ ਹੈ, ਉਹਨਾਂ ਕੋਲ ਤਾਂ ਗੱਲੇ ਨਹੀਂ ਹੈ। ਉਹ ਤਾਂ ਬਾਹਰਲੀ ਕਿਰਤ ਦੀ ਗੱਲ ਕਰਦੇ ਨੇ। ਲੰਗਰ ਬਾਹਰ ਹੈ ਉਹਨਾਂ ਦਾ। ਇਹ ਸਾਰੇ ਧਰਮ ਤੋਂ ਸਖਣੇ ਨੇ ਲੋਕ। ਇਹਨੂੰ ਪਤਾ ਹੀ ਨਹੀਂ ਧਰਮ ਕੀ ਹੁੰਦਾ। ਇਹ ਤਾਂ ਵਿਦਵਾਨਾਂ ਦੀ ਆ ਜਿਹੜੇ ਮਿਸਲਾਂ ਵਾਲੇ ਨੇ ਉਹਨਾਂ ਦੀ ਗੱਲ ਹੈ। ਇਹ ਮਿਸਲਾਂ ਵਾਲਿਆਂ ਦਾ ਧਰਮ ਬਣਾਇਆ ਹੋਇਆ 2 ਨੰਬਰ ਦਿਆਂ ਦਾ। ਇਹਦਾ 2 ਨੰਬਰ ਦਾ ਧਰਮ। 2 ਨੰਬਰ ਦੇ ਧਰਮ ਦਾ ਵਿਦਵਾਨਾਂ ਕੋ ਪ੍ਰਚਾਰ ਹੈ। 1 ਨੰਬਰ ਦਾ ਧਰਮ ਹੈ ਆ ਗੁਰਬਾਣੀ। ਉਹ ਤਾਂ 2 ਨੰਬਰ ਦਾ ਸਾਰਾ ਹੀ। ਪੂਜਾ ਅਕਾਲ ਕੀ। ਅਕਾਲ ਕੀ ਹੈ ਫਿਰ? ਅਸੀਂ ਅਕਾਲ ਉਹਦੇ ਚ ਤਾਂ ਪੂਜਾ ਹੀ ਨਿਕਲ ਗਈ। ਵੰਡ ਛਕਣਾ, ਕਿਰਤ ਕਰਨੀ, ਨਾਮ ਜਪਣਾ। ਪੂਜਾ ਕਿੱਥੇ ਹੈ? ਤਨ ਮਨ ਅਰਪੂ ਪੂਜੀ ਚੜਾਉ ਵਾਲੀ ਗੱਲ ਕਿੱਥੇ ਗਈ? ਭਾਣੇ 'ਚ ਚੱਲਣ ਵਾਲੀ ਗੱਲ ਉੱਥੇ ਕਿੱਥੇ ਹੈ? 2 ਹੀ ਗੱਲਾਂ ਬੜੀਆਂ ਨੇ ਭਾਣੇ ਚੱਲਣ। ਤੇਰਾ ਭਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ, ਨਾਮ ਉੱਥੇ ਕਿੱਥੇ ਹੈ? ਜਿਹੜਾ ਉਹ ਨਾਮ ਹੈ ਨਾ, ਨਾਮ ਜਪਣਾ, ਉਹ ਨਾਮ ਜਪਣਾ ਹੀ ਨਹੀਂ ਹੈ। ਉਹ ਹੈ ਸਾਧਾਂ ਦਾ ਨਾਮ ਜਪਣਾ ਜਾਂ ਸਾਧਾਂ ਦਾ ਪ੍ਰਚਾਰ ਕੀਤਾ ਹੋਇਆ। ਉਹੀ ਆਸਾਰ ਹੁਣ ਕਰਦੇ ਨੇ। ਨਾਮ ਜਪਣਾ ਨਹੀਂ ਹੈ। ਨਾਮ ਹੀ ਨਹੀਂ ਹੈ। ਨਾਮ ਦਾ ਗਿਆਨ ਹੁੰਦਾ। ਐਸਾ ਗਿਆਨ ਜਪੋ ਮਨ ਮੇਰੇ। ਗਿਆਨ ਜਪੋਣ ਕਿਵੇਂ ਜਪੋਗੇ? ਨਾਮ ਕੀ ਹੈ? ਗੁਰਬਾਣੀ ਨੂੰ ਸਮਝਣਾ ਨਾਮ ਜਪਣਾ। ਸਿਰਫ ਜਪਣ ਦਾ ਅਰਥ ਜਾਣਨਾ ਜਾਂ ਸਮਝਣਾ ਹੁੰਦਾ। ਮਹਾਨ ਕੋਚ ਵੀ ਇਹੀ ਅਰਥ ਨੇ ਅਖੀਰ ਦਿੱਤੇ ਉਹਨੇ। ਜਪਣ ਦਾ ਅਰਥ ਜਾਣਨਾ ਜਾਂ ਸਮਝਣਾ ਹੁੰਦਾ। ਰੈਪੀਟੇਸ਼ਨ ਜਪਣ ਦਾ ਮਤਲਬ ਨਹੀਂ ਹੈ। ਬਾਰ-ਬਾਰ ਉਚਾਰਨ ਕਰਨਾ ਗੁਰਬਾਣੀ ਨਹੀਂ ਬਣਦੀ। ਉਹ ਤਾਂ ਕਹਿੰਦਾ ਹਰ ਹਟ ਵੀ ਤੂੰ ਕਰੇ। ਉਹ ਤਾਂ ਹਟ ਵੀ ਤੂੰ ਕਰਦਾ। ਬਾਰ-ਬਾਰ ਇੱਕ ਸ਼ਬਦ ਨੂੰ ਰਟਣਾ ਨਾਮ ਜਪਣਾ ਨਹੀਂ ਹੈ। ਗੁਰਬਾਣੀ ਨਹੀਂ ਬਣਦੀ ਇਹਨੂੰ। ਇਹੀ ਕਰਤਾ ਸ਼ਬਦ ਵਿਚਾਰ ਕਰਨਾ ਕਰਤਾ। ਇਹ ਕਿਰਤ ਬਿਰਤ ਧਰਮ ਦੀ ਕਿਰਤ ਹੈ। ਇੱਕ ਧਰਮ ਦੀ ਕਿਰਤ ਹੈ, ਇੱਕ ਅਧਰਮ ਦੀ ਕਿਰਤ ਹੈ। ਅਧਰਮ ਦੀ ਕਿਰਤ ਕੀ ਹੈ? ਦੂਏ ਦਾ ਹੱਕ ਖੋਹਣਾ, ਕਲਪਨਾ ਕਰਨੀ, ਮੈਨੂੰ ਵੱਧ ਮਿਲ ਜਾਵੇ, ਰੱਬ ਨੇ ਆ ਕਿਉਂ ਨਹੀਂ ਕੀਤਾ, ਕਿਉਂ ਕਰਤਾ। ਇਹ ਧਰਮ ਦੀ ਕਿਰਤ ਹੈ। ਹੁਕਮ ਦਾ ਵਿਰੋਧ ਕਰਨਾ ਧਰਮ ਦੀ ਕਿਰਤ ਹੈ। ਹੁਕਮ ਦੇ ਅਨੁਸਾਰ ਚੱਲਣਾ ਧਰਮ ਦੀ ਕਿਰਤ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ। ਦਰਗਾਹ 'ਚ ਪ੍ਰਵਾਨ ਹੋਣ ਵਾਸਤੇ ਹੁਕਮ ਮੰਨਣਾ ਪਊਗਾ। ਉਹਦੇ ਹੁਕਮ ਦੀ ਗੱਲ ਕਿੱਥੇ? ਕਿਰਤ ਕਰਨਾ, ਵੰਡ ਛਕਣਾ। ਹੁਕਮ ਦੀ ਗੱਲ ਹੀ ਨਹੀਂ। ਹੁਕਮ ਤਾਂ ਖਾਰਿਜ ਕਰਤਾ ਉੱਥੋਂ ਬਿਲਕੁਲ। ਉੱਥੇ ਤਾਂ ਆਪਣੀ ਮਰਜ਼ੀ ਹੈ ਵੰਡ ਛਕਣਾ। ਉੱਥੇ ਕਿੱਥੇ? ਹਾਂਜੀ। ਜਾਤ ਜਨਮ ਨਾ ਕਾਲ ਕਰਮ ਨਾ ਕਰਮ ਧਰਮ ਵਿਹੀਨ। ਜਾਤ ਜਨਮ ਨਾ ਕਾਲ ਕਰਮ। ਜਾਤ ਜਨਮ ਨਾ ਕਾਲ ਕਰਮ। ਨਾ ਉੱਥੇ ਜਾਤ ਹੈ, ਸਰੀਰ ਹੈ, ਨਾ ਉੱਥੇ ਜਨਮ, ਨਾ ਉੱਥੇ ਕਾਲ ਹੈ, ਨਾ ਕਰਮ। ਕਰਮ ਤਾਂ ਹੈ ਹੀ ਨਹੀਂ ਉੱਥੇ। ਉਹ ਜਿਹੜੀ ਕਰਤ ਬਿਰਤ ਕਰ, ਇਹ ਜਿਹੜੀ ਕਹਿੰਦੇ ਕਰਮ ਕਰਨ ਨੂੰ, ਕਿਰਤ ਕਰਨ ਨੂੰ, ਆ ਕਰਮ ਕੱਟਿਆ ਗਿਆ। ਕਰਮ ਤਾਂ ਹੈ ਉਹ ਨਹੀਂ ਉੱਥੇ। ਕਰਮ ਨਹੀਂ ਪਾਣੇ 'ਚ ਚੱਲਣ ਵਾਲਾ। ਕਰਤ ਕਰਮ ਹੋਏ ਨੇ ਕੰਮ ਹੀ ਹੁੰਦਾ। ਜਿਹੜਾ ਪਾਣੇ ਚੱਲਦਾ ਉਹ ਕਰਮ ਕਰਤ ਹੋਏ ਨੇ ਕੰਮ ਹੀ। ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਕੀ ਜਾਣਨ ਮੂਰਖ ਆਦਮੀ ਵੀ ਕੀ ਹੈ, ਗੁਰਬਾਣੀ ਕੀ ਕਹਿੰਦੇ? ਤਾਂ ਮੂਰਖ ਨੇ ਸਾਰੇ।
ਇਹਨਾਂ ਨੂੰ ਕੀ ਪਤਾ ਗੁਰਬਾਣੀ ਤੋਂ ਕਦੋਂ ਅਸੀਂ ਉਲਟ ਹੋ ਗਏ, ਗੁਰਬਾਣੀ ਕੀ ਕਹਿੰਦੀ ਅਸੀਂ ਕੀ ਕਹਿ ਰਹੇ ਹਾਂ। ਆਪਣੇ ਜੋ ਕਹਿ ਰਹੇ ਇਹਨਾਂ ਨੂੰ ਮਿਲਾਇਆ ਹੀ ਨਹੀਂ ਗੁਰਬਾਣੀ ਨਾਲ, ਟੈਲੀਓ ਨਹੀਂ ਕੀਤਾ ਵੀ ਅਸੀਂ ਜੋ ਕਹਿ ਰਹੇ ਠੀਕ ਹੈ। ਫਿਰ ਕਹਿੰਦੇ ਸਿੱਖੀ ਕਿੱਥੇ ਗਈ? ਸਿੱਖੀ ਤੁਹਾਡੇ ਕੋਲ ਠੀਕ ਗੱਲ ਫੜਾਈ ਕੀ ਨੇ ਤੁਹਾਨੂੰ? ਸਿੱਖੀ ਮਿਲੀ ਉਹ ਨਹੀਂ ਸਾਨੂੰ ਵਿਰਸੇ, ਸਿੱਖੀ ਨਹੀਂ ਵਿਰਸੇ 'ਚ ਮਿਲੀ ਹੋਈ। ਸਿੱਖੀ ਮਿਲੀ ਆ ਉਹਨਾਂ ਤੋਂ ਜਿਹੜੇ ਇੱਥੇ ਸਾਧ ਤੇ ਡੇਰੇ, ਉਹਦੇ ਵਿੱਚ ਗੁਰੂ ਤੋਂ ਲੈਣੀ ਸੀ ਸਿੱਖੀ, ਬਾਣੀ ਤੋਂ ਲੈਣੀ ਸੀ ਸਿੱਖੀ। ਗੁਰੂ ਦਾ ਰੌਲਾ ਪਾਈ ਜਾਨੂੰ, ਗੁਰੂ ਗ੍ਰੰਥ ਹੈ, ਇਹ ਤਾਂ ਪੁੱਛਿਆ ਨਹੀਂ ਕਦੇ ਵੀ ਸਿੱਖੀ ਕੀ ਹੈ। ਇਹ ਤਾਂ ਪੁੱਛਦੇ, ਹੁਣ ਵੀ ਨਹੀਂ ਪੁੱਛਦੇ। ਇਹ ਤੋਂ ਇਹਨਾਂ ਜਿੱਧਰ ਨੂੰ ਮਰਜ਼ੀ ਲੈ ਕੇ ਤੁਰ ਪੈਂਦੇ ਨੇ, ਥੋੜੀ ਦੇਖਦੇ ਨੇ ਵੀ ਇੱਦੋਂ ਹੁਣ ਰਾਹ ਬਈ ਹੁਣ ਕਿੱਧਰ ਨੂੰ ਜਾਣਾ, ਪਲਾਨ ਆਪ ਕਰਦੇ ਨੇ ਰਾਹ ਦਾ। ਜਾਂ ਨਗਰ ਕੀਰਤਨ ਜਿਹਨੂੰ ਕਹਿੰਦੇ ਨੇ ਕਰਦੇ ਨੇ, ਗੁਰੂ ਤੋਂ ਪੁੱਛ ਕੇ ਕਰਦੇ ਨੇ ਪਲਾਨ ਵੀ ਕਿੱਧਰ ਲੈ ਕੇ ਚੱਲੀਏ ਤੈਨੂੰ। ਫਿਰ ਪਲਾਨ ਤੁਹਾਡਾ, ਮਰਜ਼ੀ ਤੁਹਾਡੀ ਹੈ। ਗੁਰੂ ਤੋਂ ਪੁੱਛੋ ਵੀ ਅਸੀਂ ਲੈ ਕੇ ਜਾਈਏ ਨਾ ਲੈ ਕੇ ਜਾਈਏ। ਗੁਰੂ ਤੋਂ ਪੁੱਛੋ ਕਿਹੜੇ ਰਾਹ ਜਾਣਾ, ਕੀਤਾ ਲੋੜੀਏ ਕੰਮ 100 ਰੁਪਏ ਆਖੀਏ, ਉਹ ਕਿੱਥੇ ਗਿਆ? ਜੇ ਗੁਰੂ ਕਹਿੰਦਾ ਮੈਨੂੰ ਲੈ ਕੇ ਨਾ ਜਾਓ ਕਿਤੇ ਤਾਂ ਨਾ ਜਾਓ, ਜੇ ਕਹਿੰਦਾ ਲੈ ਚਲੋ ਫਿਰ ਲੈ ਜਿਓ। ਪਹਿਲਾਂ ਪੁੱਛਦਾ ਲੋਕ ਕੀ ਕਹਿੰਦੇ, ਕਰਦੇ ਨਾ ਪੈਰ ਤੇ ਆਪਣੀ ਮਰਜ਼ੀ, ਗੱਲਾਂ ਕਰਦੇ ਨੇ ਗੁਰੂ ਦੀਆਂ। ਮਤਲਬ ਕੀ ਹੈ? ਮਤਲਬ ਪੈਸੇ ਇਕੱਠੇ ਕਰਨ ਦਾ, ਮਤਲਬ ਤਾਂ ਪੈਸੇ ਇਕੱਠੇ ਕਰਨ ਦਾ। ਪਖੰਡ ਗੁਰੂ ਦਾ ਮੂਹਰੇ ਰੱਖਿਆ ਹੋਇਆ, ਢਾਂਗ ਹੈ। ਨਾ ਧਰਮ ਕਰਮ ਵਿਹੀਨ, ਨਾ ਧਰਮ ਕਰਮ ਵਿਹੀਨ। ਧਰਮ ਵੀ ਉਹਨੂੰ ਲੋੜ ਹੈ, ਸਾਨੂੰ ਧਰਮ ਦੀ ਲੋੜ ਹੈ, ਉਹਨੂੰ ਕੋਈ ਧਰਮ ਦੀ ਲੋੜ ਨਹੀਂ। ਧਰਮ ਦੀ ਲੋੜ ਕਿਸੇ ਹੱਦ ਤੱਕ ਹੈ, ਤੁਰਨ ਦੀ ਲੋੜ ਉਦੋਂ ਤੱਕ ਹੈ ਜਿੰਨਾ ਚਿਰ ਅਸੀਂ ਮੰਜ਼ਿਲ ਤੇ ਨਹੀਂ ਪਹੁੰਚੇ। ਜਦ ਮੰਜ਼ਿਲ ਤੇ ਪਹੁੰਚੇ ਫਿਰ ਤੁਰ ਕੇ ਖੂਹ 'ਚ ਨਿਕਲਿਆ, ਕਹਾਂ ਕਿੱਥੇ ਜਾਣਾ, ਕਹਾਂ ਕਿੱਥੇ ਜਾਣਾ। ਮੰਜ਼ਿਲ ਤੇ ਪਹੁੰਚ ਕੇ ਬਹਿ ਜਾਓ ਜਾ ਕੇ, ਫਿਰ ਟਿਕਣਾ। ਜਿੰਨਾ ਚਿਰ ਮੰਜ਼ਿਲ ਨਹੀਂ ਆਉਂਦੀ ਉਹਨਾਂ ਚਿਰ ਟਿਕਾਓ ਹੈ ਨਹੀਂ। ਜਾਂ ਮੰਜ਼ਿਲ ਤੇ ਚਲੇ ਗਏ ਉੱਥੇ ਟਿਕ ਜਾਣਾ, ਥਿਰ ਹੋ ਜਾਣਾ। ਥਿਰ ਕਦ ਹੋਊਗਾ ਜੇ ਟਿਕਿਆ ਨਾ? ਥਿਰ ਨਾਰਾਇਣ ਥਿਰ ਹੁੰਦਾ ਹੈ। ਥਿਰ ਗੁਰੂ ਥਿਰ ਹੁੰਦਾ ਹੈ। ਜਿਹੜਾ ਥਿਰ ਨਹੀਂ ਉਹ ਗੁਰੂ ਨਹੀਂ ਹੈ। ਥਿਰ ਨਾਰਾਇਣ, ਥਿਰ ਗੁਰੂ, ਥਿਰ ਸਿਰਿਆ ਆਕਾਰ। ਤੇ ਗੁਰੂ ਦਾ ਥਿਰ ਹੈ, ਤੁਸੀਂ ਗੁਰੂ ਨੂੰ ਲਈ ਫਿਰਦੇ ਹੋ ਭੱਜੇ। ਉਹਨੂੰ ਥਿਰ ਰਹਿਣ ਦਾ ਇੱਕਦਮ ਆਪ ਟਿਕੋ। ਉਹ ਆਪਣਾ ਮਨ ਨਹੀਂ ਟਿਕਦਾ, ਟਿਕਣ ਗੁਰੂ ਨੂੰ ਨਹੀਂ ਦਿੰਦੇ ਨਾਲ। ਇਹ ਮਨ ਕਿਵੇਂ ਟਿਕੇ? ਭੁੱਖ ਮਾਇਆ ਦੀ ਆ ਨਾ, ਉਹ ਟਿਕਣ ਨਹੀਂ ਦਿੰਦੀ। ਮਾਇਆ ਦੀ ਭੁੱਖ ਨਹੀਂ ਟਿਕਣ ਦਿੰਦੀ। ਮਾਇਆਧਾਰੀ ਨਹੀਂ ਟਿਕ ਸਕਦੇ, ਮਾਇਆ ਡੋਲਣੀ ਹੈ। ਨਾ ਮਾਇਆ ਟਿਕੇ ਨਾ ਮਾਇਆਧਾਰੀ ਟਿਕੇ। ਮਾਇਆ ਨੂੰ ਛੱਡ ਕੇ ਟਿਕੂਗਾ ਮਨ, ਜਾਂ ਟਿਕੂਗਾ ਮਾਇਆ ਦੀ ਭੁੱਖ ਤਿਆਗ ਕੇ ਮਨ ਟਿਕੂਗਾ। ਗੁਰੂ ਨੂੰ ਤਾਂ ਲੋੜ ਨਹੀਂ ਕਿਸੇ ਚੀਜ਼ ਦੀ, ਲੋੜ ਤਾਂ ਸਾਨੂੰ ਹੈ। ਤੀਰਥ ਯਾਤਰ ਨਾ ਦੇਵ ਪੂਜਾ, ਗੌਰ ਕੇ ਨਾ ਅਧੀਨ। ਤੀਰਥ ਨਾ ਕੋਈ ਤੀਰਥ ਹੈ, ਨਾ ਕੋਈ ਯਾਤਰਾ, ਨਾ ਦੇਵ ਪੂਜਾ, ਨਾ ਕੋਈ ਦੇਵ ਪੂਜਾ, ਨਾ ਕਿਸੇ ਬੜੀ ਗੌਰ ਦੇ ਅਧੀਨ। ਗੋਰਾ ਪੂਜਦੇ ਨੇ ਨਾ ਬਾਅਦ ਦੇ ਵਿੱਚ, ਨਾ ਕੋਈ ਉਹਦੇ ਅਧੀਨ। ਉਹ ਨਹੀਂ ਉੱਥੇ ਬੈਠਾ, ਆਤਮਾ ਨਹੀਂ ਉੱਥੇ ਬਹਿੰਦੀ ਹੁੰਦੀ ਗੌਰ ਦੇ ਵਿੱਚ। ਜੇ ਤੁਸੀਂ ਉਹਦੀ ਗੌਰ ਬਣਾ ਲਈ, ਆਤਮਾ ਨਹੀਂ ਉੱਥੇ ਹੁੰਦੀ। ਆਤਮਾ ਨੇ ਉੱਥੇ ਕੀ ਕਰਨਾ ਬੈਠ ਕੇ? ਤੀਰਥ ਯਾਤਰਾ ਨਾ ਦੇਵ ਪੂਜਾ, ਗੌਰ ਕੇ ਨਾ ਅਧੀਨ। ਨਾ ਤੀਰਥ ਯਾਤਰਾ ਉਹਦੇ ਵਾਸਤੇ ਧਰਮ ਨਹੀਂ ਜਦ ਹੈ, ਧਰਮ ਦੇ ਨਾਲ ਸੰਬੰਧਿਤ ਨੇ। ਤੀਰਥ ਯਾਤਰਾ, ਇਹ ਗੌਰ, ਦੇਵ ਪੂਜਾ ਵਗੈਰਾ, ਇਹ ਤਾਂ ਧਰਮ ਦੇ ਅਧੀਨ। ਤੇ ਧਰਮ ਦੇ ਹੈ ਹੀ ਨਹੀਂ ਤੇ ਇਹ ਚੀਜ਼ਾਂ ਵੀ ਨਹੀਂ ਨਾਲ ਦੀ ਨਾਲ। ਸਰਬ ਸਬਤ ਪਤਾਰ ਕੇ ਤਰ ਜਾਨੀਏ ਜਿਹ ਜੋਤ। ਜਿਹਦੀ ਜੋਤ ਸਾਰਿਆਂ ਦੇ ਵਿੱਚ ਹੈ, ਸੱਤਾਂ ਪਤਾਲਾਂ ਦੇ ਵਿੱਚ ਹੈ। ਥੱਲੇ ਚਾਹੇ ਪਾਣੀ ਦੇ ਵਿੱਚ ਨੇ ਜਿਹੜੇ ਜੀਵ, ਉਹਨਾਂ ਦੇ ਵਿੱਚ ਵੀ ਜੋਤ ਹੈ। ਸੰਖ ਹੁੰਦੇ ਨੇ, ਉਹਨਾਂ 'ਚ ਕੀੜੇ ਹੁੰਦੇ ਨੇ, ਉਹਨਾਂ ਜੋਤ ਹੈ।
ਸਰਬ ਸਤ ਪਤਾਲ ਦੇ ਵਿੱਚ ਜੋਤ ਹੈ ਉਹਨਾਂ ਦੀ, ਉਹਦੀ ਜਿੱਥੇ। ਉਹਨੂੰ ਤੁਸੀਂ ਕਿੱਥੇ ਮੰਨੋਗੇ, ਕਿੱਥੋਂ ਲੱਭੋਗੇ? ਕਿਸੇ ਬੜੀ ਚੋਂ ਲੱਭ ਲਓਗੇ, ਕਿਸੇ ਖਾਸ ਜਗ੍ਹਾ ਤੇ ਜਾ ਕੇ ਲੱਭ ਲਓਗੇ, ਹਜੂਰ ਸਾਹਿਬ ਜਾ ਕੇ ਲੱਭ ਲਓਗੇ। ਉਹ ਤਾਂ ਅਸੀਂ ਜਗ੍ਹਾ ਦਾ ਦਰਸ਼ਨ ਕਰਨ ਨੂੰ ਜਾਂਦੇ ਹਾਂ ਵੀ ਇੱਥੇ ਆਏ ਸੀ, ਆਹ ਗੱਲ ਸੀ, ਇੱਥੇ ਹਿਸਟਰੀ, ਉਹ ਚਲੇ ਜਾਂਦੇ ਨੇ। ਲੱਭਣ ਨੂੰ ਤਾਂ ਕੁਝ ਨਹੀਂ ਹੈ, ਲੱਭਣ ਨੂੰ ਤਾਂ ਗੁਰਬਾਣੀ ਮੰਨ ਕੇ ਹੈ। ਉਹ ਚਾਹੇ ਉੱਥੇ ਜਾ ਕੇ ਮੰਨ ਲਓ, ਚਾਹੇ ਇੱਥੇ ਬੈਠ ਕੇ ਮੰਨ ਲਓ। ਗੁਰਬਾਣੀ ਮੰਨੇ ਤੇ ਬਿਨਾਂ ਕੁਛ ਨਹੀਂ ਪ੍ਰਾਪਤੀ ਹੋਣੀ। ਸੈਰ ਸਪੱਟਾ ਕਰਿਓ, ਕਿਤੇ ਕਰਿਓ ਸੈਰ ਸਪੱਟਾ ਕਰਕੇ, ਦੇਖਿਆ ਉਹ ਹਿਸਟਰੀ ਹੈ। ਇਤਿਹਾਸ ਪੜ੍ਹ ਕੇ ਕੀ ਫਾਇਦਾ? ਬਾਣੀ ਮੰਨ ਕੇ ਫਾਇਦਾ, ਇਤਿਹਾਸ ਪੜ੍ਹ ਕੇ ਕੋਈ ਫਾਇਦਾ ਨਹੀਂ ਹੋਣਾ। ਇਤਿਹਾਸ ਸਾਰਾ ਪੜ੍ਹ ਕੇ ਯਾਦ ਕਰਕੇ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ। शेष नाम सहंसर फन है नेत पूर्ण होत। शेष नाम सहंसर फन है, ਸਾਂਸਰ ਫਣ, ਉਹ ਜਿਹੜੇ ਕਰਦੇ ਨੇ ਨਾ ਨਾਮ ਰਟਣ ਯੋਗ, ਉਹ ਸੱਪ ਨੇ ਸਾਰੇ ਸਾਂਸਰ ਫਣ, ਉਹ ਥੱਲੇ ਬੈਠੇ। नह नेत पूर्ण होत। ਉਹ ਸੱਪ ਮਾਇਆਧਾਰੀ ਨੇ, ਮਾਇਆਧਾਰੀ ਹੁੰਦਾ ਸੱਪ। ਇਹ ਸਾਰੇ ਮਾਇਆਧਾਰੀ ਨੇ। ਇਹਨਾਂ ਨੇ ਬੜੇ ਬੜੇ ਜਿਹੜੇ ਨੇ ਨਾ ਸੋਨੇ ਦੀਆਂ ਮੂਰਤੀਆਂ ਵਿੱਚ ਲਾ ਕੇ ਹੀਰੇ ਜੋ ਉਹ ਜਿਹੜੇ ਬਣਾਏ ਤੇ ਮੂਰਤੀਆਂ ਸੋਮਨਾਥ ਦੇ ਮੰਦਰ 'ਚ ਬਣਾਈ ਸੀ, ਮੂਰਤੀ ਬਣਾਈ ਸੀ ਨਾ ਕੋਈ ਨੂੰ ਹੀਰਾ ਲਾ ਕੇ। ਇਹ ਮਾਇਆਧਾਰੀਆਂ ਨੇ ਬਣਾਈ ਤੀ। ਇਹਨਾਂ ਨੂੰ ਤਾਂ ਇੰਨਾ ਬੁਰਾ ਕਹਿੰਦੀ ਹੈ ਗੁਰਬਾਣੀ। ਇਹ ਲੋਕਾਂ ਦੀ ਬੁਰਕੀ ਮੂੰਹ 'ਚੋਂ ਖੋ ਕੇ ਨਾ ਇਹੋ ਜਿਹੇ ਉਲਟ ਪਟਾਂਗ ਚੀਜ਼ਾਂ ਤੇ ਪੈਸਾ ਲਾਈ ਜਾਂਦੇ ਨੇ। ਭਗਤਾਂ ਨੇ ਨਹੀਂ ਇਹ ਕੰਮ ਕੀਤਾ ਹੈਗਾ। ਗਰੀਬ ਲੋਕਾਂ ਤੋਂ ਖੋ ਕੇ ਸੋਨਾ ਜੇ ਅਮੀਰਾਂ ਨੇ ਤੁਹਾਨੂੰ ਦੇ ਵੀ ਦਿੱਤਾ, ਮੰਨ ਲਓ, ਤੁਸੀਂ ਗਰੀਬਾਂ 'ਚ ਉਹਨੂੰ ਦੇ ਦਿਓ, ਦਾਨ ਕਰ ਦਿਓ, ਪੈਸਾ ਉਹਨੂੰ ਵੇਚ ਕੇ ਲੰਗਰ ਲਾ ਦਿਓ, ਕੋਈ ਉਹਨਾਂ ਦਾ ਸਵਾਰ ਦਿਓ ਗਰੀਬਾਂ ਦਾ। ਮੈਨੂੰ ਇਹ ਦੱਸੋ ਵੀ ਮੰਦਿਰ ਬਣਾ ਕੇ ਲਾਭ ਕੀ ਹੈ ਉਹਨਾਂ ਦਾ? ਤੁਹਾਡੇ ਨਾਲ ਤਾਂ ਗੌਰਮੈਂਟ ਇੰਨੀ ਮਾੜੀ ਹੈ। ਗੌਰਮੈਂਟ ਦੇ ਬੰਦੇ ਬੁਰੇ ਤੁਸੀਂ ਵੀ ਕਹਿੰਦੇ, ਲੋਕ ਵੀ ਕਹਿੰਦੇ ਨੇ। ਉਹ ਚੰਗੇ ਨੇ, ਉਹਦੇ ਗਰੀਬਾਂ ਦਾ ਕੁਛ ਨਾ ਕੁਛ ਤਾਂ ਕਰੀ ਜਾਂਦੇ ਨੇ। ਉਹ ਭੁੱਖੇ ਮਰਦੇ ਨੇ, ਕਿਤੇ ਅੰਨ ਭੇਜਤਾ, ਕਿਤੇ ਕੁਛ ਤਾਂ ਕਰਦੇ ਹੀ ਨੇ। ਉਹ ਤੁਸੀਂ ਦੱਸੋ ਕੀ ਕਰਦੇ ਹੋ? ਪੈਸਾ ਉਹਦਾ ਇਕੱਠਾ ਕਰਕੇ ਕਿਥੋਂ ਬਲੌਕ ਕਰਕੇ ਰੱਖਦੇ ਨੇ। ਇਹ ਬਲੌਕ ਕਰਨ ਵਾਲੀ ਚੀਜ਼ ਹੈ ਪੈਸਾ। ਇਹਦਾ ਸਰਕਲ ਚੱਲਦਾ ਰਹੇ। ਪਬਲਿਕ ਹੈ, ਇੰਨੀ ਪਬਲਿਕ ਇੰਨੀ ਦੁਖੀ ਹੈ। ਤੁਸੀਂ ਅਰਬਾਂ ਖਰਬਾਂ ਰੁਪਈਏ ਲਾਈ ਜਾਂਦੇ, ਵੇਸਟ ਕਰੀ ਜਾਂਦੇ ਹੋ। ਫਿਰ ਤੁਸੀਂ ਕਹਿੰਦੇ ਅਸੀਂ ਧਾਰਮਿਕ ਹਾਂ। ਧਰਮ ਤਾਂ ਹੁੰਦਾ ਜਿਹੜਾ ਪਬਲਿਕ ਹੈ, ਜਿਹਦੇ ਵਿੱਚ ਆਤਮਾ ਹੈ, ਉਹਦੀ ਰੱਖਿਆ ਕਰੇ ਕੋਈ, ਉਹਦੇ ਵਾਸਤੇ ਕੋਈ ਕਰੇ। ਤੁਹਾਨੂੰ ਆਤਮਾ ਕੋਈ ਕੁਛ ਨਹੀਂ ਕਹਿੰਦੀ, ਤੁਹਾਡੀ ਆਤਮਾ ਬਿਲਕੁਲ ਨਹੀਂ ਪਸੀਂਦੀ ਹੈ ਦੇਖ ਕੇ ਸਭ ਕੁਛ। ਫਿਰ ਤਾਂ ਤੁਸੀਂ ਨਿਰਦਈ ਹੋ। ਫਿਰ ਕੌਣ ਕਹਿੰਦਾ ਤੁਹਾਡੇ ਦਇਆ ਹੈ? ਇਹ ਤਾਂ ਟੈਸਟ ਹੈ ਤੁਹਾਡਾ, ਤੁਹਾਨੂੰ ਦੇ ਕੇ ਦੇਖਿਆ। ਰਾਜੇ ਨੂੰ ਰਾਜ ਦੇ ਕੇ ਦੇਖਦਾ ਉਹ ਵੀ ਰਾਜਾ ਕੀ ਕਰਦਾ ਹੈ, ਤਬ ਉਹ ਰਾਜ ਮਿਲਦਾ ਹੈ। ਤਪ ਕੀਤਾ ਤੁਹਾਨੂੰ, ਬੜਬੜੀਆਂ ਸਰਦਾਰੀਆਂ ਮਿਲੀਆਂ ਨੇ, ਬੜੇ ਤੁਹਾਨੂੰ ਅਹੁਦੇ ਮਿਲੇ ਨੇ, ਪੁਜਾਰੀ ਪਣਾ ਦੇ ਹੱਕ ਮਿਲੇ ਨੇ, ਅਰਬਾਂ ਖਰਬਾਂ ਰੁਪਈਏ ਮਿਲੇ ਨੇ। ਤੁਸੀਂ ਉਹ ਰੁਪਈਏ ਦਾ ਇਸਤੇਮਾਲ ਕਿੱਥੇ ਕਰਦੇ ਹੋ? ਜੇ ਇਸਤੇਮਾਲ ਠੀਕ ਨਾ ਕੀਤਾ, ਨਰਕ ਤਿਆਰ ਨੇ, ਯਾਦ ਰੱਖਿਓ ਸਾਰੇ। ਇਹ ਤੁਹਾਡੇ ਨਾਲ ਸਰਕਾਰ ਦੇ ਬੰਦੇ ਤੁਹਾਡੇ ਨਾਲ ਚੰਗੇ ਨੇ, ਚਾਹੇ ਬੁਰੇ ਕਿੰਨੇ ਹੀ ਨੇ। ਉਹ ਬੁਰੇ ਕਿੰਨੇ ਹੀ ਨੇ, ਪਰ ਤੁਹਾਡੇ ਨਾਲ ਫਿਰ ਚੰਗੇ ਨੇ। ਕੁਛ ਤਾਂ ਕਰਦੇ ਨੇ, ਤੁਸੀਂ ਤਾਂ ਉਹ ਵੀ ਨਹੀਂ ਕਰਦੇ। ਪਬਲਿਕ 'ਚ ਰਹਿੰਦੇ ਨੇ, ਪਬਲਿਕ 'ਚ ਵਿਚਰਦੇ। ਜੇ ਨਹੀਂ ਕਰਦੇ ਪਬਲਿਕ ਬੁੱਧੇ ਮਾਰ ਦਿੰਦੀ ਇਹਨਾਂ ਨੂੰ ਵੋਟਾਂ ਨਾਲ। ਅਗਲੇ ਚਾਹੇ ਡਰਦੇ ਕਰਦੇ ਨੇ, ਚਾਹੇ ਕਿਵੇਂ ਕਰਦੇ ਨੇ, ਕਰਦੇ ਤਾਂ ਹੁਣ ਨਾ ਕੁਛ। ਨਾਲੇ ਬਹੁਤ ਕੋਈ ਨਹੀਂ ਜੰਮਾ ਇਹਨਾਂ ਨੂੰ ਕਹਿੰਦਾ, ਚਾਹੇ ਆਪ ਵੀ ਕਹਿੰਦੇ ਨੇ ਵੀ ਸਿਆਸਤ ਬਹੁਤ ਗੰਦੀ ਹੈ, ਅਸੀਂ ਠੀਕ ਨਹੀਂ ਹੈਗੇ। ਤੁਸੀਂ ਇਹ ਵੀ ਨਹੀਂ ਮੰਨਦੇ, ਤੁਸੀਂ ਤਾਂ ਇਹਨਾਂ ਨੂੰ ਵੀ ਭੈੜੇ ਹੋਗੇ। ਤੁਸੀਂ ਇਹਨਾਂ ਨੂੰ ਸੇਧ ਦੇਣੀ ਸੀ। ਸੇਧ ਤੁਸੀਂ ਕੀ ਦਵੋ? ਸਵਾਹ ਦਵੋ ਸੇਧ, ਜਾਂ ਤੁਸੀਂ ਆਪੇ ਠੀਕ ਨਹੀਂ ਹੈਗੇ। ਸੇਧ ਤੁਹਾਡੀ ਤਾਂ ਸੇਧ ਕਿਉਂ ਨਹੀਂ ਦਿੰਦੇ? ਇਹ ਆਪਣੇ ਕਰਮ ਚੰਗੇ ਨਹੀਂ ਹੁਣ ਸਾਰੀ ਸੇਧ ਦਿੰਦੇ। ਸੇਧ ਤਾਂ ਉਹ ਦੇਵੇ ਨਾ, ਸੇਧ ਤਾਂ ਨਾਨਕ ਦੇ ਸਕਦਾ ਨਾ। ਰਾਜੇ ਸੀ ਮੁਕੱਦਮ ਕੁੱਤੇ, ਕੌਣ ਕਹੂਗਾ?
ਜਿਹਦੇ ਪੱਲੇ ਪਾਈਆ ਆਟਾ ਨਹੀਂ ਹੈ ਉਹ ਕਹੂਗਾ। ਜੇ ਇੱਥੋਂ ਉੱਥੇ ਜਾਂਦਾ ਤੁਰ ਕੇ ਪੈਦਲ, ਪਾਈਆ ਆਟਾ ਬੰਨ ਕੇ ਨਹੀਂ ਲੈ ਕੇ ਜਾਂਦਾ ਉੱਥੋਂ ਵੀ ਰਾਜ ਮੈਂ ਭੁੱਖਾ ਹੂੰ ਕਿੱਥੇ। ਜੇ ਰਾਜ ਭੁੱਖ ਲੱਗਿਆ ਹੀ ਕੀ ਖਾਊਗਾ। ਬੜੇ ਬੜੇ ਧਨਾੜ ਆਦਮੀ ਬੂਝਦੇ ਨੇ, ਪਰ ਪਾਈਆ ਆਟਾ ਨਹੀਂ ਬੰਨ ਕੇ ਲੈ ਕੇ ਜਾਂਦਾ ਨਾਨਕ ਨਾਲ। ਕਹਿੰਦਾ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ ਜਿੱਥੇ ਲਿਖੇ ਦਾਣੇ ਨੇ ਉਹ ਪਏ ਨੇ ਕਹਾਂ ਖਾ ਲਾਂਗੇ। ਨਾਥ ਹਸਮਾ ਹੱਥ ਕਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ। ਅੱਗੇ ਦਾਣੇ ਪਏ ਨੇ ਮੇਰੇ, ਉਹੀ ਖਾਣੇ ਨੇ ਮੈਂ ਜਾ ਕੇ, ਤੁਸੀਂ ਰੱਖੋ ਆਪਣੇ ਨੂੰ। ਉਹ ਕਹਿ ਸਕਦਾ, ਹੋਰ ਨਹੀਂ ਕੋਈ ਕਹਿ ਸਕਦਾ। ਜਿਹਨੇ ਸੈਂਕੜੇ ਕੁਆਂਟਲ ਸੋਨਾ ਰੱਖਿਆ ਹੋਵੇ ਨਾ ਜਮਾ ਕਰਕੇ ਹੀਰੇ ਜਵਾਹਰਾਤ, ਉਹ ਨਹੀਂ ਕਹਿ ਸਕਦਾ। ਉਹ ਕਿਵੇਂ ਬੋਲੂਗਾ। ਇਹ ਅਪਰਾਧ ਹੈ ਧਰਮ ਦੇ ਨਾਂ ਤੇ, ਠੀਕ ਨਹੀਂ ਹੈਗਾ ਤਾਂ ਅਪਰਾਧ ਹੈ। ਸੇਸ ਨਾਮ ਸਹੰਸਰ ਫਨ ਨਹਿ ਨੇਤ ਪੂਰਨ ਹੋਤ। ਜੇ ਬਾਹਰਲੇ ਨੌ ਜਪਣ ਲੱਗੀਏ ਨਾ ਆਪਾਂ ਇੱਕ ਇੱਕ ਲੈ ਕੇ ਰਟਣ ਲੱਗੀਏ, ਇਹਨਾਂ ਨੌ ਨੇ ਮੁੱਕਦੇ ਹੀ ਨਹੀਂ। ਕਹਿੰਦਾ ਸ਼ੇਸ਼ਨਾਗ ਜਪਦਾ ਨਾ ਉੱਥੇ ਹੀ ਮੁੱਕੇ ਨਹੀਂ। ਜੇ ਸ਼ੇਸ਼ਨਾਗ ਜੱਦਾ ਹੀ ਜਪ ਰਿਹਾ ਮੁੱਕੇ ਨਹੀਂ, ਉਹਨੂੰ ਪ੍ਰਾਪਤੀ ਕੀ ਹੋਈ ਹੈ ਦੱਸੋ ਪਹਿਲਾਂ। ਸ਼ੇਸ਼ਨਾਗ ਨੂੰ ਧਰਤੀ ਦਾ ਬੋਝ ਸਿਰ ਤੇ ਲਈ ਖੜਾ ਹੈ। ਉਹ ਗੱਲ ਕੁਛ ਹੋਰ ਕਹੀ ਤੀ, ਸਮਝ ਹੋਰ ਲਈ ਤੁਸੀਂ। ਗੱਲ ਇਹ ਕਹੀ ਸੀ ਵੀ ਜੇ ਏਦਾਂ ਤੁਸੀਂ ਨਾਮ ਜਪੋਗੇ ਨਾ, ਜਿਵੇਂ ਸ਼ੇਸ਼ਨਾਗ ਜਪਦਾ ਮੂੰਹ ਨਾਲ ਉਚਾਰਨ ਕਰੋਗੇ, ਚਾਹੇ ਕੱਲਾ ਕੱਲਾ ਲੌਂ ਜਪ ਜਾਵੇ, ਫਲ ਕੁਛ ਵੀ ਨਹੀਂ। ਧਰਤੀ ਦਾ ਬੋਝ ਉਨਾ ਹੀ ਹੈ ਸਿਰ ਤੇ, ਮੁੱਕਿਆ ਨਹੀਂ। ਜਿੰਨਾ ਚਿਰ ਜਪਦੇ ਰਹੋਗੇ ਧਰਤੀ ਦਾ ਬੋਝ ਸਿਰ ਤੇ ਹੀ ਰਹੂਗਾ। ਹੋਮੈ ਮੋਹ ਭਰਮ ਪੈ ਭਾਰ ਸਿਰ ਤੇ ਹੀ ਰਹੂਗਾ। ਕੋਈ ਫਲ ਨਹੀਂ ਹੈ, ਉਹਨੂੰ ਫਲ ਨਹੀਂ ਮਿਲਿਆ, ਤੁਹਾਨੂੰ ਕਿਵੇਂ ਮਿਲ ਜੂ। ਤੁਹਾਡੇ ਤਾਂ ਇੱਕ ਜੀਵ ਹੈ। ਗੱਲ ਕੁਛ ਹੋਰ ਕਹੀ ਤੀ, ਸਮਝ ਹੋਰ ਲਈ। ਫਿਰ ਵੀ ਅਕਲ ਨਾ ਆਈ ਤੁਹਾਨੂੰ ਇਹ ਕਹੇ ਤੇ, ਫਿਰ ਮਾੜਾ ਫੜ ਕੇ ਜਪੀ ਜਾਂਦੇ। ਉਹ ਸ਼ੇਸ਼ਨਾਗ ਦੇ 1000 ਜੀਵ ਹੈ, 1000 ਜੀਵ ਨਾਲ ਇਕੱਠੇ 10,000 ਜੀਵ ਹੈ। 10,000 ਨੂੰ ਇੱਕੋ ਵਾਰ ਲੈ ਲੈਂਦਾ, ਤੁਸੀਂ ਇੱਕ ਲੈਂਦੇ ਹੋ। ਉਹਨੂੰ ਨਹੀਂ ਕੁਛ ਮਿਲਿਆ, ਤੁਹਾਨੂੰ ਕੀ ਮਿਲੂ। ਇਹ ਦੇਖਣੀ ਸੀ, ਇਹ ਪੱਖ ਦੇਖਣਾ ਸੀ। ਗੱਲ ਵਿਚਾਰ ਨਹੀਂ ਸੀ ਇਹ। ਵਿਚਾਰ ਦੇ ਤਾਂ ਜੇ ਖਾਲੇ ਚ ਅਕਲ ਹੁੰਦੀ। ਅਕਲ ਵਾਲਾ ਦਾ ਤਾਲਾ ਬੰਦ ਹੈ, ਵਿਚਾਰ ਦਾ ਕੌਣ। ਸੁਣ ਕੇ ਕਹਾਣੀ ਸੁਣਾ ਦਿੰਦੇ ਨੇ। ਸ਼ੇਸ਼ਨਾਗ ਦੀ ਕਹਾਣੀ ਸੁਣਾਉਂਦੇ ਨੇ, ਕਰਦੇ ਹੋਈ ਕੰਮ ਨੇ ਸ਼ੇਸ਼ਨਾਗ ਵਾਲਾ ਹੀ। ਕਹਾਣੀ ਵੀ ਸੁਣਾਈ ਜਾਂਦੇ ਨੇ। ਉਹਨੂੰ ਨਹੀਂ ਫੜ ਹੋਇਆ, ਤੁਹਾਨੂੰ ਫੜ ਕੀ ਹੋਊਗਾ। ਇਸ ਕਰਕੇ ਨਾਮ ਇਹ ਨਹੀਂ ਹੁੰਦਾ। ਨਾਮ ਕੁਛ ਹੋਰ ਹੈ। ਜਿਹਨੂੰ ਨਾਮ ਮਿਲਿਆ ਉਹਨੇ ਗਿਆਨ ਲਿਖਿਆ, ਉਹਨੇ ਦੱਸਿਆ ਐ ਨਾਮ ਮਿਲਦਾ। ਨਾਮ ਆ ਹੁੰਦਾ। ਜਿਹਨੂੰ ਮਿਲ ਜਾਂਦਾ ਉਹਦੀ ਅਵਸਥਾ ਆ ਹੋ ਜਾਂਦੀ ਹੈ। ਉਹ ਤਾਂ ਗੁਰਬਾਣੀ ਦੱਸਿਆ ਹੈ। ਇਹ ਮੱਥਾ ਟੇਕੀ ਜਾਂਦੇ, ਉਹਨੂੰ ਮੱਥਾ ਟੇਕਣ ਨੂੰ ਹੈ। ਇਹ ਸਮਝਣ ਵਾਸਤੇ ਹੈ, ਕਮਾਉਣ ਵਾਸਤੇ ਹੈ, ਮੱਥਾ ਟੇਕਣ ਵਾਸਤੇ ਨਹੀਂ। ਖਾਲੀ ਮੱਥਾ ਟੇਕਣਾ ਮਾੜਾ ਨਹੀਂ ਹੈ, ਪਰ ਮੱਥਾ ਟੇਕਣਾ ਅਪਰਾਧ ਵੀ ਹੈ। ਜਬਰਦਸਤੀ ਖਾਲੀ ਮੱਥਾ ਟੇਕ ਕੇ ਨਾ ਮੰਨਣਾ ਅਪਰਾਧ ਵੀ ਹੈ। ਸੀਸ ਨਵਾਈਏ ਕਿਆ ਥੀ ਹੈ ਜਦ ਦੇਖ ਸੁੱਧਾ ਜਾਏ। ਸ਼ੁੱਧ ਹਿਰਦਾ ਨਹੀਂ ਹੈ ਤੁਹਾਡਾ, ਫਿਰ ਮੰਨਣੀ ਦਾ ਸੀ ਹੈ ਨਹੀਂ। ਮੱਥਾ ਟੇਕ ਦੇਣਾ ਇਹ ਅਪਰਾਧ ਹੈ। ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ। ਸੋਧਿਆ ਬਹੁਤ ਹੈ ਦੇਵਤਿਆਂ ਨੇ ਵੀ ਕੀ ਕਰੀਏ ਕੀ ਨਾ ਕਰੀਏ। ਸੋਧਦੇ ਰਹੇ ਨੇ ਧਰਮ ਚੋਂ ਜਾਂ ਪ੍ਰਾਪਤੀ ਨਹੀਂ ਹੁੰਦੀ। ਦੇਵਤੇ ਸੋਧ ਬਥੇਰੀ ਕਰਦੇ ਰਹਿੰਦੇ ਨੇ। ਇੰਨੀਆਂ ਮੱਤਾਂ ਤਾਂ ਹੀ ਹੋ ਗਈਆਂ। ਮੱਤ ਨੂੰ ਸੋਧਣਾ, ਮੱਤ ਕੀ ਮਰਿਆਦਾ ਸੋਧਦੇ ਹੁੰਦੇ ਨੇ, ਹੋਰ ਮੱਤ ਸੋਧਦੇ ਨੇ। ਮਰਿਆਦਾ ਬਦਲੀ ਜਾਂਦੇ ਹੁੰਦੇ ਨੇ, ਜਿਵੇਂ ਇਹ ਬਦਲੀ ਜਾਂਦੇ ਨੇ। ਕਦੇ ਕੈਲੰਡਰ ਬਦਲ ਲਿਆ, ਕਦੇ ਸੋਧ ਕਰ ਲਈ, ਕਦੇ ਕੁਛ ਕਰ ਲਿਆ, ਜਿਵੇਂ ਇਹ ਲੱਗੇ ਹੋਏ ਨੇ। ਇਹ ਵੀ ਉਹ ਲੱਗੇ ਰਹਿੰਦੇ ਤੇ ਇਹ ਵੀ ਦੇਵਤਿਆਂ ਵਾਲੀ ਉਹ ਗੱਲ ਹੈ। ਇਹਨਾਂ ਕੋਲ ਵਿਦਵਾਨਾਂ ਕੋਲ ਹੋਰ ਕੁਛ ਨਹੀਂ। ਤਾਂ ਹੀ ਤਾਂ ਚੰਡੀ ਦੇ ਬਾਹਰ ਜਦੋਂ ਇਹ ਦਿਖਾਏ ਨੇ ਵੀ ਕੋਟੇ ਨਾ ਤੇ ਪੈਂਦੀ ਹੁੰਦੀ ਹੈ। ਰਾਖਸ਼ ਜਿੱਦਣ ਇਹਨਾਂ ਨੂੰ ਪੈ ਗਏ ਸਾਰੇ ਹੀ ਹਾਰ ਜਾਣਗੇ। ਇਹਨਾਂ ਕੋਲ ਕੁਛ ਵੀ ਨਹੀਂ ਹੈ, ਕਿਸੇ ਗੱਲ ਦਾ ਜਵਾਬ ਨਹੀਂ ਇਹਨਾਂ ਕੋਲ। ਗੁਰਬਾਣੀ ਦਾ ਕੋਈ ਸਵਾਲ ਕਰ ਦੋ, ਕਿਸੇ ਕੋਲ ਨਹੀਂ ਇਹਨਾਂ ਕੋਲ। ਜਿਹੜੇ ਕੈਲੰਡਰ ਦਾ ਰੌਲਾ ਪਾਉਂਦੇ ਨੇ ਨਾ,
ਜੇ ਇਹਨਾਂ ਨੂੰ ਨਾਮ ਕਹਿ ਦੇਵੇ ਨਾਮ ਕੀ ਹੁੰਦਾ ਸਮਝਾ ਦਿਓ, ਜਾਂ ਛੁੱਟਣ ਦੀ ਵਿਧੀ ਕੀ ਹੈ, ਛੁੱਟਣ ਦੀ ਵਿਧੀ ਕੀ ਹੈ ਸਮਝਾ ਦਿਓ। ਜੇ ਬੰਦਾ ਦੱਸ ਦੇਵੇ ਤਾਂ ਕਹਿ ਦਿਓ ਇਹੀ ਆ ਗੁਰਬਾਣੀ 'ਚ ਹੋ ਰਿਹਾ ਹੈ, ਕੀ ਇਹੀ ਆ, ਹੋਰ ਤਾਂ ਕੁਝ ਵੀ ਨਹੀਂ ਹੈ। ਵਿਰੋਧ ਦਾਨਵ ਸਰਬ, ਉਹ ਸੋਚ ਕੇ ਥੱਕ ਗਏ, ਦਾਨਵ ਵਿਰੋਧ ਕਰ ਕਰਕੇ ਥੱਕ ਗਏ। ਉਹ ਵਿਰੋਧ ਕਰਦੇ ਰਹੇ ਨੇ ਹਰੇਕ ਗੱਲ ਦਾ, ਜਿਹੜਾ ਨਵਾਂ ਕੁਝ ਕਰਦੇ ਤੇ ਉਹਦਾ ਵਿਰੋਧ ਕਰਦੇ ਸੀ। ਜਿਵੇਂ ਇੱਕ ਪਾਸੇ ਤਾਂ 10 ਵਰਾਂ ਦੇ ਹੱਕ ਵਾਲੇ ਨੇ, ਗਿਆਨ ਦੀ ਜਿਹਨਾਂ ਨੂੰ ਹੈ, ਉਹ ਅੱਜ ਬਿਆਨ ਕੁਛ ਦੇ ਦਿੰਦੇ ਨੇ, ਕੱਲ ਨੂੰ ਕੁਛ ਦੇ ਦਿੰਦੇ ਨੇ ਸੋਧ ਕੇ। ਉਹ ਵਿਰੋਧ ਕਰਨ ਵਾਲੇ ਵਿਰੋਧ ਕਰੀ ਜਾਂਦੇ ਨੇ, ਉਹ ਸੋਧ ਕਰਨ ਵਾਲੇ ਸੋਧ ਕਰੀ ਜਾਂਦੇ ਨੇ। ਦੋਏ ਥੱਕ ਜਾਣਗੇ, ਦੋਹਾਂ ਨੂੰ ਨਹੀਂ ਪਤਾ ਗੱਲ ਕੀ ਹੈ। ਇਹ ਗੱਲ ਹੈ, ਸੋਧ ਕਰਕੇ ਉਹ ਆਪਣੇ ਬਿਆਨ 'ਚ ਸੋਧ ਕਰੀ ਜਾਣਗੇ। ਜਿਵੇਂ ਹੁਣ ਉਹਨਾਂ ਨੇ ਕਿਹਾ ਵੀ ਖਾਲਸੇ ਵਾਸਤੇ ਹੈ 10 ਗ੍ਰੰਥ, ਸਿੱਖਾਂ ਵਾਸਤੇ ਆਦ ਹੈ, ਸੋਧ ਕੀਤੀ ਹੈ ਨਾ। ਐ ਉਹ ਸੋਧ ਕਰੀ ਜਾਣਗੇ, ਵਿਰੋਧ ਵਾਲੇ ਵਿਰੋਧ ਕਰੀ ਜਾਣਗੇ, ਥੱਕ ਦੋਏ ਜਾਣਗੇ। ਵਿਚਾਲਾ ਕੋਈ ਤੀਜਾ ਪੈਦਾ ਹੋਊ। ਸਾਰੀ ਗੱਲ ਜਦ ਉਹ ਬੋਲੂਗਾ, ਫਿਰ ਜਿਹੜੇ ਸੋਧ ਵਾਲੇ ਨੇ ਉਹ ਤਾਂ ਖੁਸ਼ ਹੋਣਗੇ। ਹਾਲਾਂਕਿ ਉਹਨਾਂ ਦੇ ਵੀ ਕੋਈ ਕਈ ਗੱਲਾਂ ਜਾਣ ਗਿਆ ਵੀ ਭਾਈ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਜਿਹੇ ਨੇ ਤੁਹਾਡੇ ਵਰਗੇ ਹੀ ਨੇ, ਪਰ ਉਹ ਖੁਸ਼ ਹੋਣਗੇ ਕਿ ਉਹਨਾਂ ਨੇ ਵਿਰੋਧ ਨਹੀਂ ਨਾ ਕੀਤਾ। ਸੋਧ ਤਾਂ ਕਰਦੇ ਰਹੇ ਨਾ, ਵਿਰੋਧ ਤਾਂ ਨਹੀਂ ਨਾ ਕੀਤਾ। ਵਿਰੋਧ ਵਾਲੇ ਜਿਹੜੇ ਨੇ ਉਹ ਬੇਸ਼ਰਮਗਰੀ ਦੇ ਮਾਰੇ ਆ ਮੰਨਣਗੇ, ਆ ਭੱਜ ਜਾਣਗੇ। ਇਹ ਤਾਂ ਮੰਨਣਾ ਪਊਗਾ, ਮਰਨਾ ਪਊ ਉਹਨਾਂ ਨੂੰ, ਉਹਨਾਂ ਦੀ ਸਵਾਹ ਹੋ ਜੂਗੀ। ਇਹਨਾਂ ਦੇ ਤਾਂ ਹੋਣਗੇ ਕੋਲੇ, ਮੰਨਣ ਵਾਲਿਆਂ ਦੇ ਕੋਲੇ, ਨਾ ਮੰਨਣ ਵਾਲਿਆਂ ਦੀ ਸਵਾਹ। ਜਿਹੜੇ ਤਾਂ ਮੰਨਦੇ ਨੇ 10 ਗ੍ਰੰਥ ਉਹਨਾਂ ਦੇ ਕੋਲੇ ਰਹਿ ਜਾਣਗੇ, ਦੂਜਿਆਂ ਦੀ ਸਵਾਹ। ਹੁਣ ਰਾਜ ਫਿਰ ਵੀ ਕੋਲਿਆਂ ਨਹੀਂ ਕਰਨਾ, ਚਾਹ ਤਾਂ ਕੋਲੇ ਹੀ ਬਣਾ, ਗਰਮ ਤਾਂ ਕੋਈ ਚੀਜ਼ ਕੋਲੇ ਹੀ ਕਰ ਸਕਦੇ ਨੇ, ਸਵਾਹ ਨੇ ਤਾਂ ਕੁਝ ਨਹੀਂ ਕਰਨਾ। ਇਸ ਕਰਕੇ ਰਾਜ ਦੇਵਤਿਆਂ ਨੂੰ ਮਿਲਦਾ ਹੁੰਦਾ ਬਾਅਦ ਚ, ਕਿ ਕੋਲੇ ਹੁੰਦੇ ਨੇ ਨਾ। ਕੋਲੇ ਹੁੰਦੇ ਨੇ, ਕੋਲੇ ਜੱਗ ਹੁੰਦੀ ਹੈ ਨਾ। ਇਹਨਾਂ ਦੇ ਕੋਲੇ ਵਜਣਾ ਨੇ, ਉਹਨਾਂ ਦੀ ਸਵਾਹ ਹੋ ਜਾਣੀ ਹੈ। ਇਹ ਹੋਣਾ ਹੁਣੇ ਹੋ ਜੂਗਾ, 2-4 ਸਾਲ ਦੇਖ ਲਿਓ, ਤੁਹਾਡੇ ਸਾਹਮਣੇ ਹੀ ਹੋਣਾ। ਦੋਆਂ ਦੀ ਸਵਾਹ ਫੂਕ ਮਾਰੀ ਉੱਡ ਗਈ, ਜਿੱਧਰੋਂ ਹਵਾਈ ਉੱਧਰੋਂ ਉੱਡ ਗਈ। ਕੱਖ ਵੀ ਨਹੀਂ ਉਹਨਾਂ ਦੇ ਪੱਲੇ ਰਹਿਣਾ। ਵਿਰੋਧ ਵਾਲਿਆਂ ਦੇ ਪੱਲੇ ਸਵਾਹ ਹੋਊਗੀ, ਇਹਨਾਂ ਦੀ ਸਵਾਹ ਬਣੂਗੀ। ਜਿਵੇਂ ਉਹ ਕਹਿੰਦਾ ਨਾ ਆਖਿਰ ਦੀਵਾਨੀ ਦਾ ਕੇਸ ਹੈ, ਹਾਰ ਗਿਆ ਸਵਾਹ ਹੋਊਗੀ, ਜਿੱਤ ਗਿਆ ਕੋਲੇ ਰਹਿ ਗਏ। ਲੰਬੀ ਲੜਾਈ ਹੈ ਨਾ ਦੀਵਾਨੀ ਦੀ, ਇਹ ਵੀ ਲੰਬੀ ਲੜਾਈ ਹੈ। ਇਹਨਾਂ ਦੇ ਕੋਲੇ ਵੱਜ ਜਾਣਗੇ ਪੱਲੇ, ਫੇਰ ਵੀ ਇਹਨਾਂ ਦਾ ਹੀ ਬਚੂ ਕੁਛ ਨਾ ਕੋਈ, ਇੱਜ਼ਤ ਇਹਨਾਂ ਦੀ ਬਚੂ। ਜਿਹੜੇ ਬੰਨਣ ਵਾਲੇ ਨੇ, ਇੱਜ਼ਤ ਇਹਨਾਂ ਦੀ ਬਚੂਗੀ। ਦੋਆਂ ਦੀ ਨਹੀਂ ਬਚਣੀ ਬਿਲਕੁਲ ਵੀ ਇੱਜ਼ਤ। ਗਾਏ ਗਾਏ ਹਟੇ ਗੰਧਰਵ, ਗਵਾਏ ਕਿਨਰ ਗਰਭ। ਗਾਏ ਗਾਏ ਹਟੇ ਕਿੰਨਰ, ਕਿੰਨਰ ਵਿਚਾਰੇ ਗਾ ਗਾ ਕੇ ਥੱਕ ਗਏ। ਗਾਏ ਗਾਏ ਹਟੇ ਗੰਧਰਵ, ਗਵਾਏ ਕਿਨਰ ਗਰਭ। ਕਿੰਨਰ ਗੰਧਰਵ ਨੇ ਜਿਹੜੇ ਬਜਾ ਬਜਾ ਕੇ ਬਾਏ ਬਾਏ ਹੁਣ। ਗਾਏ ਗਾਏ ਹਟੇ ਗੰਧਰਵ, ਗੰਧਰਵ ਵੀ ਗਾ ਗਾ ਕੇ ਥੱਕ ਗਏ ਵਿਚਾਰੇ। ਗਵਾਏ ਕਿਨਰ ਗਰਭ। ਕਿੰਨਰ ਜਿਹੜੇ ਸੀ ਉਹ ਨੱਚਣ ਵਾਲੇ ਨੇ, ਜਿਹੜੇ ਉਹ ਗਾਉਂਦੇ ਸੀ, ਉਹ ਗਾਉਣ ਤੇ ਨੱਚਦੇ ਸੀ। ਨੱਚਣ ਵਾਲੇ ਤਾਂ ਗਾਉਂਦੇ ਨਹੀਂ ਨਾ ਹੁਣ। ਗਵਾਏ ਕਿੰਨਰ ਗਰਭ, ਗਰਭ। ਉਹ ਗਰਭ ਕਰਦੇ ਰਹੇ ਵਿਚਾਰੇ, ਨੱਚਦੇ ਤਾਂ ਰਹੇ। ਉਹ ਉਹਨਾਂ ਨੂੰ ਵੀ ਹੰਕਾਰੇ ਹੋਇਆ, ਇਹਨਾਂ ਨੂੰ ਗਾਉਣੇ ਵਜਾਉਣੇ ਵਾਲਿਆਂ ਨੂੰ ਵੀ ਹੰਕਾਰੇ ਹੋਇਆ, ਵੀ ਆਪਣੀ ਕਲਾ ਦਾ ਹੰਕਾਰ ਹੋਇਆ। ਪੜਤ ਪੜਤ ਥੱਕੇ ਮਹਾਕਵੀ, ਗੜਤ ਗਾੜ ਅਨੰਤ। ਬੜੇ ਬੜੇ ਕਵੀ ਨੇ ਜਿਹੜੇ ਸਿਮਰਤੀਆਂ ਲਿਖਵਾਰੀਆਂ, ਉਹ ਬੜੇ ਬਹੁਤ ਕਵਿਤਾ ਘੜ ਘੜ ਕੇ ਥੱਕ ਗਏ। ਵੀ ਗ੍ਰੰਥ ਇੰਨੇ ਰਚਤੇ, ਕਿਸੇ ਨੇ ਕਹਾ ਸਿਰੇ ਦੀ ਗੱਲ ਸਮਝ ਆ, ਜਿਹੜੀ ਗੁਰਬਾਣੀ ਵਾਲੀ ਸਮਝ ਕਿਸੇ ਨੂੰ ਨਹੀਂ ਲੱਗੀ। ਆਹ ਗੱਲ ਨਹੀਂ ਟੋਲੀ ਕਿਸੇ ਨੇ। ਗੜਤ ਗਾੜ ਅਨੰਤ,
ਅਨੰਤ ਕਿਸਮ ਦੀਆਂ ਘਾੜਤਾਂ ਘੜਦੇ ਰਹੇ, ਅਨੰਤ ਕਿਸਮ ਦੇ ਉਹ ਪ੍ਰਸੰਗ ਘੜਦੇ ਰਹੇ। ਹਾਰ ਹਾਰ ਕਹਿਓ ਸਭ ਮਿਲ ਨਾਮ ਨਾਮ ਦੁਰੰਤ। ਹਾਰ ਕੇ ਸਾਰਿਆਂ ਨੇ ਇਹੀ ਕਿਹਾ ਨਾਮ ਨੂੰ ਵੀ, ਹੁਣ ਭਾਈ ਪਰਮੇਸ਼ਰ ਨੂੰ ਇਹੀ ਕਿਹਾ ਵੀ ਤੂੰ ਨਾਮ ਦੇ ਆਪਣਾ, ਤਾਂ ਕਿ ਜਿਹੜਾ ਅੰਤਰ ਹੈ ਸਾਡਾ ਤੇਰਾ ਸਾਡਾ ਫਰਕ ਹੈ ਦੂਰ ਹੋ ਜਵੇ। ਵੇਦ ਭੇਦ ਨਾ ਪਾਇਓ, ਜਿਹੜਾ ਅੰਤਰ ਹੈ ਦੋਹਾਂ ਦੇ ਵਿੱਚ ਬਣਿਆ ਹੋਇਆ ਦੂਰ ਹੋ ਜਵੇ, ਤੂੰ ਨਾਮ ਦੇ। ਹੁਣ ਹਾਰ ਕੇ ਹੀ ਮੰਗਿਆ, ਨਾਮ ਹੀ ਮੰਗਿਆ ਸਾਰਿਆਂ ਨੇ। ਫਿਰ ਵੀ ਨਾਮ ਦਾ ਗਿਆਨ ਨਹੀਂ ਲੋਕਾਂ ਨੂੰ ਹੁੰਦਾ ਵੀ ਨਾਮ ਕੀ ਹੈ ਅਸਲ 'ਚ। ਵੇਦ ਭੇਦ ਨਾ ਪਾਇਓ ਲਖਿਓ ਨਾ ਸੇਵ ਕਤੇਬ। ਨਾ ਤਾਂ ਵੇਦਾਂ ਨੇ ਭੇਦ ਪਾਇਆ, ਜਿਨ੍ਹਾਂ ਨੇ ਵੇਦ ਲਿਖੇ ਨੇ ਉਹਨਾਂ ਨੇ ਭੇਦ ਪਾਇਆ। ਉਹ ਵੇਦ ਲਿਖਣ ਵਾਲੇ ਆਦਮੀ ਦਾ ਨਾਮ ਵੇਦ ਹੈ, ਬਾਅਦ ਚੋਂ ਗ੍ਰੰਥ ਦਾ ਨਾਮ ਵੇਦ ਪੈ ਜਾਂਦਾ ਹੁੰਦਾ। ਲਖਿਓ ਨਾ ਸੇਵ ਕਤੇਬ। ਨਾ ਕਤੇਬ ਵਾਲੇ ਨੇ ਜਿਹੜੀ ਸੇਵਾ ਕੀਤੀ ਹੈ, ਸੇਵ ਕੀਤੀ ਹੈ ਨਾ, ਕਤੇਬ ਦੇ ਵਿੱਚ ਸੇਵ ਨੂੰ ਜ਼ਿਆਦਾ ਕੀਤਾ ਹੋਇਆ। ਦੇਵ ਦਾਨੋ ਉਹ ਕਹਿੰਦੇ ਨੇ ਜਿਹੜਾ ਖੁਦਾ ਦੇ ਬੰਦਿਆਂ ਦੀ ਸੇਵਾ ਕਰਦਾ ਨਾ, ਉਹ ਖੁਦਾ ਦੀ ਸੇਵਾ। ਚਲੋ ਉਹਨਾਂ ਨੇ ਤਾਂ ਇਹ ਗੱਲ ਮੁਕਾਤੀ। ਇਸੇ ਕਰਕੇ ਈਸਾਈ ਰੱਬ ਦੇ ਬੰਦਿਆਂ ਦੀ ਸੇਵਾ ਕਰਦੇ ਨੇ। ਉਹ ਪਬਲਿਕ ਦੀ ਸੇਵਾ ਕਰਨੀ, ਦੀਨਾਂ ਦੀ ਸੇਵਾ ਕਰਨ ਨੂੰ ਉਹ ਕਹਿੰਦੇ ਨੇ ਇਹੀ ਰੱਬ ਦੀ ਸੇਵਾ। ਗੱਲ ਵੀ ਠੀਕ ਹੈ, ਰੱਬ ਦੀ ਤੁਸੀਂ ਸੇਵਾ ਹੋਰ ਕੀ ਕਰਨੀ ਹੈ? ਉਹਦੀ ਸੇਵਾ ਕੀ ਕਰਨੀ? ਉਹ ਤਾਂ ਸਾਰਿਆਂ ਦੀ ਸੇਵਾ ਕਰਦਾ ਹੈ। ਉਹਦੇ ਬੰਦਿਆਂ ਦੀ ਸੇਵਾ ਕਰਨੀ ਜਿਹੜੀ ਨਾ, ਇਹੀ ਉਹਦੀ ਸੇਵਾ। ਜੇ ਕਿਸੇ ਸਮਰੱਥਾ ਹੈ, ਫਾਲਤੂ ਹੈ ਆਇਆ ਹੋਇਆ, ਉਹ ਪਬਲਿਕ ਵਾਸਤੇ ਆਇਆ ਤੇ ਇਤੋਂ ਤਾਂ ਵਾਧੂ ਹੈ। ਜੇ ਤੇ ਤੋਂ ਵਾਧੂ ਹੈ ਉਹ ਕਿਸੇ ਵਾਸਤੇ ਦੂਏ ਵਾਸਤੇ ਕਰਦੇ ਨੇ ਉਹ। ਪਰ ਉਹਨਾਂ ਨੂੰ ਉਹ ਗੱਲ ਨਾਮ ਨਹੀਂ ਪ੍ਰਾਪਤ ਹੋਇਆ। ਚਾਹੇ ਸੇਵਾ ਤਾਂ ਕਰਦੇ ਨੇ, ਉਹ ਆਤਮਾ ਤਾਂ ਸ਼ੁੱਧ ਹੋਈ ਹੈ, ਪਰ ਨਾਮ ਦੀ ਪ੍ਰਾਪਤੀ ਨਹੀਂ ਹੋਈ। ਆਤਮਾ ਸ਼ੁੱਧ ਨਾਮ ਦੀ ਪ੍ਰਾਪਤੀ ਕਦ ਹੋਊਗੀ? ਇਹ ਗੁਰਬਾਣੀ ਨੂੰ ਸਮਝੇ ਬਿਨਾਂ ਨਹੀਂ ਪ੍ਰਾਪਤੀ ਹੋਣੀ। ਨਾਮ ਦੀ ਪ੍ਰਾਪਤੀ ਅੰਦਰੋਂ ਹੋਣੀ ਹੈ, ਸੇਵਾ ਚੋਂ ਨਹੀਂ ਪ੍ਰਾਪਤੀ ਹੋਣੀ। ਉਹ ਚੋਂ ਸੇਵਾ ਚੋਂ ਸਰਬਾਤਮਾ ਸ਼ੁੱਧ ਹੋਊਗੀ। ਦੇਵ ਦਾਨੋ ਮੂੜ ਮਾਨੋ ਚਾਛਨਾ ਜਾਣੈ ਜੇਬ। ਕਹਿੰਦੇ ਦੇਵ ਦਾਨੋ ਮੂੜ ਮਾਨੋ, ਦੇਵ ਤੇ ਆ ਦਾਨਵਾਂ ਨੂੰ ਤਾਂ ਤੁਹਾਨੂੰ ਤੁਸੀਂ ਇਹ ਮੰਨ ਲਓ ਵੀ ਤਾਂ ਦੋਏ ਮੂਰਖ ਨੇ। ਨਾਲ ਆਉਣ ਸਵਾਲ ਦੇਵ ਦਾਨੋ ਮੂੜ ਜਾਣੋ, ਦੇਵ ਦਾਨੋ ਮੂੜ ਮਾਨੋ। ਦੇਵਤਿਆਂ ਨੂੰ ਰਾਖਸ਼ਾਂ ਨੂੰ ਤਾਂ ਸਿਰਫ ਤੁਸੀਂ 2 ਮਿੰਟ ਬਾਅਦ ਤੇ ਐ ਮੰਨ ਲਓ ਵੀ ਇਹ ਤਾਂ ਦੋਏ ਮੂਰਖ ਨੇ। ਮੂੜ ਮਾਨੋ। ਜੱਚ ਜਾਣੈ ਜੇਬ। ਜਿਹੜੇ ਜੱਜ ਨੇ, ਕਵੀ ਨੇ, ਉਹ ਮੂਰਖ ਨਹੀਂ ਹੁੰਦੇ। ਕਵੀ ਨਹੀਂ ਮੂਰਖ ਹੁੰਦੇ, ਲਕੀਰ ਦੇ ਫਕੀਰ ਨਹੀਂ ਹੁੰਦੇ ਕਵੀ। ਕਵੀ ਕਈ ਗੱਲਾਂ ਇਹੋ ਜਿਹੀਆਂ ਕਹਿੰਦੀਆਂ ਇਹਨਾਂ ਦੇ ਖਿਲਾਫ। ਕਵੀ ਉਹ ਨਾ ਜਿਹੜੇ ਕਹਿੰਦੇ ਨੇ ਤੁਮੀ ਹੋ ਮੂਰਤੀ में भी, तुम ही व्यापक हो फूलों में, भला भगवान को भगवान पर कैसे चढ़ाऊंगे। ਕਵੀ ਦਾ ਦਿਮਾਗ ਸੀ ਜਿਹੜੀ ਇਹ ਗੱਲ ਕਹਿਤੀ। ਤੁਸੀਂ ਕਹਿੰਦੇ ਮੂਰਤੀ 'ਚ ਵੀ ਹੈ, ਫੁੱਲ 'ਚ ਵੀ ਹੈ, ਮੈਂ ਤੁਹਾਨੂੰ ਵੀ ਚੜਾਉਂਦਾ ਭਗਵਾਨ ਨੂੰ ਭਗਵਾਨ ਤੇ ਤੋੜ ਕੇ। ਕਵੀ ਦਾ ਦਿਮਾਗ ਸੀ ਨਾ, ਉਹਨੇ ਵਿਚਾਰਿਆ। ਇਹ ਜਾਚਾ ਉਹ ਨੇ, ਇਹਨਾਂ ਨਾਲ ਮੂਰਖਾਂ ਨਾਲ ਉਹ ਚੰਗੇ ਹੁੰਦੇ ਨੇ। ਆ ਗੱਲ ਕਹਿ ਰਿਹਾ ਜੱਚ ਜਾਣੈ ਜੇਬ। ਹਾਂ, ਕਿਉਂ ਕਵਿਤਾ ਘੜ ਕੇ ਜਿਹਨੇ ਰੋਜ਼ ਬੋਲਣੀ ਹੈ, ਕਵਿਤਾ ਨੂੰ ਸਮਝਣਾ ਹੈ, ਘੜ ਕੇ ਬੋਲਣੀ ਹੈ ਜਿਹਨੇ, ਉਹਦਾ ਦਿਮਾਗ ਆਪਣਾ ਚੱਲਦਾ ਹੁੰਦਾ ਹੈ। ਇਹਨਾਂ ਦਾ ਦਿਮਾਗ ਖੜਾ ਹੁੰਦਾ ਹੈ। ਇਹਦਾ ਛੱਪੜ ਦਾ ਪਾਣੀ ਹੁੰਦਾ ਦੇਵਤਿਆਂ ਦਾ ਨੂੰ। ਉਹ ਮੈਨਾਵਾਨੂੰ ਵਾਲੇ ਹੁੰਦੇ ਨੇ, ਉਹਨਾਂ ਨੇ ਤਾਂ ਮਕਾਤੀ ਗੱਲ ਵੀ ਰੱਬ ਹੈ ਨਹੀਂ, ਛੁੱਟੀ ਹੋ ਗਈ ਰਾਖਿਆ ਨੇ ਤਾਂ। ਇਹ ਲਕੀਰ ਦੇ ਫਕੀਰ ਹੁੰਦੇ ਨੇ। ਲਕੀਰ ਤਾਂ ਇੱਧਰ ਉੱਧਰ ਜੇ ਕੋਈ ਲੈ ਕੇ ਜਾਵੇ ਗਿਆਨਵਾਨ ਆਦਮੀ, ਉਹਦਾ ਵਿਰੋਧ ਕਰਦੇ ਨੇ। ਦੇਵਤੇ ਗਿਆਨ ਦਾ ਵਿਰੋਧ ਕਰਦੇ ਹੁੰਦੇ ਨੇ। ਜਿਹੜਾ ਉਹਨਾਂ ਨੂੰ ਗਿਆਨ, ਜਿਹੜੀ ਉਹਨਾਂ ਨੇ ਲਕੀਰ ਖਿੱਚ ਲਈ ਨਾ, ਲਕੀਰ ਦੇ ਫਕੀਰ ਹੋ ਗਏ। ਉਹ ਤੋਂ ਚੰਗਾ ਗਿਆਨ ਦਾ ਉਹਦਾ ਵਿਰੋਧ ਕਰਦੇ ਹੁੰਦੇ ਦੇਵਤੇ। ਤਾਂ ਅਕਲਮੰਦ ਨਹੀਂ ਹੋ ਸਕਦੇ। ਉਹ ਉੱਥੇ ਰੁਕ ਜਾਂਦਾ ਉਹਨਾਂ ਦਾ। ਉਹ ਦੂਏ ਕਹਿੰਦੇ ਹੁੰਦੇ ਨੇ ਵੀ ਅਕਲ ਦਾ ਸਾਡੇ ਕੋਲ ਕੰਮੇ ਕੋਈ ਨਹੀਂ। ਅਸੀਂ ਤਾਂ ਸੰਸਾਰ ਜਾਣਦੇ ਹਾਂ, ਸੰਸਾਰ 'ਚ ਆਪਣਾ ਰੱਜ ਦੱਬ ਕੇ ਬਾਹਰ ਤੇ ਰੱਜ ਕੇ ਖਾ। ਉਹਨਾਂ ਦਾ ਇਹ ਵੀ ਆਪਣਾ ਦੇਹੀ ਤੋੜ ਕੇ ਕੰਮ ਕਰੋ,
ਰੱਜ ਕੇ ਖਾਓ। ਬਾਕੀ ਰੱਬ ਰੂਪ ਦੇਖੀ ਜਾਊ, ਰੱਬ ਦਾ ਨਹੀਂ, ਆਪਾਂ ਨੇ ਕੀ ਲੈਣਾ ਰੱਬ ਤੇ। ਭੁੱਖੇ ਨਾ ਮਰੋ। ਉਹ ਸਰੀਰ ਤੱਕ ਹੀ ਸੀਮਿਤ ਹੁੰਦੇ ਨੇ, ਗਾਹਾਂ ਦੀ ਗੱਲ। ਆਤਮਾ ਤੱਕ ਸੀਮਿਤ ਨਹੀਂ, ਉਹ ਆਤਮਾ ਤੱਕ ਪਹੁੰਚਦੇ ਹੀ ਨਹੀਂ। ਆਤਮ ਦੀ ਗੱਲ ਹੀ ਨਹੀਂ ਉੱਥੇ ਰਾਖਸ਼ਾਂ ਕੋਲ। ਭੂਤ ਭਵ ਭਵਾਨ ਭੂਪਤ ਆਦਨਾਥ ਅਨਾਥ। ਜਿਹੜੇ ਹੁਣ ਤੱਕ ਰਾਜੇ ਹੋਏ ਨੇ ਤਿੰਨਾਂ ਕਾਲਾਂ ਦੇ ਵਿੱਚ, ਭੂਤ, ਭਵਿੱਖਤ ਜਾਂ ਹੁਣ ਹਾਜ਼ਰ, ਆਦਿਨਾਥ ਅਨਾਥ। ਆਦਿਨਾਥ ਜਿਹੜਾ ਹੈਗਾ, ਇਹੀ ਦੱਸਿਆ ਉਹਨਾਂ ਨੇ। ਆਦਿਨਾਥ ਹੈ, ਉਹ ਅਨਾਥ ਹੈ। ਜਿੰਨੇ ਵੀ ਹੁਣ ਤੱਕ ਹੋਏ ਨੇ ਬੜੇ ਬੜੇ ਗਿਆਨਵਾਨ ਆਦਮੀ, ਰਾਜੇ, ਧਾਰਮਿਕ ਰਾਜੇ ਜਾਂ ਦੂਏ ਵੀ ਰਾਜੇ, ਉਹਨਾਂ ਨੇ ਇਹੀ ਦੱਸਿਆ ਵੀ ਜਿਹੜਾ ਆਦਿਨਾਥ ਹੈ ਭਾਈ, ਇਹ ਅਨਾਥ ਹੈ। ਇਹ ਸਭ ਦਾ ਨਾਥ ਹੈ, ਆਪ ਅਨਾਥ ਹੈ। ਅਗਨੀ ਬਾਏ ਜਲੇ ਥਲੇ ਮਹਿ ਸਰਬ ਠੌਰ ਨਿਵਾਸ। ਉਹਦਾ ਜਲ ਥਲ ਅਗਨੀ ਦੇ ਵਿੱਚ ਹਰ ਜਗ੍ਹਾ ਨਿਵਾਸ ਹੈ। ਅਗਨੀ ਕਿਵੇਂ? ਹੁਣ ਜਿੱਥੇ ਪੇੜ ਹੈ ਤਾਂ ਪੈਦਾ ਹੁੰਦਾ ਹੈ, ਅੱਗ ਔਰ ਪਾਣੀ ਉੱਥੇ ਇਕੱਠੇ ਕਰ ਰਿਹਾ ਹੈ। ਪੇੜ ਦੇ ਵਿੱਚ ਪਾਣੀ ਦੇ ਵਿੱਚ ਅੱਗ ਰੱਖ ਰਿਹਾ ਹੈ, ਪੇੜ 'ਚ ਪਾਣੀ ਹੈ ਨਾ, ਅੱਗ ਉੱਥੇ ਰੱਖ ਰਿਹਾ ਟਕਾ ਟਕਾ ਕੇ, ਜਮ੍ਹਾਂ ਕਰਕੇ। ਬਨਸਪਤੀ 'ਚ ਅੱਗ ਹੈ, ਲੱਕੜ ਜਿਹੜੀ ਅੱਗੀ ਅੱਗੇ ਹੈ ਨਾ, ਪਾਣੀ ਵਿੱਚ ਅੱਗ ਪੈਦਾ ਕਰਕੇ ਰੱਖ ਰਿਹਾ ਹੈ, ਸਾਂਭ ਕੇ ਰੱਖ ਰਿਹਾ ਪਾਣੀ 'ਚ ਅੱਗ ਨੂੰ। ਨਿਵਾਸ ਹੈ ਨਾ, ਤਾਂ ਕਰਕੇ ਜਿੰਨਾ ਚਿਰ ਨਿਵਾਸ ਹੈ ਉਹਨਾਂ ਚਿਰ ਰੱਖ ਰਿਹਾ ਹੈ। ਇਹ ਕਹਿ ਰਹੇ ਨੇ ਭੇਦ ਦੀ ਗੱਲ ਹੈ। ਅਗਨੀ ਬਾਏ ਜਲੇ ਥਲੇ ਮਹਿ ਸਰਬ ਠੌਰ ਨਿਵਾਸ। ਸਰਬ ਠੌਰ ਨਿਵਾਸ, ਉੱਥੇ ਅੱਗ ਵੀ ਹੈ ਪੇੜ ਦੇ ਵਿੱਚ, ਸਰੀਰ 'ਚ ਅੱਗ ਵੀ ਹੈ, ਮਾਨਵ ਸਰੀਰ 'ਚ ਵੀ ਪਾਣੀ ਵੀ ਹੈ, ਇਕੱਠੇ ਨਾ ਦੋਏ ਰਹਿੰਦੇ। ਜਲ ਵੀ ਹੈ, ਥਲ ਵੀ ਹੈ। ਥਲ ਖੁਸ਼ਕ ਹੈ, ਬਾਸਮਤੀ ਹੈ, ਖੁਸ਼ਕ ਹੈ। ਲਹੂ ਦੇ ਵਿੱਚ ਪਾਣੀ ਵੀ ਹੈ, ਗਿੱਲ ਵੀ ਹੈ। ਨਿਵਾਸ ਨਹੀਂ ਇੱਥੇ। ਇਹ ਜਲੇ ਥਲੇ ਸਰੀਰ ਦਾ ਹੀ ਨਾਮ ਹੈ। ਪੇੜ ਵੀ ਜਲੇ ਥਲੇ, ਉਹਦੇ ਮਿੱਟੀ ਵੀ ਆਊਗੀ। ਜਦ ਆਪਾਂ ਸੁੱਕ ਜੂਗਾ ਮਿੱਟੀ ਹੋ ਜੂਗੀ, ਜਲ ਪਾਣੀ ਉੱਡ ਜੂਗਾ। ਜਲੇ ਥਲੇ ਪੇੜ ਵੀ ਜਲੇ ਥਲੇ ਹੀ ਹੈ। ਜਲ ਥਲੇ ਕਹਿੰਦੇ ਧਰਤੀ ਔਰ ਪਾਣੀ, ਐ ਨਹੀਂ ਹੈਗਾ ਜਲੇ ਥਲੇ। ਜਲ ਥਲ ਇਕੱਠਾ ਹੀ ਹੈ। ਜਿੱਥੇ ਸਰੀਰ ਹੈ ਉੱਥੇ ਜਲ ਥਲ ਦੋਏ ਨੇ। ਉਹ ਪੰਜ ਤੱਤਾਂ ਦਾ ਸਰੀਰ ਹੈ, ਜਲ ਥਲ ਇਕੱਠੇ ਨੇ ਤਾਂ ਹੀ ਸਰੀਰ ਹੈ। ਜਲੇ ਥਲੇ ਨਿਵਾਸ ਹੈ। ਦੇਹ ਗਹਿ ਨ ਨੇਹ ਸਨੇ ਅਭੇ ਅਨਾਥ ਅਜੀਤ। ਦੇਹ ਦਾ ਕੋਈ ਉਹਨੂੰ ਨਾ ਤਾਂ ਦੇਹ ਹੈ ਉਹਦੀ, ਨਾ ਘਰ ਹੈ ਉਹਦਾ ਕੋਈ, ਨਾ ਨੇਹ ਸਨੇ, ਨਾ ਇਹਦਾ ਦੇਹ ਸਨੇ ਹੈ। ਦੇਹ ਦਾ ਆਇਆ ਘਰ ਦਾ ਸਨੇ ਅਭੇ ਨਾਥ ਅਜੀਤ। ਅਬੇ ਹੈ ਉਹ, ਬਿਨਿਆ ਨਹੀਂ ਜਾ ਸਕਦਾ ਉਹਨੂੰ ਕੋਈ, ਬੰਨ ਕੇ ਨਹੀਂ ਰੱਖ ਸਕਦਾ। ਅੱਛੀ ਉਹਨੂੰ ਕੋਈ ਬੰਨ ਕੇ ਜਾਂ ਬਿੰਨ ਕੇ, ਬਣ ਕੇ ਬਿੰਨੇ ਹੋਏ ਪਰੋਏ ਹੁੰਦੇ ਨੇ ਮਾਲਾ ਦੇ ਵਿੱਚ। ਚਾਹੇ ਉਹਨੂੰ ਬੰਨ ਕੇ ਕਹਿ ਲਓ, ਚਾਹੇ ਬਿੰਨ ਕੇ ਕਹਿ ਲਓ। ਇੱਕ ਸੂਤ ਪਰੋਏ ਬਣੀਏ, ਫਿਰ ਫਿਰ ਕਾਠੀ, ਫਿਰ ਫਿਰ ਤੜੀਏ। ਅਜੀਤ ਅਜੀਤ ਹੈ ਉਹ, ਕਾਬੂ ਨਹੀਂ ਕਰਿਆ ਜਾ ਸਕਦਾ ਕੋਈ। ਉਹ ਆਦਮੀ ਕਾਬੂ ਕਰਕੇ ਉਹਨੂੰ ਰੱਖ ਲਵੇ, ਜਿਵੇਂ ਕਹਿੰਦੇ ਇਹਨਾਂ ਨੇ ਮੇਰੇ ਭੂਤ ਕਾਬੂ ਨੇ ਜੀ, ਇਹ ਕਾਬੂ ਹੈ, ਦੇਵ ਕਾਬੂ ਨੇ। ਕਹਾਣੀਆਂ ਨੇ ਜਿਹੜੀਆਂ ਬਣਾਈਆਂ ਹੋਈਆਂ, ਉਹ ਕਹਾਣੀਆਂ ਤੋਂ ਹਟਾਇਆ ਤੁਹਾਨੂੰ। ਕੋਈ ਬੰਦਾ ਨਹੀਂ ਕਾਬੂ ਕਰਕੇ ਰੱਖ ਸਕਦਾ ਇਹਨੂੰ, ਉਹਨੂੰ ਕਰ ਸਕਦਾ। ਬੰਦੇ ਦੇ ਪਾਸ ਵਿੱਚ ਨਹੀਂ ਹੈ ਜੇ ਕੋਈ ਸ਼ਕਤੀ ਹੈ ਜੀ, ਮੇਰੇ ਕਿਉਂ ਸ਼ਕਤੀ ਹੈ, ਗਲਤ ਗੱਲਾਂ ਨੇ। ਆਤਮਾ ਨਹੀਂ ਕਾਬੂ ਕੋਈ ਕਰ ਸਕਦਾ, ਆਤਮਾ ਨੂੰ ਨਹੀਂ ਕਾਬੂ ਕਰਕੇ ਰੱਖ ਸਕਦਾ। ਉਹ ਤਾਂ ਛੱਡੋ ਤੁਸੀਂ। ਆਤਮਾ 'ਚ ਵੀ ਉਹ ਸਾਰੇ ਗੁਣ ਨੇ ਜਿਹੇ ਜਿਹੇ ਉਹਦੇ 'ਚ। ਉਹ ਜਿਹੇ ਗੁਣ ਕੁਛ ਆਤਮਾ 'ਚ ਨੇ, ਕੁਛ ਔਗਣ ਨੇ ਆਤਮਾ 'ਚ, ਹੋਰ ਗੱਲ ਕੁਛ ਨਹੀਂ ਹੈ। ਗੁਣ ਵੀ ਉਹ ਗੁਣ ਤਾਂ ਉਹਦੇ ਵਾਲੇ ਹੈਗੇ ਹੀ ਨੇ। ਇਹ ਔਗਣ ਨੇ ਜਿਹੜੇ, ਉਹਨਾਂ ਦਾ ਰੌਲਾ ਹੈ। ਜੇ ਔਗਣ ਹਟ ਗਏ ਇੱਕੋ ਹੀ ਹੋ ਗਏ। ਫਿਰ ਔਗਣਾ ਕਰਕੇ ਅੱਡ ਆਤਮਾ, ਹੋਰ ਆਤਮਾ ਦੇ ਕੀ ਹੋਇਆ? ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ। ਗਰਭ ਗੰਜਨ ਸਰਬ ਭੰਜਨ। ਗਰਭ ਗੰਜਨ ਹੈ, ਹੰਕਾਰ ਦਾ ਤੇ ਚੋਟ ਕਰਦਾ ਹੈ, ਹੰਕਾਰ ਦਾ ਵਿਰੋਧੀ ਹੈ। ਸਰਬ ਭੰਜਨ, ਸਰਬ ਤੇ ਅਨਭੀਤ। ਸਰਬ ਤੇ ਅਨਭੀਤ, ਸਰਬ ਤੇ ਅਨਭੀਤ ਹੈ। ਸਾਰਿਆਂ ਦੇ ਨਾਲ ਪੀਤ ਹੁੰਦੀ, ਅਸਲ ਦੇ ਬਾਹਰ ਪੀਤ ਕੰਧ ਹੁੰਦੀ। ਕਿਸੇ ਨਾਲ ਵੀ ਉਹਦੀ ਵੱਟ ਨਹੀਂ ਪਾਈ ਹੋਈ।
ਭੀਤ ਵੱਟ ਨੁਕਤੀ ਹੈ, ਜਦ ਕਿ ਭੀਤ ਪਵਨ ਦਾ ਥੰਬਾ। ਐ ਨਹੀਂ ਹੈਗਾ ਵੀ ਇਹਦੇ ਨਾਲ ਪ੍ਰੇਮ ਕਰਦਾ ਇਹਦੇ ਨਾਲ ਕਰਦਾ ਨਹੀਂ, ਇਹਨੂੰ ਚੰਗਾ ਸਮਝਦਾ ਇਹਨੂੰ ਸਮਝਦਾ ਨਹੀਂ, ਨਾ ਨਾ ਕੋਈ ਉਹਦੇ ਅੰਦਰ ਵੱਟ ਨਹੀਂ, ਕਿਸੇ ਖਾਤਰ ਕੋਈ ਦਰਾਇਤ ਨਹੀਂ ਹੈ, ਸਾਰਿਆਂ ਨਾਲ ਭੀਤ ਹੈ। ਸਮੁੰਦਰ ਹੈ, ਉਹਦੀ ਕੋਈ ਕੰਧ ਹੁੰਦੀ ਹੈ, ਬਸ ਇਧਰਲੀ ਮੱਛੀ ਇੱਧਰ ਆ ਜਾਓ, ਇਧਰਲੀ ਇੱਧਰ ਆ ਜਾਓ। ਮੱਛੀਆਂ ਭਾਵੇਂ ਆਪਸ ਵਿੱਚ ਹੀ ਲੜਨ, ਸਮੁੰਦਰ ਦਾ ਤਾਂ ਕਹਿਣਾ ਨਹੀਂ ਵੀ ਲੜੋ। ਮੱਛੀਆਂ ਚਾਹੇ ਲੜਨ ਆਪਸ ਵਿੱਚ, ਸਾਡੇ ਏਰੀਏ 'ਚ ਨਾ ਤੂੰ ਨਾ, ਉਹ ਸਮੁੰਦਰ ਥੋੜੀ ਕਹਿੰਦਾ ਤੁਸੀਂ ਲੜੋ। ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦੈਖ ਅਦਵੈਖ। ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ। ਸਰਬ ਦਿਆਲ ਸਾਰਿਆਂ ਦਾ ਕਰਤਾ। ਦੇਖੋ ਨਾ, ਸਰਬ ਕਰਤਾ ਜਦ ਤੇ ਵੱਟ ਕਿਹਦੇ ਖਾਤਰ ਪਾਊਗਾ? ਉੱਤੇ ਆਈ ਨਾ ਵੱਟ ਹੈ ਨਹੀਂ। ਸਰਬ ਕਰਤਾ ਇਹ ਸਾਰੇ ਉਹਨਾਂ ਬਣਾਏ ਨੇ। ਸਰਬ ਹਰਤਾ ਤੇ ਵੱਟ ਕਿਹਦੇ ਖਾਤਰ ਪਾਊਗਾ? ਵੱਟ ਤਾਂ ਪਾ ਨਹੀਂ ਸਕਦਾ, ਉਹ ਸਾਰੇ ਉਹਦੇ ਹੀ ਨੇ। ਸਰਬ ਦਿਆਲ ਸਾਰਿਆਂ ਉੱਤੇ ਦਿਆਲ ਹੈ, ਸਾਰਿਆਂ ਦਾ ਹਰਤਾ ਵੀ ਹੈ, ਖਤਮ ਵੀ ਉਸਨੇ ਕਰਨਾ ਸਾਰਿਆਂ ਨੂੰ। ਅਦਵੇਖ ਅਸਲ 'ਚ ਖਤਮ ਕੀ ਕਰਨਾ? ਹਰਤਾ ਕੀ ਹੈ? ਹਰਤਾ ਕਿਹਾ, ਖਤਮ ਨਹੀਂ ਕਰਤਾ ਕਿਹਾ। ਹਰਤੇ ਦਾ ਮਤਲਬ ਮਾਰਨ ਵਾਲਾ ਨਹੀਂ ਹੁੰਦਾ। ਹਰਤੇ ਦਾ ਜਿਹੜੇ ਇਹਨਾਂ ਦੇ ਨਾ ਔਗਣ ਹਰ ਲੈਣੇ ਨੇ, ਉਹਨੇ ਖੋਹ ਲੈਣੇ ਨੇ ਨਾ, ਤੇ ਔਗਣ ਸਾਤੋਂ ਔਗਣੋਂ ਖੋਹਦਾ ਹੈ, ਅਸੀਂ ਦਿੰਦੇ ਨਹੀਂ, ਔਗਣ ਛੱਡਦੇ ਨਹੀਂ। ਜਿਵੇਂ ਨਿਆਣੇ ਤੋਂ ਚਾਕੂ ਖੋਲੀਏ ਵੀ ਉਂਗਲੀ ਵੱਢ ਲਾ ਲੂਗਾ, ਉਹ ਨਿਆਣਾ ਚਾਕੂ ਦਿੰਦਾ ਨਹੀਂ, ਉਹ ਸਾਤੋਂ ਖੋਹਦਾ ਹੈ। ਉਹ ਚੀਜ਼ਾਂ ਗਲਤ ਨੇ ਜਿਹੜੀਆਂ, ਅਸੀਂ ਛੱਡਦੇ ਨਹੀਂ ਉਹਨਾਂ ਨੂੰ, ਬਸ ਆਹ ਗੱਲ ਹੈ। ਅਸੀਂ ਵੀ ਤਾਂ ਕੋਈ ਇਹੋ ਜਿਹੀ ਚੀਜ਼ ਹੋਵੇ ਬੱਚੇ ਕੋਲ, ਸਿੱਖਾਂ ਦੀ ਡੱਬੀ ਹੋਵੇ, ਇਹਨਾਂ ਕੋਈ ਚਲਾਉਣ ਬਚਾਉਣ ਜਾਣਦਾ ਹੋਵੇ, ਅਸੀਂ ਉਹਦੇ ਖੋਲਾਂਗੇ। ਵੀ ਸਿੱਖ ਮੂੰਹ 'ਚ ਪਾ ਲਈ ਤਾਂ ਵੀ ਗਲਤ ਹੈ। ਜਿਹਨੇ ਜਾਣ ਕੇ ਕਿਤੇ ਇੱਧਰ ਉੱਧਰ ਅਗਲਾਤੀ ਤਾਂ ਔਖਾ। ਉਹ ਸਾਡੇ ਜਿਹੜੇ ਔਗਣ ਨੇ, ਉਹ ਖੋਹਦਾ ਵੀ ਔਗਣੇ ਦੁੱਖ ਦਿੰਦੇ ਨੇ ਇਹਨਾਂ ਨੂੰ, ਇਹ ਦੁਖੀ ਨੇ, ਇਹਨਾਂ ਦੇ ਔਗਣ ਮੈਂ ਖੋਲਾਂ। ਹਰਤਾ ਇਹ ਹੈ, ਔਗਣ ਹਰਦਾ ਹੈ ਸਾਡੇ, ਦੂਰ ਕਰਦਾ ਹੈ। ਅਦਵੇਖ ਅਦਵੈਖ ਹੈ, ਦਵੇਸ਼ ਨਹੀਂ ਹੈ ਕਿਸੇ ਨਾਲ ਉਹਦਾ। ਉਹ ਸਾਨੂੰ ਲੱਗਦਾ ਦਵੇਸ਼ ਹੈ, ਦਵੇਸ਼ ਕਾਨੂੰ ਕਿਸੇ ਨਾਲ ਤਾਂ ਔਗਣ ਦੂਰ ਖੋ ਰਿਹਾ ਸਾਤੇ। ਅਸੀਂ ਉਹ ਬੱਚਾ ਚੀਕਾ ਮਾਰਦਾ ਵੀ ਮੈਂ ਨਹੀਂ ਚਾਕੂ ਦੇਣਾ, ਉਹ ਚਾਕੂ ਨਹੀਂ ਦਿੰਦਾ, ਉਹਨੂੰ ਫਿਕਰ ਆ ਵੀ ਚਾਕੂ ਨੇ ਉਂਗਲ ਵਢਾ ਲੈਣੀ। ਚੱਕਰ ਚਿਹਨ ਨ ਬਰਨ ਜਾ ਕੋ ਜਾਤ ਪਾਤ ਨ ਭੇਖ। ਚੱਕਰ ਚੰਨ ਹੈ ਨਹੀਂ ਕੋਈ, ਫੇਰ ਵੀ ਇਹਨਾਂ ਕੁਛ ਕਰੀ ਜਾਂਦਾ, ਚੱਕਰ ਚੰਨ ਫਿਰ ਵੀ ਹੈ ਨਹੀਂ। ਜਾਤ ਪਾਤ ਨ ਦੇਖੋ ਭੇਖ। ਕਰਦਾ ਕਿੰਨਾ ਕੁਛ ਹੈ ਸਾਰਿਆਂ ਨਾਲ, ਤੇ ਜਾਤ ਪਾਤ ਦਾ ਚੱਕਰ ਕੋਈ ਸ਼ਕਲ ਹੀ ਨਹੀਂ ਹੈ। ਬਾਵਜੂਦ ਕੋਈ ਆਕਾਰ ਸ਼ਕਲ ਸਾਨੂੰ ਅੱਖਾਂ ਨਾਲ ਦਿਖਣ ਤੇ ਇੰਨਾ ਕੁਛ ਕਰ ਰਿਹਾ ਹੈ। ਜਿਹਨੂੰ ਦਿਖ ਰਿਹਾ ਉਹ ਦੱਸ ਰਿਹਾ, ਜਿਹਨੂੰ ਦੱਸ ਰਿਹਾ ਉਹਨੂੰ ਦਿਖ ਨਹੀਂ ਰਿਹਾ। ਇਹਨਾਂ ਕੋਈ ਦੱਸਿਆ ਤੇ ਵੀ ਵਿਸ਼ਵਾਸ ਨਹੀਂ ਹੋਇਆ ਸਾਨੂੰ। ਸਾਰੀ ਬਾਣੀ ਪੜ੍ਹ ਕੇ ਵਿਸ਼ਵਾਸ ਕਰਨ ਦੀ ਗੱਲ ਹੈ। ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ। ਰੂਪ ਰੇਖ ਕੋਈ ਨਹੀਂ ਹੈ, ਰਾਗ ਰੰਗ ਕੋਈ ਨਹੀਂ। ਰਾਗ ਨਹੀਂ ਹੈ, ਕੋਈ ਰੰਗ ਨਹੀਂ ਹੈ, ਰੂਪ ਨਹੀਂ ਹੈ, ਕੋਈ ਰੇਖ ਨਹੀਂ ਹੈ। ਸਰਬ ਲਾਇਕ ਸਰਬ ਘਾਇਕ ਸਰਬ ਤੇ ਅਨਭੰਗ। ਸਰਬ ਲਾਇਕ ਸਰਬ ਭਾਇਕ ਕਾਇਕ ਸਰਬ ਕਾਇਕ ਸਰਬ ਤੇ ਅਨਭੰਗ। ਸਰਬ ਲਾਇਕ ਸਾਰੇ ਗੁਣ ਨੇ ਉਹ 'ਚ। ਲੈਕੀ ਨਲਾਇਕੀ ਕੋਈ ਨਹੀਂ ਹੈ, ਸਰਬ ਲਾਇਕ ਸਾਰੀਆਂ ਲੈਕੀਆਂ ਹੀ ਨੇ, ਨਲਾਇਕੀ ਨਹੀਂ ਹੈ ਕੋਈ ਉਹ 'ਚ। ਸਰਬ ਘਾਇਕ ਸਾਰੀਆਂ ਨਲਾਇਕੀਆਂ ਨੂੰ ਉਹਦੀਆਂ ਲੈਕੀਆਂ, ਸਾਡੀਆਂ ਨਲਾਇਕੀਆਂ ਨੂੰ ਉਹਦੀਆਂ ਲੈਕੀਆਂ ਕੌਣ ਤੋੜ ਮਾਰਦੀਆਂ ਨੇ। ਅਸਲ 'ਚ ਸਾਡੀਆਂ ਨਲਾਇਕੀਆਂ ਨੂੰ ਉਹਦੀਆਂ ਲੈਕੀਆਂ ਖਤਮ ਕਰ ਰਹੀਆਂ ਨੇ। ਕਾਇਕ ਹਮਲਾ ਕਰ ਰਹੀਆਂ ਸਾਡੀਆਂ ਨਲਾਇਕੀਆਂ ਤੇ ਉਹਦੀਆਂ ਲੈਕੀਆਂ। ਅਸਲ 'ਚ ਸਰਬ ਤੇ ਸਾਨੂੰ ਲੱਗਦਾ ਗੁੱਸਾ। ਨਲਾਇਕ ਨੂੰ ਜੇ ਨਲਾਇਕ ਕਹਿ ਦਿਓ ਗੁੱਸਾ ਕਰਦਾ, ਫਿਰ ਛੱਡੂ ਕਦੋਂ ਨਲਾਇਕੀ? ਉਹ ਤਾਂ ਨਲਾਇਕ ਹੈ ਤੇ ਗੁੱਸਾ ਕਰਦਾ, ਛੱਡੂ ਕਦ? ਗੱਲ ਆ ਹੈ ਜਿਹਦੀਆਂ ਮੱਤਾਂ ਦੀਆਂ ਨਲਾਇਕੀਆਂ ਨੇ, ਉਹਨਾਂ ਨੂੰ ਯਾਰ ਦੱਸ ਕੇ ਵੀ ਤੇਰੇ 'ਚ ਭਾਈ ਇਹ ਨਲਾਇਕੀ ਨੂੰ ਦੂਰ ਕਰ ਲਓ, ਗੁੱਸਾ ਕਰਦੇ ਨੇ। ਆਹ ਕਰ ਰਿਹਾ ਉਹ ਵਿਵੇਕ ਬੁੱਧੀ, ਆਹ ਕੁਛ ਕਰ ਰਹੀ ਹੈ। ਗਿਆਨ ਖੜਗ ਉਹ ਦੇਵੀ ਦੀ ਗੱਲ ਚੱਲੂ ਨਾ, ਪ੍ਰਸੰਗ
ਹਰ ਕਾ ਸੇਵਕ ਕਰ ਰਿਹਾ ਹਰ ਜਿਹਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਾਨਸ ਦੇਹਾ ਨਾਲ ਤੁਸੀਂ ਜਾਣੋ ਭੇਦ, ਮਾਨਸ ਦੇਹ ਦਾ ਕੀ ਹੈ। ਸਰਬ ਤੇ ਅਨੁਭਵ ਕਰਵਾ ਕੌਣ ਰਿਹਾ? ਕਰਵਾ ਜਿਹੜਾ ਰਿਹਾ ਉਹ ਪਿੱਛੇ ਖੜਾ, ਉਹਨੂੰ ਦੀਦਾ। ਬੋਲਣ ਵਾਲਾ ਬੋਲ ਰਿਹਾ, ਪਿੱਛੇ ਖੜਾ ਨਹੀਂ ਦੀਦਾ ਲੋਕਾਂ ਨੂੰ ਕਦੀ। ਸਰਬ ਦਾਤਾ ਸਰਬ ਗਿਆਤਾ ਸਰਬ ਗੋ ਪ੍ਰਤਪਾਲ। ਸਰਬ ਸਾਰਿਆਂ ਦਾ ਦਾਤਾ ਹੈ, ਸਾਰਿਆਂ ਨੂੰ ਜਾਣਦਾ, ਸਾਰਿਆਂ ਦੀ ਪ੍ਰਤਿਪਾਲਨਾ ਕਰਦਾ, ਸਭ ਕੁਝ ਜਾਣਦਾ, ਸਰਬ ਗਿਆਤਾ। ਐਸੀ ਗੱਲ ਕੋਈ ਨਹੀਂ ਜਿਹੜੀ ਉਹ ਜਾਣਦਾ ਨਾ ਹੋਵੇ। ਸਰਬ ਦਾਤਾ ਸਰਬ ਗਿਆਤਾ, ਸਾਰਿਆਂ ਦੇ ਅੰਦਰ ਕੀ ਹੈ ਸਮਝੋ, ਕੀ ਕਮੀਆਂ ਜਾਣਦਾ, ਸਾਰਿਆਂ ਦੀ ਪ੍ਰਤਿਪਾਲਨਾ ਕਰਦਾ।